दो पत्नियां ਜਿਹੜੀਆਂ ਇੱਕੋ ਘਰ ਦੇ ਵਿੱਚ ਰਹਿੰਦੀਆਂ ਨੇ, ਭਾਵੇਂ ਸਕੀਆਂ ਭੈਣਾਂ ਨਹੀਂ ਪਰ ਪਿਆਰ ਸਕੀਆਂ ਭੈਣਾਂ ਤੋਂ ਵੀ ਵੱਧ ਹੈ। ਪਹਿਲੀ ਪਤਨੀ ਕੋਲ ਜਦ ਬੱਚਾ ਨਹੀਂ ਹੁੰਦਾ ਤਾਂ ਸਹੁਰਾ ਸਾਹਿਬ ਦਾ ਹੁਕਮ ਸਿਰ ਮੱਥੇ ਮੰਨ ਕੇ ਭੈਣ ਹੋਰੀ ਆਪਣੇ ਪਤੀ ਦੇ ਦੂਸਰੇ ਵਿਆਹ ਲਈ ਮੰਨ ਜਾਂਦੇ। ਭੈਣ ਹੋਰੀ ਆਪਣੇ ਪਤੀ ਦੇ ਵਿਆਹ ਲਈ ਖੁਦ ਸਿਹਰੇ ਤੱਕ ਵੀ ਖਰੀਦਦੇ ਆ ਤੇ ਆਪਣੇ ਪੇਕੇ ਪਰਿਵਾਰ ਨੂੰ ਭੈਣ ਹੋਰੀ ਖਬਰ ਤੱਕ ਨਹੀਂ ਹੋਣ ਦਿੰਦੇ। ਸਹੁਰਾ ਪਰਿਵਾਰ ਵੀ ਆਪਣੀਆਂ ਦੋਹਾਂ ਨੂੰਹਾਂ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਕਰਦਾ, ਦੋਨੇ ਪਤਨੀਆਂ ਨੂੰ ਬਰਾਬਰ ਦਾ ਮਾਨ ਸਨਮਾਨ ਤੇ ਪਿਆਰ ਦਿੰਦਾ। ਥੋੜੇ ਸਮੇਂ ਬਾਅਦ ਹੀ ਛੋਟੀ ਪਤਨੀ ਕੋਲੇ ਦੋ ਬੱਚੇ ਹੁੰਦੇ ਆ ਜਿਹੜੇ ਪੈਦਾ ਹੋਣ ਸਾਰ ਹੀ ਮੁੱਕ ਜਾਂਦੇ ਆ। ਫਿਰ ਥੋੜੇ ਸਮੇਂ ਬਾਅਦ ਹੀ ਛੋਟੀ ਪਤਨੀ ਕੋਲ ਦੋ ਪੁੱਤ ਪੈਦਾ ਹੁੰਦੇ ਆ ਤੇ ਵੱਡੇ ਭੈਣ ਹੋਰੀ ਉਹ ਬੱਚਿਆਂ ਨੂੰ ਆਪਣੇ ਹੀ ਬੱਚੇ ਸਮਝਦੇ ਆ ਤੇ ਉਹਨਾਂ ਨੂੰ ਪੂਰਾ ਲਾਡ ਲੜਾਉਂਦੇ ਆ। ਪਰ ਇਹ ਖੁਸ਼ੀਆਂ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕਦੀਆਂ। ਭੈਣ ਹੋਰਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਵਿਯੋਗ ਦੇ ਵਿੱਚ ਹੀ ਭੈਣ ਹੋਰਾਂ ਦੇ ਸਹੁਰਾ ਸਾਹਿਬ ਦੀ ਵੀ ਮੌਤ ਹੋ ਜਾਂਦੀ ਹੈ। ਜਦੋਂ ਘਰ ਦੇ ਵਿੱਚ ਕੋਈ ਵੀ ਮਰਦ ਨਹੀਂ ਬਚਦਾ ਤਾਂ ਵੱਡੀ ਪਤਨੀ ਆਪਣੇ ਪਤੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਲੈਂਦੀ ਹੈ। ਜਾਣੀ ਛੋਟੀ ਪਤਨੀ ਨੂੰ ਕਦੇ ਵੀ ਉਸਦੇ ਪਤੀ ਦੀ ਕਮੀ ਤੇ ਕਦੇ ਵੀ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੀ। ਕਿਵੇਂ ਦੋਨੇ ਪਤਨੀਆਂ ਇੱਕ ਇਤਫਾਕ ਦੇ ਨਾਲ ਇੱਕੋ ਘਰ ਦੇ ਵਿੱਚ ਰਹਿੰਦੀਆਂ ਨੇ ਤੇ ਕਿਵੇਂ ਸਕੀਆਂ ਭੈਣਾਂ ਤੋਂ ਵੱਧ ਇਹਨਾਂ ਦੋਨਾਂ ਭੈਣਾਂ ਦਾ ਪਿਆਰ ਹੈ, ਇਹ ਅੱਜ ਕਹਾਣੀ ਤੁਹਾਨੂੰ ਦਿਖਾਵਾਂਗੇ। ਉਹ ਕਹਿੰਦਾ ਕਿ ਇਹ ਸਹੁੰ ਖਾ ਲੈ ਤੇ ਸਰਦਾਰ ਜੀ ਕਹਿੰਦੇ ਕਿ ਹਾਂ ਮੈਂ ਸਹੁੰ ਖਾ ਲੈਣਾ ਤੇ ਕਹਿੰਦਾ ਵੀ ਇਹਦੇ ਕੀ ਇਹ ਸਹੁੰ ਕੀ ਖਾਊਗਾ, ਇਹਦੇ ਕਿਹੜਾ ਕੋਈ ਧੀ ਪੁੱਤ ਹੈਗਾ, ਧੀ ਪੁੱਤ ਦੀ ਸਹੁੰ ਖਾਈ ਦੀ, ਇਹਦਾ ਕਿਹੜਾ ਕੋਈ ਬੱਚਾ ਜਿਹੜਾ ਇਹ ਸਹੁੰ ਖਾ ਲੇਗਾ। ਉਹ ਸਰਦਾਰ ਸਾਹਿਬ ਉਹਨਾਂ ਨੂੰ ਉਸ ਗੱਲ ਨੇ ਪੂਰਾ ਤੋੜ ਕੇ ਰੱਖ ਦਿੱਤਾ। ਘਰ ਆਏ ਤੇ ਸਰਦਾਰ ਜੀ ਰੋਏ। ਫਿਰ ਇਸ ਤਰ੍ਹਾਂ ਹੀ ਘਰ 'ਚ ਗੱਲ ਚੱਲੀ, ਮਤਲਬ ਬੱਚੇ ਬਾਰੇ ਗੱਲ ਚੱਲਣੀ ਸ਼ੁਰੂ ਹੋ ਗਈ ਕਿ ਬੱਚਾ ਚਾਹੀਦਾ ਵਾ। ਫਿਰ ਇੱਦਾਂ ਮਤਲਬ ਗੱਲ ਚੱਲੀ ਕਿ ਬੱਚਾ ਕੋਈ ਅਡਾਪਟ ਕਰ ਲਈਏ। ਸਾਡੀ ਮੇਨ ਰਿਸ਼ਤੇਦਾਰੀ ਵਿੱਚ ਹੀ ਇੱਦਾਂ ਕੋਈ ਬੱਚਾ ਅਡਾਪਟ ਕੀਤਾ ਸੀ ਤੇ ਉਸ ਤੋਂ ਬਾਅਦ ਬੜੀਆਂ ਪ੍ਰੋਬਲਮਸ ਆਈਆਂ ਤੇ ਕਹਿੰਦੇ ਕਿ ਆਪਾਂ ਬੱਚਾ ਅਡਾਪਟ ਵੀ ਕਰ ਲਿਆ, ਵੱਡਾ ਵੀ ਕਰ ਲਈ, ਉਹਨੂੰ ਉਹਦੇ ਨਾਲ ਪਿਆਰ ਵੀ ਹੋ ਜਾਣਾ ਵਾ। ਲੋਕਾਂ ਨੇ ਦੱਸਦਾ ਕਿ ਤੇਰਾ ਮੰਮੀ ਡੈਡੀ ਨਹੀਂ ਤੇ ਆਪਾਂ ਤੇ ਰੋਜ਼ ਪਰੇਸ਼ਾਨ ਹੋਇਆ ਕਰਾਂਗੇ, ਬੱਚਾ ਵੀ ਪਰੇਸ਼ਾਨ ਹੋਵਾਂਗੇ। ਇੱਕ ਦਿਨ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਪਣੇ ਕੋਲ ਬੁਲਾਇਆ, ਤੁਹਾਡੇ ਵਿਆਹ ਨੂੰ ਹੁਣ 7-8 ਸਾਲ ਹੋ ਚੱਲੇ ਆ ਤੇ ਬੱਚਾ ਹੋਣਾ ਚਾਹੀਦਾ ਵਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਜਦੋਂ ਟਾਈਮ ਲਗਾ ਦਿੰਦਾ ਨਾ ਤੇ ਟਾਈਮ ਤੋਂ ਬਾਅਦ ਤੇ ਬੜਾ ਔਖੀ ਹੋ ਜਾਂਦੀ ਜ਼ਿੰਦਗੀ। ਫਿਰ ਆਪਾਂ ਸੋਚਦੇ ਹਾਂ ਕਿ ਇਹ ਕੰਮ ਅਸੀਂ ਪਹਿਲਾਂ ਕਿਉਂ ਨਹੀਂ ਕੀਤਾ। ਮੈਂ ਕਿਹਾ ਵੀ ਡੈਡੀ ਜੀ ਤੁਸੀਂ ਦੱਸੋ ਫਿਰ ਕੀ ਕਰਨਾ ਚਾਹੀਦਾ ਵਾ। ਕਹਿੰਦੇ ਵੀ ਪੁੱਤ ਤੁਸੀਂ ਇੱਕ ਆਪਾਂ ਵਿਆਹ ਰਾਜੂ ਦਾ ਹੋਰ ਕਰ ਲਈਏ। ਮੇਰੇ ਸਰਦਾਰ ਜੀ ਦਾ ਛੋਟਾ ਨਾਮ ਰਾਜੂ ਹੈ ਤੇ ਮੈਂ ਇੱਕਦਮ ਤੇ ਸ਼ੌਕ ਹੋਈ, ਮੈਂ ਮਤਲਬ ਘੁੱਟ ਕੇ ਰਹਿ ਗਈ ਤੇ ਡੈਡੀ ਜੀ ਵੀ ਮਹਿਸੂਸ ਕਰ ਗਏ ਕਿ ਕੁੜੀ ਪਰੇਸ਼ਾਨ ਹੋਈ ਹੈ ਤੇ ਉਹਨਾਂ ਨੇ ਮੈਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ, ਆਪਣੀ ਗੋਦੀ 'ਚ ਹੀ ਬਿਠਾ ਲਿਆ। ਕਹਿੰਦੇ ਪਰੇਸ਼ਾਨ ਨਹੀਂ ਹੋਣਾ, ਮੈਂ ਤੇਰੇ ਨਾਲ ਆ, ਮੈਂ ਤੇਰਾ ਪਿਓ ਆ, ਤੇਰੀ ਸਹਿਮਤੀ ਨਾਲ ਹੋਏਗਾ। ਜੇ ਤੇਰੀ ਪੁੱਤ ਸਹਿਮਤੀ ਨਹੀਂ ਆ ਤੇ ਮੈਂ ਨਹੀਂ ਕਰੂੰਗਾ, ਮਤਲਬ ਤੇਰੀ ਆਤਮਾ ਦਿਖਾ ਕੇ ਨਹੀਂ ਅਸੀਂ ਕਰ ਸਕਦੇ। ਇੱਦਾਂ ਆਪਣਾ ਪਰਨਾ ਉਤਾਰ ਕੇ ਤੇ ਮਤਲਬ ਮੇਰੇ ਵੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ। ਮੈਂ ਕਿਹਾ ਵੀ ਡੈਡੀ ਜੀ ਨਹੀਂ, ਤੁਸੀਂ ਮੈਂ ਤੇ ਤੁਹਾਡਾ ਪੁੱਤ ਆ, ਤੁਸੀਂ ਮੈਨੂੰ ਆਪਣਾ ਚੌਥਾ ਪੁੱਤ ਕਹਿੰਦੇ ਜੇ ਤੇ ਪੁੱਤ ਨੂੰ ਤੇ ਹੁਕਮ ਕਰੀਦਾ, ਹੁਕਮ ਲਾਈਦਾ। ਤੁਸੀਂ ਮਤਲਬ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਦੱਸੋ ਮੈਂ ਕੀ ਕਰ ਸਕਦੀ ਹਾਂ ਵੀ ਫਿਰ ਆਪਾਂ ਇੱਕ ਵਿਆਹ ਹੋਰ ਕਰ ਲਈਏ। ਮੈਂ ਕਿਹਾ ਠੀਕ ਹੈ ਡੈਡੀ ਜੀ, ਤੁਹਾਨੂੰ ਜਿਸ ਤਰ੍ਹਾਂ ਚੰਗਾ ਲੱਗਦਾ। ਇੱਕ ਮੈਂ ਇਹ ਸੋਚਦੀ ਹੁੰਦੀ ਸੀ ਕਿ ਜੇ ਡੈਡੀ ਜੀ ਮੈਂ ਨਾ ਕਰਦੀ ਤੇ ਮੇਰੇ ਡੈਡੀ ਨੂੰ ਕੁਝ ਹੋ ਗਿਆ ਤੇ ਫਿਰ ਵੀ ਮੈਂ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰੂੰਗੀ। ਦੂਸਰੀ ਮੈਂ ਇਹ ਸੋਚਦੀ ਸੀ ਕਿ ਜੇ ਮਤਲਬ ਮੇਰੇ ਬੇਬੀ ਨਹੀਂ ਹੁੰਦਾ ਤੇ ਇਹਦੇ ਵਿੱਚ ਸਰਦਾਰ ਜੀ ਦਾ ਤੇ ਕੋਈ ਦੋਸ਼ ਨਹੀਂ ਆ ਤੇ ਪਰਿਵਾਰ ਦਾ ਵੀ ਕੋਈ ਦੋਸ਼ ਨਹੀਂ ਆ। ਮਤਲਬ ਮੇਰੇ ਨਾਲ ਇਸ ਇਨਸਾਨ ਨੂੰ ਮੈਂ ਬਾਉਂਡ ਕਿੱਦਾਂ ਕਰ ਲਵਾਂ। ਆਪਣੇ ਆਪ ਵਿੱਚ ਇੱਕ ਕਮੀ ਲੱਭਣੀ ਸ਼ੁਰੂ ਕਰਤੀ ਕਿ ਮੇਰੇ ਵਿੱਚ ਕਮੀ ਹੈ ਤੇ ਮੇਰਾ ਕਰਕੇ ਇੰਨੇ ਪਰਿਵਾਰ ਦੁਖੀ ਹੋ ਜਾਣ ਤੇ ਆਪਾਂ ਇਕੱਲੇ ਹੀ ਹੋ ਲਈਏ। ਫਿਰ ਮੇਰੇ ਨਾਲ ਇਹਨਾਂ ਨੂੰ ਮਿਲਾਇਆ ਸੀ। ਮੈਂ ਇੱਦਾਂ ਕੱਪੜੇ ਧੋਣ ਡਈ ਸੀ ਤੇ ਮੈਨੂੰ ਕਹਿੰਦੇ ਕੁਲਵਿੰਦਰ ਕੱਪੜੇ ਛੱਡੋ ਤੇ ਕੱਪੜੇ ਸੂਟ ਪਾਓ, ਚੱਲੀਏ ਆਪਾਂ ਜਾਣਾ ਕਿਤੇ, ਉੱਥੇ ਗੁਰਦੁਆਰੇ ਜਾਣਾ। ਉੱਥੇ ਨਾ ਬੜਾ ਵੱਡਾ ਤਲਾਬ ਹੈ, ਉੱਥੇ ਇਹ ਖੜੇ, ਉੱਥੇ ਬੈਠ ਕੇ ਅਸੀਂ ਗੱਲਾਂ ਕੀਤੀਆਂ। ਮੈਂ ਕਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਬੰਦਾ ਮੈਰਿਡ ਆ, ਤੈਨੂੰ ਬਹੁਤ ਪ੍ਰੋਬਲਮਸ ਆਉਣੀਆਂ, ਮੈਨੂੰ ਵੀ ਆਉਣੀਆਂ, ਤੈਨੂੰ ਵੀ ਆਉਣੀਆਂ, ਬਹੁਤ ਜ਼ਿਆਦੀਆਂ ਪ੍ਰੋਬਲਮਸ ਆਉਣੀਆਂ। ਇਹ ਅਨਮੈਰਿਡ ਨਹੀਂਗੇ, ਮੈਰਿਡ ਆ, ਸਾਡੇ ਵਿਆਹ ਨੂੰ 7-8 ਸਾਲ ਹੋ ਗਏ ਆ। ਕਹਿੰਦੇ ਮੈਨੂੰ ਪਤਾ ਹੀ ਹੈ ਦੀਦੀ, ਆਪਾਂ ਇਕੱਠੇ ਹੀ ਰਹੇ ਆ, ਮੈਨੂੰ ਪਤਾ ਆ ਅਗਰ ਤੁਹਾਨੂੰ ਛੱਡ ਕੇ ਮੇਰੇ ਨਾਲ ਕਰਾਉਣਗੇ ਤੇ ਮੈਂ ਵਿਆਹ ਨਹੀਂ ਕਰਾਉਂਗੀ। ਇਹਨਾਂ ਨੇ ਇਹ ਗੱਲ ਕਹੀ, ਮਤਲਬ ਵੇਖੋ ਮੈਂ ਮਰਦੇ ਦਮ ਤੱਕ ਵੀ ਭੁੱਲ ਨਹੀਂ ਸਕਦੀ ਇਸ ਗੱਲ ਨੂੰ। ਤੇ ਮੈਂ ਫਿਰ ਵੀ 2-4 ਵਾਰੀ ਇਹਨੂੰ ਕਿਹਾ, ਮੈਂ ਕਿਹਾ ਇਸ ਤਰ੍ਹਾਂ ਹੀ ਮੈਂ ਕਿਹਾ ਦੇਖ ਬਲਜੀਤ ਔਖੀ ਹੋਵੇਂਗੀ। ਕਹਿੰਦੀ ਨਹੀਂ ਦੀਦੀ, ਜੇ ਵਾਹਿਗੁਰੂ ਨੇ ਚਾਹਿਆ, ਜੇ ਮੇਰੇ ਕਰਕੇ ਘਰ ਵਿੱਚ ਖੁਸ਼ੀਆਂ ਆ ਜਾਣ ਤੇ ਆਪਣੀ ਤਿੰਨਾਂ ਜਣਿਆਂ ਦੀ ਲਾਈਫ ਵਧੀਆ ਹੋ ਜੇ ਤੇ ਬਹੁਤ ਵਧੀਆ, ਮਤਲਬ ਮੈਨੂੰ ਇਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਤੇ ਤੁਸੀਂ ਮਤਲਬ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰੂੰਗੀ। ਪਹਿਲ ਤੁਹਾਡੀ ਹੋਏਗੀ ਤੇ ਮੇਰੀ ਦੂਸਰੇ ਨੰਬਰ ਤੇ ਮੈਂ ਹੋਊਂਗੀ, ਪਹਿਲ ਤੁਹਾਡੀ ਹੋਊਗੀ। ਫਿਰ ਸਰਦਾਰ ਜੀ ਦਾ ਸਿਹਰਾ ਖਰੀਦਿਆ, ਕਲਗੀ ਖਰੀਦੀ ਆਪਣੇ ਹੱਥੀਂ, ਉਹਨਾਂ ਦੇ
ਕੱਪੜੇ ਖਰੀਦੇ, ਸਾਰਾ ਜਿੱਦਾਂ ਇੱਕ ਦੂल्हा ਤਿਆਰ ਕਰੀਦਾ, ਕਿਉਂਕਿ ਇਹ ਅਨਮੈਰਿਡ ਸੀਗੇ। ਆਪਦੇ ਪੇਕੇ ਵਾਲੇ ਵੀ ਨਹੀਂ? ਨਾ 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 ਨਾ, ਕੋਈ ਪੇਕਾ ਨਹੀਂ ਆਇਆ, ਇਹ ਦੱਸਿਆ ਵੀ ਨਹੀਂ ਉਹਨਾਂ ਨੂੰ, ਪਰ ਉਹਨਾਂ ਨੂੰ ਪਤਾ ਲੱਗ ਗਿਆ ਉਸ ਦਿਨ, ਉਹਨਾਂ ਨੂੰ ਪਤਾ ਲੱਗ ਗਿਆ ਵਿਆਹ ਵਾਲੇ ਦਿਨ। ਹਾਂ, ਉਹਨਾਂ ਨੂੰ ਪਤਾ ਲੱਗ ਗਿਆ। ਫਿਰ ਸਰਦਾਰ ਜੀ ਜਦੋਂ ਇਹਨਾਂ ਨੂੰ ਲੈ ਕੇ ਆ ਗਏ ਨਾ, ਤੇ ਫਿਰ ਮੈਨੂੰ ਇਹਨਾਂ ਨੇ, ਮੈਂ ਉੱਪਰ ਸੀ ਤੇ ਮੈਂ ਅੰਦਰ ਹੋ ਗਈ। ਫਿਰ ਇਹਨਾਂ ਨੇ ਆਪਣੀ ਮੰਮਾ ਨੂੰ ਭੇਜਿਆ, ਕਹਿੰਦੇ ਮੰਮੀ ਜਾਓ ਕੁਲਵਿੰਦਰ ਨੂੰ ਲੈ ਕੇ ਆਓ। ਫਿਰ ਮੈਂ ਆਈ ਤੇ ਫਿਰ ਮੈਂ ਇਹਨਾਂ ਨੂੰ ਵੀ ਲਿਆ, ਬਲਜੀਤ ਨੂੰ ਵੀ ਕਾਰ 'ਚੋਂ ਵੀ ਬਾਹਰ ਆ ਜਾਓ, ਤੇ ਸਰਦਾਰ ਜੀ ਨੂੰ ਵੀ ਕਿਹਾ ਜੋ ਸਰਦਾਰ ਜੀ ਬਾਹਰ ਆ ਜਾਓ। ਫਿਰ ਮੇਰੇ ਸਰਦਾਰ ਜੀ ਇਦਾਂ ਹੀ ਇੱਕ ਪਾਸੇ ਇਹਨੂੰ ਲੈ ਕੇ ਖਿਲਾਰ ਲਿਆ, ਇੱਕ ਪਾਸੇ ਮੈਨੂੰ, ਮਤਲਬ ਸੈਂਟਰ 'ਚ ਆਪ ਖੜੇ, ਦੋਨਾਂ ਨੂੰ ਇਦਾਂ ਜੱਫੀ ਵਿੱਚ ਲੈ ਕੇ ਖੜ ਗਏ ਉਹ। ਫਿਰ ਇਹਨਾਂ ਦੀ ਮੰਮੀ ਨੇ ਪਾਣੀ ਵਾਰਿਆ, ਸਾਡੇ ਤੋਂ ਤਿੰਨਾਂ ਤੋਂ ਹੀ ਵਾਰਿਆ, ਸ਼ਗਨ ਬਰਾਬਰ ਦਿੱਤੇ, 골ਡ ਬਰਾਬਰ ਪਾਇਆ, ਮੈਨੂੰ ਵੀ 골ਡ ਪਾਇਆ, ਜਿੰਨਾ ਇਹਦਾ ਬਣਾਇਆ ਆਪਾਂ ਉਨਾ ਹੀ ਮੇਰਾ ਬਣਾਇਆ ਨਾਲ। ਫਿਰ ਥੋੜੇ ਟਾਈਮ ਬਾਅਦ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਮਾਂ ਬਣ ਗਏ। 8th ਮੰਥ ਤੱਕ ਉਹ ਬੇਬੀ ਜਿਹੜਾ ਵਾ, ਮਤਲਬ ਇਹਨਾਂ ਨੂੰ ਪੀਲੀਆ ਹੋ ਗਿਆ ਤੇ ਉਹ ਪ੍ਰੀ ਮੈਚੁਰ ਬੇਬੀ ਹੋ ਗਿਆ ਇਹਨਾਂ ਦੇ, ਉਸ ਬੇਟਾ ਹੋਇਆ ਸਾਡੇ। ਤੇ ਸਾਨੂੰ ਬੜਾ ਚਾਅ ਕਿ ਸਾਡੇ ਘਰ ਬੇਟਾ ਹੋਇਆ, ਪਰ ਬੇਟਾ ਥੋੜਾ ਬਹੁਤ ਵੀਕ ਸੀਗਾ, ਉਹਦੇ ਲੰਗਸ ਬਹੁਤ ਵੀਕ ਸੀਗੇ। ਉੱਥੇ ਬਹੁਤ ਪੈਸਾ ਲੱਗਣ ਤੋਂ ਬਾਅਦ 20-21 ਦਿਨ ਬਾਅਦ ਉਹ ਬੱਚਾ ਪੂਰਾ ਹੋ ਗਿਆ ਸਾਡਾ। ਉਹ ਸਾਡੀਆਂ ਖੁਸ਼ੀਆਂ ਨੂੰ ਫੇਰ ਗਰੈਣ ਲੱਗ ਗਿਆ। ਫਿਰ ਸਰਦਾਰ ਜੀ ਤੇ ਜ਼ਿਆਦਾ ਡਿਸਟਰਬ ਹੋ ਗਏ। ਫਿਰ ਉਸ ਬੇਬੀ ਨੂੰ ਲੈ ਕੇ ਆਏ ਘਰ, ਤੇ ਉਹ ਬੱਚਾ ਖਤਮ ਹੋਇਆ। ਬੱਚਾ ਲਪੇਟਿਆ ਨਾ, ਇਦਾਂ ਮੇਰੀ ਝੋਲੀ 'ਚ ਪਾਤਾ ਉਹਨਾਂ ਨੇ ਲਿਆ ਕੇ, ਕਹਿੰਦੇ ਕੁਲਵਿੰਦਰ ਮੈਂ ਤੇਰਾ ਬੱਚਾ ਨਹੀਂ ਬਚਾ ਸਕਿਆ। ਬਹੁਤ ਦੇਰ ਮੈਂ ਉਹਨਾਂ ਨੂੰ ਇਦਾਂ ਆਪਣੇ ਨਾਲ ਹੀ, ਜਿੱਦਾਂ ਇੱਕ ਪਾਸੇ ਇਦਾਂ ਬੱਚਾ ਤੇ ਇੱਕ ਪਾਸੇ ਉਹਨਾਂ ਦਾ ਸਿਰ ਲੈ ਕੇ ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਕਿਹੜੇ ਪੈਸੇ ਦਿੱਤੇ ਸੀ ਰੱਬ ਨੂੰ, ਹਨਾ, ਕੋਈ ਗੱਲ ਨਹੀਂ, ਆਪਾਂ ਨੂੰ ਫੇਰ ਦੇਵੇਗਾ ਵਾਹਿਗੁਰੂ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਦੂਸਰਾ ਬੇਬੀ ਕਨਸੀਵ ਹੋ ਗਿਆ। ਫਿਰ ਇਹ ਮਾਂ ਬਣ ਗਈ। ਇਹ ਨਾਰਮਲੀ ਚੈੱਕ ਕਰਾਉਣ ਚਲੇ ਗਏ, ਜਾ ਕੇ ਪਤਾ ਲੱਗਾ ਕਿ ਬੱਚਾ ਅੰਦਰ ਹੀ ਖਤਮ ਹੋ ਗਿਆ। ਫਿਰ ਉਹ ਬੇਟੀ ਵੀ ਖਤਮ ਹੋ ਗਈ ਅੰਦਰ। ਮਤਲਬ ਇਹੀ ਗੱਲ ਕਹਿਣ, ਕਹਿੰਦੇ ਕੁਲਵਿੰਦਰ ਵੇਖ, ਮੈਂ ਮਤਲਬ ਮੇਰੇ ਕਰਮਾਂ ਵਿੱਚ ਨਹੀਂ ਸੀ, ਔਲਾਦ ਤੇ ਆਦਮੀ ਦੀ ਹੁੰਦੀ ਹੈ, ਤੇ ਮੈਂ ਤੁਹਾਡੀ ਵੀ ਜ਼ਿੰਦਗੀ, ਤੇਰੀ ਵੀ ਕੀਤੀ ਬਰਬਾਦ, ਮੈਂ ਇਹਦੀ ਵੀ ਕਰ ਦਿੱਤੀ। ਅਸੀਂ ਫਿਰ ਟੁੱਟ ਗਏ, ਸਾਡੀਆਂ ਖੁਸ਼ੀਆਂ ਨੂੰ ਫਿਰ ਗ੍ਰਹਿਣ ਲੱਗ ਗਿਆ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਇਹ ਮਾਂ ਬਣੀ ਤੀਸਰੀ ਵਾਰ। ਫਿਰ ਇੰਨਾ ਡਰ ਸੀ ਕਿ ਮੈਂ ਕਿਹਾ ਹੁਣ ਇਹ ਨਹੀਂ ਤੁਸੀਂ ਕਹਿਣਾ ਕਿ ਬੱਚਾ ਕੁਲਵਿੰਦਰ ਦਾ ਨਾ, ਨਹੀਂ ਕਿਸੇ ਨੇ ਲੈਣਾ, ਇਹ ਬੱਚਾ ਇਹਨੂੰ ਦੇਣਾ ਵਾ, ਤੁਹਾਡੀ ਝੋਲੀ? ਹਾਂ, ਮੇਰੀ ਝੋਲੀ ਨਹੀਂ ਪਾਉਣਾ। ਮੈਂ ਕਿਹਾ ਨਾ, ਮੈਂ ਨਹੀਂ ਲੈਣਾ ਬੱਚਾ ਪਾਇਓ ਨਾ। ਮੈਂ ਬਹੁਤ ਪਰੇਸ਼ਾਨ ਹੋ ਗਈ ਹਾਂ, ਮਤਲਬ ਮੈਨੂੰ ਪਰਮੇਸ਼ਰ ਬਾਰ-ਬਾਰ ਜਿਹੜੀ ਪਨਿਸ਼ਮੈਂਟ ਮਿਲਦੀ ਹੈ, ਮੈਂ ਕੋਈ ਕਰਮ ਇਦਾਂ ਦਾ ਕੀਤਾ ਜਿਹਦੀ ਮਿਲ ਰਹੀ ਹੈ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ। ਫਿਰ ਇਹ ਗੁਰਸੰਗਤ ਸਿੰਘ ਮੇਰਾ ਵੱਡਾ ਬੇਟਾ, ਇਹ ਕਿਰਪਾ ਕੀਤੀ ਮਾਲਕ ਨੇ, ਇਹਨੇ ਜਨਮ ਲਿਆ। ਸਵੇਰੇ ਹੋ ਗਿਆ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿੰਦੇ ਕੁਲਵਿੰਦਰ ਤੁਸੀਂ ਮੰਮਾ ਬਣ ਗਏ, ਤੁਹਾਡੇ ਬੇਟਾ ਹੋਇਆ। ਤੇ ਮੈਂ ਤੇ ਨਾ ਜਿੱਦਾਂ ਮਤਲਬ ਇੱਕ ਬੰਦਾ ਕਮਲਾ ਨਹੀਂ ਹੋ ਜਾਂਦਾ, ਚੀਕਾਂ ਹੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਬੇਟਾ ਹੋਇਆ। ਮੈਂ ਉੱਥੇ ਇੰਨਾ ਭੁੜਕੀ ਕਿ ਮੈਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਕਰ ਕੀ ਰਹੀ ਹਾਂ। ਮੈਂ ਕਦੀ ਅੰਦਰ ਜਾਵਾਂ, ਕਦੀ ਕਿਸੇ ਕਮਰੇ 'ਚ ਜਾਵਾਂ, ਕਦੀ ਮੰਮੀ ਨੂੰ ਜੱਫੀ ਪਾਵਾਂ, ਕਦੀ ਡੈਡੀ ਜੀ ਨੂੰ ਪਾਵਾਂ, ਕਦੇ ਵੱਡੇ ਵੀਰ ਜੀ ਬਾਹਰ ਬੈਠੇ ਉਹਨਾਂ ਨੂੰ ਪਾਵਾਂ, ਮਤਲਬ ਸਾਰਿਆਂ ਨੂੰ ਹੀ ਕਿ ਸਾਡੇ ਘਰ ਬੇਟਾ ਹੋਇਆ, ਆਪਣੇ ਘਰ ਬੇਟਾ ਹੋਇਆ। ਮਤਲਬ ਇਹਨੂੰ ਮੈਂ ਚੁੱਕਾਂ ਨਾ, ਮਤਲਬ ਮੰਡ ਰਹੇ, ਇਹਨੂੰ ਮੈਂ ਬੈਠੇ ਨੂੰ ਹੀ ਲਾਡ ਕੀਤੇ, ਲੰਮੇ ਪਏ ਨੂੰ ਹੀ ਲਾਡ ਕੀਤੇ। ਤੇ ਸਰਦਾਰ ਜੀ ਉਹਨਾਂ ਨੇ ਇਹਨੂੰ ਫੜ ਕੇ ਤੇ ਫਿਰ ਕਹਿੰਦੇ ਨਹੀਂ ਚੁੱਕੋ, ਆਪਣੀ ਝੋਲੀ 'ਚ ਪਾਓ ਤੁਸੀਂ। ਮੈਂ ਇਹਨੂੰ ਵਧਾਈ ਦਿੱਤੀ, ਇਹਨੇ ਮੈਨੂੰ ਦਿੱਤੀ, ਮੈਂ ਇਹਨੂੰ ਪਿਆਰ ਕੀਤਾ, ਇਹਨੇ ਮੈਨੂੰ ਕੀਤਾ। ਫਿਰ ਇਹ 3 ਸਾਲ ਤੋਂ ਬਾਅਦ ਫਿਰ ਇਹ ਮੇਰਾ ਛੋਟਾ ਬੱਚਾ ਹੋਇਆ। ਫਿਰ ਉਹ ਮਾੜਾ ਟਾਈਮ ਲਾਗੇ ਆਉਣਾ ਸ਼ੁਰੂ ਹੋ ਗਿਆ ਤੇ ਗੱਡੀ ਲੈਣੀ ਸੀ ਤੇ ਮੈਂ ਇਹਨਾਂ ਨੂੰ ਮਨਾ ਕਰਤਾ। ਮੈਂ ਕਿਹਾ ਸਰਦਾਰ ਜੀ ਤੁਸੀਂ ਗੱਡੀ ਨਹੀਂ ਆਪਾਂ ਲੈਣੀ, ਥੋੜਾ ਚਿਰ ਠਹਿਰ ਕੇ ਲਵਾਂਗੇ। ਤੇ ਮੈਂ ਉਸ ਟਾਈਮ ਭੈਣ ਨੂੰ ਕਿਹਾ ਭੈਣ ਮੇਰਾ ਦਿਲ ਡਰਦਾ ਗੱਡੀ ਲੈਣ ਤੋਂ, ਮਨ ਨਹੀਂ ਗਵਾਈ ਭਰਦਾ। ਤੇ 7 ਮਾਰਚ ਨੂੰ ਮੇਰੇ ਸਰਦਾਰ ਜੀ ਦੀ ਡੈਥ ਹੋ ਜਾਂਦੀ ਹੈ। ਤੇ ਅੱਗੋਂ ਟਰਾਲਾ ਆ ਗਿਆ ਵਾ, 2-4 ਟਰਾਲੇ ਇਹਨਾਂ ਨੇ ਕ੍ਰੋਸ ਕਰ ਲੈਣੇ। ਫਿਰ ਇਹ ਗੱਡੀ ਉੱਪਰ ਲੱਗੇ ਨੇ ਚੜਾਉਣ, ਸੜਕ ਤੇ ਫੁੱਟਪਾਥ ਨੀਵੀਂ ਹੈ, ਸੜਕ ਉੱਚੀ ਹੈ, ਉਹ ਫੁੱਟਪਾਥ ਤੇ ਚੜਾਉਣ ਲੱਗਿਆ ਤੇ ਇਹ ਮਤਲਬ ਇਹਨਾਂ ਕੋ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਹੈ। ਇਹ ਵਿੱਚ ਵੱਜੇ ਜਾ ਕੇ ਗੱਡੀ ਦੇ ਬਹੁਤ ਜ਼ੋਰ ਦੀ, ਮਤਲਬ ਬਹੁਤ ਧਮਾਕਾ ਹੀ ਹੋਇਆ। ਇਹ ਤਿੰਨੇ ਜਣੇ ਉੱਥੇ ਥਾਂ ਤੇ ਹੀ ਰਹਿ ਗਏ। ਭਣੀਵਾ ਨਾਲ ਬੈਠਾ ਸੀ, ਉਹ ਬੱਚਾ ਵੀ ਖਤਮ ਹੋ ਗਿਆ 15.5 ਸਾਲ ਦਾ। ਉਹ ਜਿਹੜਾ ਮੁੰਡਾ ਪਿੱਛੇ ਬੈਠਾ ਸੀਗਾ ਪਰਦਿਆਂ ਵਾਲਾ, ਉਹ ਵੀ ਖਤਮ ਹੋ ਗਿਆ। ਸਰਦਾਰ ਜੀ ਵੀ ਉੱਥੇ ਹੀ ਖਤਮ ਹੋ ਗਏ। ਤੇ ਵੀਰ ਮੇਰਾ ਕਹਿੰਦਾ ਵਾ ਵੀ ਭਾਜੀ ਨਹੀਂ ਰਹੇ ਆਪਣੇ। ਤੁਹਾਨੂੰ ਗੱਲ ਇਹ ਪਤਾ ਲੱਗੀ? ਤੁਹਾਨੂੰ ਪਤਾ ਨਹੀਂ, ਇਹਨੂੰ ਨਹੀਂ ਪਤਾ ਲੱਗੀ। ਇਹ ਆਏ ਨਾ ਜਦੋਂ
ਇਹਨਾਂ ਦੇ ਹੱਥ 'ਚ ਜਦੋਂ ਮੈਂ ਪੱਗ ਵੇਖੀ, ਇਹ ਮੈਨੂੰ ਕਹਿੰਦੇ ਆ ਕੇ ਦੀਦੀ ਆਪਾਂ ਲੁੱਟੇ ਗਏ, ਆਪਣਾ ਤੇ ਕੱਖ ਵੀ ਨਹੀਂ ਰਿਹਾ ਕਹਿੰਦੇ। ਉਦੋਂ ਮਤਲਬ ਮੈਨੂੰ ਹੋਇਆ, ਪਰ ਮੈਨੂੰ ਰੋਣ ਨਹੀਂ ਆਇਆ। ਮੈਂ ਤੇ ਨਹੀਂ ਰੋਈ 2-2.5 ਘੰਟੇ, ਬਿਲਕੁਲ ਹੀ ਨਹੀਂ। ਮੇਰੀਆਂ ਭੈਣਾਂ ਆ ਗਈਆਂ, ਸਾਰੇ ਆ ਗਏ। ਮੇਰੀ ਇੱਥੇ ਇੱਕ ਫਰੈਂਡ ਆ, ਉਹ ਮਤਲਬ ਉਹਨੇ ਦੇਖਿਆ ਕਿ ਇਹਨੂੰ ਕਿਉਂ ਨਹੀਂ ਇਹ ਰੋ ਰਹੀ। ਮੈਂ ਕਹਾਂ ਇਦਾਂ ਹੋ ਨਹੀਂ ਸਕਦਾ, ਉਹ ਛੱਡ ਕੇ ਨਹੀਂ ਜਾ ਸਕਦੇ, ਮੈਨੂੰ ਤੇ ਛੱਡ ਕੇ ਜਾ ਹੀ ਨਹੀਂ ਸਕਦੇ ਨਾ, ਜੋ ਮਰਜ਼ੀ ਹੋ ਜੇ। ਸੌਰੀ ਬੇਟਾ, ਸੌਰੀ। ਤੂੰ ਤੇ ਮੇਰਾ ਸ਼ੇਰ ਬੱਚਾ ਆ, ਤੂੰ ਮੇਰਾ ਬਹਾਦਰ ਬੱਚਾ ਆ, ਤੂੰ ਕਦੀ ਨਹੀਂ ਰੋ ਸਕਦਾ, ਤੈਨੂੰ ਪਤਾ ਨਾ। ਤੂੰ ਮੇਰਾ ਰਾਜਾ ਹੀ ਆ, ਬਸ ਤੂੰ ਗੁੱਡ ਹੈ, ਬਰੇ ਬੁਆਏ ਮੇਰਾ। ਮੈਂ ਠੀਕ ਹਾਂ ਪੁੱਤ, ਮੈਂ ਬਿਲਕੁਲ ਠੀਕ ਹਾਂ, ਮੈਂ ਠੀਕ ਹਾਂ ਬੇਟਾ, ਮੈਂ ਠੀਕ ਹਾਂ। ਮੰਮਾ ਠੀਕ ਨਹੀਂ, ਮੰਮਾ ਨੂੰ ਥੋੜੀ ਕੁਝ ਹੋ ਸਕਦਾ। ਡਿਟੇਲ ਤੇ ਮੇਰੇ ਬੱਚਿਆਂ ਨੂੰ ਕੁਝ ਨਹੀਂ ਪਤਾ, ਅੱਜ ਇਹਨਾਂ ਨੂੰ ਪਹਿਲੇ ਦਿਨ ਸਾਰਾ ਕੁਝ ਪਤਾ ਲੱਗਾ। ਸਾਡੀਆਂ ਮੰਮੀਆਂ ਦੀ ਆਹ ਸਟੋਰੀ ਹੈ। ਭੋਗ ਤੋਂ ਅਗਲੇ ਦਿਨ ਮੈਂ ਚਾਬੀਆਂ ਚੁੱਕੀਆਂ ਤੇ ਦੁਕਾਨ ਖੋਲਣ ਚਲੇਗੀ। ਭੋਗ ਤੋਂ ਬਾਅਦ? ਹਾਂ, ਅਗਲੇ ਦਿਨ ਮਨ ਨੂੰ ਸਮਝਾਇਆ, ਸਾਰੀ ਰਾਤ ਆਪਣੇ ਨਾਲ ਫੈਸਲਾ ਕਰਦੀ ਰਹੀ ਕਿ ਜੇ ਤੂੰ ਡਿੱਗ ਗਈ ਤੇਰਾ ਪਰਿਵਾਰ ਡਿੱਗ ਜਾਣਾ ਤੇ ਕੰਮ ਤੇ ਕਰਨਾ ਪੈਣਾ, ਰੋਟੀ ਕਿਸੇ ਨਹੀਂ ਦੇਣੀ। ਉਹ ਇਨਸਾਨ ਉਹ ਚਲੇ ਗਏ ਆ ਤੇ ਹਿੰਮਤ ਕਰ। ਸਾਨੂੰ ਰਹਿਣਾ ਔਖਾ ਇੱਕ ਦੂਜੇ ਤੋਂ ਬਿਨਾ। ਜੇ ਪਹਿਲੀ ਗੱਲ ਤੇ ਕਿਤੇ ਜਾਂਦੇ ਹੀ ਨਹੀਂ ਆ, ਕਦੇ ਨਹੀਂ ਕਿਤੇ ਗਏ। ਪਿੱਛ ਕਿਤੇ ਬੱਚੇ ਜਿੱਦ ਕਰਨ ਤੇ ਕਿਤੇ ਰਾਤ ਰਹਿ ਰਿਹਾ ਨਾ ਤੇ ਮੈਂ ਫੋਨ ਹੀ ਕਰੀ ਜਾਣੇ, ਮੈਂ ਪਰੇਸ਼ਾਨ ਹੋਈ ਜਾਣਾ, ਮੈਨੂੰ ਰੋਣ ਹੀ ਆਈ ਜਾਣਾ ਕਿ ਘਰ ਆ ਜਾਓ। ਦਰਵਾਜ਼ਾ ਨਹੀਂ ਖੋਲਣਾ, ਆਣ ਕੇ ਜੇਠ ਮੇਰੇ ਨਾਲ ਉਧਰ ਬੈਠੇ ਰਹਿਣਗੇ ਵੀ ਆ ਤੇ ਦਰਵਾਜ਼ਾ ਖੋਲ, ਆਣ ਕੇ ਆਈ ਨਹੀਂ ਆ ਨਾ, ਦਰਵਾਜ਼ਾ ਨਹੀਂ ਵੜਦੇ, ਘਰ ਨਹੀਂ ਵੜਨਾ। ਜੇ ਸਪੋਜ਼ ਕਰੋ ਮੈਂ ਦੁਕਾਨ ਤੋਂ ਆ ਗਈ ਕਿਤੇ ਗਏ ਆ ਤੇ ਇਹਨਾਂ ਵੀ ਆਉਣਾ ਵਾ, ਪਹਿਲਾਂ ਦਰਵਾਜ਼ਾ ਘਰ ਦਾ ਤੁਸੀਂ ਖੋਲੋਗੇ। ਮੈਂ ਇਕੱਲੀ ਘਰ ਵੜ ਨਹੀਂ ਸਕਦੀ, ਮਤਲਬ ਮੈਨੂੰ ਬੱਚੇ ਦਿਸਣੇ ਚਾਹੀਦੇ, ਮੈਨੂੰ ਇਹ ਦਿਸਣੇ ਚਾਹੀਦੇ ਆ, ਮੈਂ ਘਰ ਨਹੀਂ ਵੜ ਸਕਦੀ। ਲੋਕ ਕਹਿੰਦੇ ਕਿ ਝੋਲੀ 'ਚ ਪਾ ਦੋ, ਇਹ ਕਰ ਦੋ। ਮੈਂ ਕਿਹਾ ਵੀ ਝੋਲੀ 'ਚ ਤੇ ਮੈਂ ਤਾਂ ਪਾਉਂਗੀ ਕਿ ਜੇ ਮੈਂ ਇਹਨਾਂ ਤੋਂ ਵੱਖ ਰਹੂੰਗੀ ਜਾਂ ਇਹਨਾਂ ਦੇ ਕਿਤੇ ਕੋਈ ਵਿਤਕਰਾ ਕਰੂੰਗੀ ਤੇ ਮੈਂ ਇਹਨਾਂ ਦੇ ਕੋਲ ਹੀ ਆ, ਇਹਨਾਂ ਕੋਲ ਹੀ ਰਹਿਣਾ ਇਹਨਾਂ ਨੇ ਸਦਾ ਹੀ। ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ। ਇੱਕ ਮੇਰੇ ਮਨ ਦੇ ਵਿੱਚ ਇਹ ਸੀਗੇ ਕਿ ਜੇ ਮੈਂ ਵਿਤਕਰਾ ਕਰੂੰਗੀ ਤੇ ਇਹ ਚੀਜ਼ਾਂ ਦੀ ਨੌਬਤ ਆਏਗੀ ਨਾ ਕਿ ਇਹ ਮੇਰਾ ਵਾ ਤੇ ਤੇਰਾ ਵਾ। ਅੱਜ ਤੱਕ ਮੈਂ ਇਹ ਚੀਜ਼ ਕਦੀ ਨਹੀਂ ਸੋਚੀ ਕਿ ਮੇਰੀ ਆ ਜਾਂ ਤੇਰੀ ਆ। ਮੈਂ ਨਹੀਂ, ਬੱਚਿਆਂ ਨੂੰ ਵੀ ਕਦੀ ਮਤਲਬ ਫੀਲ ਨਹੀਂ ਹੋਣ ਦਿੱਤਾ। ਕਦੀ ਜੇ ਕਿਸੇ ਵੇਲੇ ਕੋਈ ਬੱਚੇ ਦੀ ਕੋਈ ਗੱਲ ਵੀ ਹੋਵੇ, ਮੈਂ ਕਹਿੰਦੀ ਆਪਣੀ ਮੰਮਾ ਨੂੰ ਪੁੱਛ ਲਓ, ਹਾਂ ਮੰਮਾ ਨੂੰ ਪੁੱਛ ਲਓ, ਜੇ ਮੰਮਾ ਕਹਿਣਗੇ ਫੇਰ ਹੀ ਆਪਾਂ ਕਰ ਸਕਦੇ, ਇਦਾਂ ਨਹੀਂ ਤੇ ਨਹੀਂ। ਇਹਨੂੰ ਜ਼ਿਆਦਾ ਪਿਆਰ ਮਿਲਦਾ, ਇਹ ਪਿਆਰ ਖੁਦ ਵੀ ਬਹੁਤ ਲੈਂਦਾ। ਉਹ ਹੁਣ ਵੱਡਾ ਹੋ ਗਿਆ ਨਾ, ਨਹੀਂ ਉਹ ਥੋੜਾ ਪਿਆਰ ਉਹ ਵੀ ਬਹੁਤ ਲੈਂਦਾ, ਪਰ ਉਹ ਥੋੜਾ ਵੱਡਾ ਹੋ ਗਿਆ ਹੁਣ, ਆਪਣੇ ਆਪ ਨੂੰ ਜਵਾਨ ਸਮਝਦਾ ਕਿ ਮੈਂ ਮੰਮੀਆਂ ਨਾਲ ਸੌਣਾ ਹੀ ਨਹੀਂ ਆ। ਸਟੱਡੀ ਵੀ ਉਹਦੀ ਸਟੱਡੀ ਜ਼ਿਆਦੀ ਹੈ ਤੇ ਜਵਾਨ ਸਮਝਦਾ ਆਪਣੇ ਆਪ ਨੂੰ। ਤਾਂ ਮੈਂ ਕਹਿੰਦੀ ਆ ਵੀ ਨਹੀਂ, ਤੂੰ ਨਿਕਾ ਰਿਹਾ ਹੀ ਹੈ ਵੀ ਮੈਂ ਤਾਂ, ਤੁਹਾਡੇ ਵਿਆਹ ਵੀ ਹੋ ਗਏ ਤੇ ਤੁਹਾਨੂੰ ਤਾਂ ਵੀ ਮੇਰੇ ਨਾਲ ਸੌਣਾ ਪੈਣਾ, ਭਾਵੇਂ 10 ਮਿੰਟ ਹੀ ਸੌਵੋ। ਕੀ ਬਾਤ ਹੈ। ਹਾਂ, ਜਿੱਦਾਂ ਦਾ ਵਿਛੋੜਾ ਮੇਰਾ ਆ ਉਹੋ ਜਿਹਾ ਹੀ ਇਹਨਾਂ ਨੂੰ। ਜਿੱਦਾਂ ਦੀ ਕਮੀ ਮੈਨੂੰ ਮਹਿਸੂਸ ਹੋਈ ਉਦਾਂ ਦੀ ਇਹਨਾਂ ਨੂੰ ਵੀ ਹੋਈ। ਤੇ ਬਾਕੀ ਇਹ ਆ ਵੀ ਥੋੜਾ ਸਾਡੇ ਮਤਲਬ ਦੋਨਾਂ ਦੇ ਪੇਰੈਂਟਸ ਦਾ, ਪੇਕਿਆਂ ਦਾ ਜਿਹੜਾ ਇੰਟਰਫੇਰੈਂਸ ਉਹ ਨਹੀਂ ਹੈਗਾ, ਉਹ ਆਪਾਂ ਹੋਣ ਨਹੀਂ ਦਿੱਤਾ। ਇਹ ਜਦੋਂ ਜਿਸ ਦਿਨ ਇਹ ਆਏ ਸੀ, ਮੈਂ ਇਹਨਾਂ ਨੂੰ ਉਦੋਂ ਵੀ ਕਿਹਾ ਸੀ ਕਿ ਇਹ ਘਰ ਤੁਹਾਡਾ ਵੀ ਹੈ ਤੇ ਇਹ ਘਰ ਮੇਰਾ ਵੀ ਹੈ, ਇਹਨੂੰ ਰੱਖ ਲਓਗੇ ਤਾਂ ਵੀ ਤੁਹਾਡਾ ਤੇ ਵਿਜਾੜ ਦਿਓਗੇ ਤੇ ਤਾਂ ਵੀ ਤੁਹਾਡਾ। ਤੇ ਨਹੀਂ, ਇਹਨਾਂ ਨੇ ਕੋਈ ਮੈਨੂੰ ਮੌਕਾ ਨਹੀਂ ਦਿੱਤਾ ਕਦੀ ਕੋਈ ਨੁਕਸਾਨ ਕਰਨ ਦੀ। ਜੇ ਕਿਤੇ ਹੋ ਵੀ ਜਾਵੇ ਤੇ ਮਤਲਬ ਇਹਨਾਂ ਬੜੀ ਗੰਭੀਰਤਾ ਨਾਲ ਦੱਸਣਾ ਤੇ ਮੈਂ ਕਹਿਣਾ ਕੋਈ ਗੱਲ ਨਹੀਂ, ਹੋਰ ਆ ਜਾਊਗਾ। ਜਦ ਬੱਚੇ ਹੀ ਨੁਕਸਾਨ ਕਰ ਦੇਣ ਤੇ ਮੈਂ ਕਹਿੰਦੀ ਕੋਈ ਗੱਲ ਨਹੀਂ, ਸ਼ੁਕਰ ਹੈ ਨੁਕਸਾਨ ਕਰਨ ਵਾਲੇ ਹੋਏ ਆ। ਕੱਲਾਪਨ ਵੀ ਤੇ ਕੱਟ ਕੇ ਵੇਖਿਆ ਹੀ ਸੀ ਕਿੰਨਾ ਔਖਾ ਵਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਬਹੁਤ ਸੋਹਣੀ ਕਹਾਣੀ ਤੁਹਾਨੂੰ ਇੱਕ ਪਰਿਵਾਰ ਦੀ ਦਿਖਾਉਣ ਲੱਗਿਆ। ਭੈਣ ਹੋਰਾਂ ਦੇ ਵਿਆਹ ਹੋਣ ਤੋਂ ਬਾਅਦ 8 ਸਾਲ ਤੱਕ ਕੋਈ ਵੀ ਬੱਚਾ ਨਹੀਂ ਹੁੰਦਾ। ਹਰ ਘਰ ਦੇ ਵਿੱਚ ਔਲਾਦ ਦੀ ਉਡੀਕ ਹੁੰਦੀ ਹੈ ਕਿ ਸਾਡੇ ਹੁਣ ਵੀ ਔਲਾਦ ਹੋਊਗੀ, ਹੁਣ ਵੀ ਸਾਡੇ ਘਰ ਕੋਈ ਬੱਚਾ ਆਊਗਾ। ਪਰ ਭੈਣ ਹੋਰਾਂ ਦੇ 8 ਸਾਲ ਤੱਕ ਵਿਆਹ ਤੋਂ ਬਾਅਦ ਵੀ ਕੋਈ ਬੱਚਾ ਨਹੀਂ ਹੁੰਦਾ। ਤਾਂ ਫਿਰ ਇਹਨਾਂ ਦੇ ਭੈਣ ਹੋਰਾਂ ਦੇ ਸਹੁਰਾ ਸਾਹਿਬ ਇਹਨਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਕਿਉਂ ਨਾ ਆਪਾਂ ਜਾਣੀ ਤੁਹਾਡੇ ਘਰ ਵਾਲੇ ਦਾ ਦੂਸਰਾ ਵਿਆਹ ਕਰ ਲਈਏ, ਜਾਣੀ ਮੇਰੇ ਪੁੱਤ ਦਾ ਦੂਸਰਾ ਵਿਆਹ ਕਰ ਲਈਏ। ਤਾਂ ਭੈਣ ਹੋਰੀ ਉਹਨਾਂ ਦਾ ਭਾਣਾ ਸਿਰ ਮੱਥੇ ਮੰਨ ਕੇ ਤੇ ਭੈਣ ਹੋਰੀ ਆਪਣੇ ਸਹੁਰਾ ਸਾਹਿਬ ਨੂੰ ਆਪਣੇ ਫਾਦਰ ਸਾਹਿਬ ਸਮਝਦੇ ਹੁੰਦੇ ਆ ਤੇ ਇਹ ਸਮਝਦੇ ਹੁੰਦੇ ਆ ਕਿ ਮੈਂ ਆਪਣੇ ਸਹੁਰਾ ਸਾਹਿਬ ਦੀ ਨੂੰਹ ਨਹੀਂ, ਮੈਂ ਉਹਨਾਂ ਦਾ ਪੁੱਤ ਹਾਂ। ਤੇ ਭੈਣ ਹੋਰੀ ਇਹ ਅੱਗੋਂ ਸਹੁਰਾ ਸਾਹਿਬ ਨੂੰ ਜਵਾਬ ਦਿੰਦੇ ਆ ਕਿ ਮੈਂ ਤਾਂ ਤੁਹਾਡਾ ਪੁੱਤ ਹਾਂ, ਤੁਸੀਂ ਤਾਂ ਮੈਨੂੰ ਸਿਰਫ ਹੁਕਮ ਕਰੋ। ਤੇ ਭੈਣ ਹੋਰੀ ਸਿਰ ਮੱਥੇ ਮੰਨ ਕੇ ਆਪਣੇ ਸਹੁਰਾ ਸਾਹਿਬ ਦਾ ਕਹਿਣਾ ਤੇ ਆਪਣੇ ਪਤੀ ਦਾ ਦੂਸਰੇ ਵਿਆਹ ਲਈ ਰਾਜੀ ਹੋ ਜਾਂਦੇ। ਤੇ ਫਿਰ ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਦਾ ਦੂਸਰਾ ਵਿਆਹ ਹੁੰਦਾ। ਤਾਂ ਫਿਰ ਦੂਸਰੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ 2 ਬੇਟੇ ਪੈਦਾ ਹੁੰਦੇ ਆ। ਤਾਂ ਫਿਰ ਇਹ ਖੁਸ਼ੀਆਂ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕਦੀਆਂ
ਤਾਂ ਫਿਰ ਵੀਰੇ ਹੋਰਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ। ਤੇ ਫਿਰ ਉਹ ਦੋਨੇ ਬਾਈ ਹੋਰਾਂ ਦੀਆਂ ਘਰ ਵਾਲੀਆਂ ਅੱਜ ਉਹੀ ਪਰਿਵਾਰ ਦੇ ਵਿੱਚ ਰਹਿੰਦੀਆਂ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਸਾਡੀ ਅਸਲ ਮਾਂ ਕੌਣ ਆ, ਕਿਉਂਕਿ ਦੋਨੇ ਭੈਣਾਂ ਦੇ ਵਿੱਚ ਆਪਸ ਦੇ ਵਿੱਚ ਇੰਨਾ ਪਿਆਰ ਆ। ਖਾਸ ਗੱਲ ਇਹ ਵੀ ਆ ਕਿ ਉਹ ਦੋਨੇ ਭਾਵੇਂ ਸਕੀਆਂ ਭੈਣਾਂ ਨਹੀਂ, ਪਰ ਉਹ ਸਕੀਆਂ ਭੈਣਾਂ ਵਾਂਗ ਰਹਿੰਦੀਆਂ ਨੇ। ਕਿਵੇਂ ਦੋ ਘਰ ਵਾਲੀਆਂ ਇੱਕ ਘਰ ਦੇ ਵਿੱਚ ਰਹਿੰਦੀਆਂ ਨੇ ਤੇ ਕਿੰਨਾ ਕੁ ਮੋਹ ਪ੍ਰੇਮ ਇਹਨਾਂ ਦੋਨੇ ਭੈਣਾਂ ਦਾ ਆਪਸ ਦੇ ਵਿੱਚ ਹੈ, ਇਹ ਅੱਜ ਇੱਕ ਕਹਾਣੀ ਦਿਖਾਵਾਂਗੇ ਕਿ ਜਿੱਥੇ ਖੂਨ ਦੇ ਰਿਸ਼ਤੇ ਇੰਨੇ ਫਿੱਕੇ ਹੋਏ ਆ ਤੇ ਪਰ ਭੈਣ ਹੋਰਾਂ ਨੇ ਇੱਕ ਸਮਾਜ ਨੂੰ ਇਹ ਸੇਧ ਦਿੱਤੀ ਹੈ ਕਿ ਰਿਸ਼ਤੇ ਜੇ ਨਿਭਾਉਣੇ ਹੋਣ ਤਾਂ ਕਿਵੇਂ ਨਿਭਾਏ ਜਾ ਸਕਦੇ ਆ, ਕਿਵੇਂ ਕਿਸੇ ਬੇਗਾਨੇ ਨੂੰ ਆਪਣਾ ਬਣਾਇਆ ਜਾ ਸਕਦਾ। ਇਹ ਅੱਜ ਇੱਕ ਮਿਸਾਲ ਤੁਹਾਨੂੰ ਦਿਖਾਵਾਂਗੇ। ਮੇਰੇ ਨਾਲ ਭੈਣ ਕੁਲਵਿੰਦਰ ਚੀਮਾ ਹੋਰੀ ਤੇ ਭੈਣ ਬਲਜੀਤ ਹੋਰੀ ਮੌਜੂਦ ਨੇ। ਗੱਲਬਾਤ ਇਹਨਾਂ ਦੇ ਪਰਿਵਾਰ ਨਾਲ ਕਰਾਂਗੇ, ਕੀ ਪਿੱਛੇ ਦੀ ਸਾਰੀ ਕਹਾਣੀ ਰਹਿੰਦੀ ਹੈ, ਇਹ ਅੱਜ ਕਹਾਣੀ ਤੁਹਾਨੂੰ ਦਿਖਾਵਾਂਗੇ। ਮੇਰੇ ਨਾਲ ਪਰਿਵਾਰ ਮੌਜੂਦ ਆ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ ਘੈਂਟ ਪੰਜਾਬੀ ਦੇ ਤੁਹਾਡਾ ਦੋਨਾਂ ਦਾ। ਭੈਣ ਹੋਰ ਠੀਕ ਹੋ ਤੁਸੀਂ? ਹਾਂਜੀ। ਅੱਛਾ, ਹੋਰ ਭੈਣੇ ਸਿਹਤਾਂ ਕਿਵੇਂ ਨੇ ਤੁਹਾਡੀਆਂ? ਠੀਕ ਹੋ? ਹਾਂਜੀ ਠੀਕ ਹੈ। ਤੁਹਾਡਾ ਪਰਿਵਾਰ ਬਹੁਤ ਸੋਹਣਾ ਹੈ ਨਾ, ਹਰਿਆ ਭਰਿਆ ਪਰਿਵਾਰ ਅੱਜ। ਤੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਦੋਨਾਂ ਦੀ? ਸ਼ੁਕਰ ਆ ਮਾਲਕ ਦਾ, ਵਧੀਆ ਚੱਲੀ ਜਾਂਦੀ? ਵਧੀਆ। ਅੱਛਾ ਭੈਣੇ, ਕੀ ਸਾਰੀ ਕਹਾਣੀ ਰਹਿੰਦੀ ਆ? ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਭੈਣੇ, ਤੁਹਾਡੇ 'ਚ ਬਾਅਦ 'ਚ ਆਉਂਦੇ ਹੈ ਨਾ, ਕਿ ਤੁਸੀਂ ਬਹੁਤ ਉਤਰਾਅ ਚੜਾਅ ਦੇਖੇ ਹੈ ਨਾ ਆਪਣੀ ਜ਼ਿੰਦਗੀ ਦੇ। ਇਹ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੁੰਦੀ ਆ? ਕਿਵੇਂ ਇਹ ਫੈਸਲਾ ਲਿਆ ਜਾਂਦਾ ਕਿ ਸਰਦਾਰ ਸਾਹਿਬ ਤੁਸੀਂ ਦੂਸਰਾ ਵਿਆਹ ਕਰਾ ਲਓ, ਕੋਈ ਦਿੱਕਤ ਨਹੀਂ ਹੈਗੀ ਹੈ ਨਾ? ਇਹ ਕੀ ਸਾਰੀ ਕਹਾਣੀ ਹੁੰਦੀ ਆ? ਪਹਿਲਾਂ ਆਪਣੇ ਬਚਪਨ ਤੋਂ ਸ਼ੁਰੂ ਕਰਿਓ ਪਰਿਵਾਰ ਤੋਂ। ਮੈਂ ਕੁਲਵਿੰਦਰ ਕੌਰ ਚੀਮਾ, ਵਾਈਫ ਆਫ ਸਰਦਾਰ ਜਸਵਿੰਦਰ ਸਿੰਘ ਰਾਜੂ। ਮੇਰਾ ਪੇਕਾ ਪਰਿਵਾਰ ਕਪੂਰਥਲੇ ਡਿਸਟ੍ਰਿਕਟ ਵਿੱਚ ਛੋਟਾ ਜਿਹਾ ਪਿੰਡ ਦਬੂਲੀਆਂ। ਮੈਂ ਇੱਕ ਕਿਸਾਨ ਪਰਿਵਾਰ ਦੀ ਬੇਟੀ। ਮੇਰੇ ਫਾਦਰ ਸਾਹਿਬ ਵਾਈ ਕਰਦੇ ਸੀ। ਅਸੀਂ 3 ਭੈਣਾਂ ਤੇ 2 ਬ੍ਰਦਰ, ਇੱਕ ਮੇਰੇ ਮੰਮੀ ਡੈਡੀ। ਉਸ ਸਮੇਂ ਸਾਡਾ ਛੋਟਾ ਜਿਹਾ ਪਿੰਡ ਸੀ ਤੇ ਪਿੰਡ ਦੇ ਵਿੱਚ ਕੋਈ ਲੜਕੀ ਨੂੰ ਪੜ੍ਹਾਉਂਦਾ ਨਹੀਂ ਸੀ, ਪਰ ਸਾਡੇ ਪੇਰੈਂਟਸ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਸਾਨੂੰ 3 ਭੈਣਾਂ ਨੂੰ ਪੜ੍ਹਾਇਆ ਔਰ ਦੂਸਰੇ ਪਿੰਡ ਜਾ ਕੇ ਪੜ੍ਹਨ ਦੀ ਇਜਾਜ਼ਤ ਦਿੱਤੀ। ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਅਸੀਂ ਉੱਥੇ 3 ਭੈਣਾਂ ਪੜ੍ਹੀਆਂ। ਇੱਕ ਮੇਰੇ ਸਿਸਟਰ ਤਾਂ ਬਹੁਤ ਜ਼ਿਆਦਾ ਪੜ੍ਹੇ, ਜਿਹੜੇ ਸੈਂਟਰ ਵਾਲੇ ਆ ਉਹਨਾਂ ਕੋਲ ਬਹੁਤ ਡਿਗਰੀਆਂ ਡਿਪਲੋਮੇ, ਉਹ ਬਹੁਤ ਜ਼ਿਆਦਾ ਪੜ੍ਹੇ। ਉਹ ਪੜ੍ਹਨ ਦੇ ਵਿੱਚ ਬੜਾ ਉਹਨਾਂ ਦੀ ਰੁਚੀ ਸੀ ਤੇ ਮੇਰੀ ਥੋੜ੍ਹੀ ਜਿਹੀ ਨੇਚਰ ਸੀ, ਮੈਂ ਆਪਣੇ ਫਾਦਰ ਸਾਹਿਬ ਨਾਲ ਵਾਈ ਦਾ ਕੰਮ ਕਰਾਉਂਦੀ ਸੀ ਤੇ ਬ੍ਰਦਰ ਛੋਟੇ ਹੋਣ ਕਰਕੇ ਮੈਂ ਆਪਣੇ ਫਾਦਰ ਸਾਹਿਬ ਨਾਲ ਵਾਈ ਦਾ ਸਾਰਾ ਹੀ ਕੰਮ ਦੇਖਦੀ ਸੀ ਵੀ ਫੁੱਲ ਬਟਾ ਫੁੱਲ, ਜਿੱਦਾਂ ਇੱਕ ਬੇਟਾ ਕਰਦਾ। ਮੈਂ ਆਪਣੇ ਮਾਪਿਓ ਦੇ ਘਰ ਵੀ ਇੱਕ ਬੇਟੇ ਦੀ ਤਰ੍ਹਾਂ ਰਹੀ। ਮੈਂ ਹਰ ਉਹਨਾਂ ਦੇ ਦੁੱਖ ਸੁੱਖ ਦੀ ਭਾਈਵਾਲ ਬਣੀ, ਸਟਰਗਲ ਕੀਤੀ ਉਹਨਾਂ ਦੇ ਨਾਲ। ਜਿੱਦਾਂ ਦਾ ਵੀ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ, ਈਵਨ ਕਿ ਖਾਦ ਖਿਲਾਰਨੀ, ਪੱਠੇ ਵੱਢਣੇ, ਮਤਲਬ ਸਭ ਕੁਛ, ਧਾਰਾਂ ਕੱਢਣੀਆਂ, ਸਾਰੇ ਕੰਮ ਜਿਵੇਂ ਕਿ ਇੱਕ ਵੱਡਾ ਬੇਟਾ ਕਰਦਾ। ਪਰ ਮੈਂ ਤੀਸਰੇ ਨੰਬਰ 'ਤੇ ਹੋਣ ਦੇ ਬਾਵਜੂਦ ਵੀ ਮੇਰੀ ਇਹ ਸੀਗਾ ਕਿ ਮੇਰੇ ਫਾਦਰ ਸਾਹਿਬ ਇਕੱਲੇ ਕੰਮ ਕਰਦੇ ਆ। ਹਾਂਜੀ ਭਾਜੀ, ਮਤਲਬ ਕਿ ਮੈਂ ਆਪਣੇ ਪੇਰੈਂਟਸ ਨਾਲ ਸਾਰਾ ਮਤਲਬ ਵਾਈ ਜੋਤੀ ਦਾ ਕੰਮ ਉਹ ਕੀਤਾ ਤੇ 2 ਮੇਰੇ ਬ੍ਰਦਰ। ਫਿਰ ਮੇਰੀ ਮਤਲਬ ਸਾਡੀ ਵੱਡੀਆਂ ਭੈਣਾਂ ਦੀ ਮੈਰਿਜ ਹੋ ਗਈ। ਮੇਰੀ ਮੈਰਿਜ 96 ਸਾਲ 'ਚ ਹੋ ਗਈ। ਮੈਂ ਆਪਣੇ ਸਹੁਰੇ ਘਰ ਆ ਗਈ, ਭੈਣਾਂ ਆਪਣੇ ਸਹੁਰੇ ਘਰ ਚਲੇ ਗਈਆਂ। ਫਿਰ ਮੇਰੀ ਮੈਰਿਜ ਨੂੰ ਥੋੜ੍ਹਾ ਜਿਹੇ ਮਹੀਨੇ ਹੋਏ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ। ਮੇਰਾ ਵੱਡਾ ਬ੍ਰਦਰ ਸੀ 21 ਸਾਲ ਦਾ ਤੇ ਇੱਕਦਮ ਉਹਨੂੰ ਅਟੈਕ ਹੋਇਆ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ। ਤੇ ਮੈਰਿਜ ਨੂੰ ਥੋੜ੍ਹਾ ਚਿਰ ਹੀ ਹੋਇਆ ਸੀ, ਮੈਂ ਫਿਰ ਬੜੀ ਡਿਸਟਰਬ ਹੋਈ। ਉਸ ਟਾਈਮ ਮੇਰੇ ਸਰਦਾਰ ਜੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਉਸ ਦੁੱਖ ਦੇ ਵਿੱਚ ਮੈਨੂੰ ਡੇਲੀ ਲੈ ਕੇ ਜਾਣਾ, ਸ਼ਾਮਾਂ ਨੂੰ ਘਰ ਲੈ ਆਉਣਾ, ਫਿਰ ਲੈ ਕੇ ਜਾਣਾ। ਇਸੇ ਤਰ੍ਹਾਂ ਹੀ ਕੋਈ 10-15 ਦਿਨ ਚੱਲਦਾ ਰਿਹਾ। ਉਹ ਮਤਲਬ ਉਹਨਾਂ ਦੀਆਂ ਪੂਰੀਆਂ ਰਸਮਾਂ ਕਰਕੇ ਫਿਰ ਅਸੀਂ ਘਰ ਆ ਗਏ। ਫਿਰ ਇਸ 96 'ਚ ਸਾਡੀ ਮੈਰਿਜ ਹੁੰਦੀ ਹੈ। ਮੈਰਿਜ ਤੋਂ ਜਲਦੀ ਬਾਹਰ ਇੱਦਾਂ ਬ੍ਰਦਰ ਦਾ ਹੋ ਜਾਂਦਾ। ਫਿਰ ਅਸੀਂ ਆਪਣੇ ਘਰ, ਮੈਂ ਇੱਕ ਇੱਥੇ ਪ੍ਰਾਈਵੇਟ ਕੰਪਨੀ ਉੱਥੇ ਜੋਬ ਕਰਦੀ ਸੀ। ਇੱਥੇ ਸ਼ੂਜ਼ ਫੈਕਟਰੀ ਸੀ, ਬਾਵਾ ਸ਼ੂਜ਼। ਮੇਰੇ ਸਰਦਾਰ ਜੀ ਵੀ ਉੱਥੇ ਹੀ ਜੋਬ ਕਰਦੇ ਸੀਗੇ, ਮੇਰੇ ਹੀ ਡਿਪਾਰਟਮੈਂਟ ਵਿੱਚ ਕਰਦੇ ਸੀ। ਮੈਂ ਉਹਨਾਂ ਦੀ ਸੀਨੀਅਰ ਸੀ, ਉਹ ਮੇਰੇ ਜੂਨੀਅਰ ਸੀਗੇ। ਫਿਰ ਇਸ ਤਰ੍ਹਾਂ ਹੀ ਸਾਡੀ ਮਤਲਬ ਕਿ ਸਾਡੇ ਫਾਦਰ ਸਾਹਿਬ, ਮੇਰੇ ਸਹੁਰਾ ਸਾਹਿਬ, ਉਹ ਸਿਕਿਉਰਿਟੀ 'ਚ ਸੀਗੇ, ਸਿਕਿਉਰਿਟੀ ਗਾਰਡ ਸੀਗੇ ਉੱਥੇ। ਅਤੇ ਇਸ ਤਰ੍ਹਾਂ ਉਹ ਵੀ ਮੈਨੂੰ ਆਉਂਦੀ ਜਾਂਦੀ ਨੂੰ ਬੁਲਾਉਂਦੇ ਸੀ ਅਤੇ ਬਹੁਤ ਪਿਆਰ ਕਰਦੇ ਸੀ ਮੈਨੂੰ। ਮੈਂ ਵੀ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਸੀ। ਫਿਰ ਇੱਦਾਂ ਹੁਣ ਮੇਰੇ ਫਾਦਰ ਸਾਹਿਬ ਹੋਣਾ, ਮੇਰੇ ਸਹੁਰਾ ਸਾਹਿਬ ਹੋਣਾ ਮੇਰੇ ਰਿਸ਼ਤੇ ਦੀ ਗੱਲ ਚਲਾਈ ਕਿ ਬੇਟਾ ਮਤਲਬ ਤੇਰਾ ਰਿਸ਼ਤਾ ਮਤਲਬ ਤੇਰੇ ਫਾਦਰ ਸਾਹਿਬ ਕੋ ਮੰਗ ਲਈਏ। ਮੈਂ ਕਿਹਾ ਚਲੋ ਡੈਡੀ ਜੀ ਤੁਸੀਂ ਗੱਲ ਕਰਕੇ ਵੇਖ ਲਓ। ਕਹਿੰਦੇ ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼ ਵੀ ਤੁਹਾਨੂੰ ਮੁੰਡਾ ਪਸੰਦ ਆ? ਮੈਂ ਕਿਹਾ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ ਆ। ਫਿਰ ਇਹਨਾਂ ਨੂੰ ਵੀ ਮਤਲਬ ਅਸੀਂ ਉੱਥੇ ਇਕੱਠੇ ਰਹਿੰਦੇ ਸੀ, ਇੱਕ ਦੂਜੇ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸੀ। ਮਤਲਬ ਇੱਕ ਇਹਨਾਂ ਦੇ ਨਾਲ ਮਤਲਬ ਜਿੱਦਾਂ ਕਹਿ ਲਓ ਬੜਾ ਮੋਹ ਜਿਹਾ ਵੀ ਹੋ ਗਿਆ ਕਿ ਸਦਾ ਇਕੱਠੇ ਰਹਿਣ ਦੇ ਨਾਲ ਇੱਕ ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਬਿਲਕੁਲ ਲਾਗੇ ਲਾਗੇ ਕਰਦੇ ਸੀ। ਬਹੁਤ ਨਾਈਸ ਪਰਸਨ ਸੀਗੇ, ਮਤਲਬ ਬੜੇ ਸਮਝਦਾਰ ਸੀਗੇ। ਉਮਰ ਭਾਵੇਂ ਘੱਟ ਸੀ ਪਰ ਸਮਝਦਾਰ ਲੋੜ ਤੋਂ ਜ਼ਿਆਦਾ ਸੀ। ਇੱਦਾਂ ਥੋੜ੍ਹਾ ਫਿਰ ਸਾਡੀ ਮੈਰਿਜ ਦੀ ਗੱਲ ਚੱਲੀ, ਫਿਰ ਰਿਸ਼ਤੇ ਦੀ ਗੱਲ ਹੋਣ ਲੱਗੀ ਅਤੇ ਮੇਰੇ ਪੇਰੈਂਟਸ ਮੰਨੇ ਨਹੀਂ।
ਵੀ ਅਸੀਂ ਨਹੀਂ ਕਰਨਾ। ਫਿਰ ਇਦਾਂ ਮਤਲਬ ਵਿੱਚ ਕੁਛ ਚਿਰ ਗੈਪ ਪੈ ਗਿਆ ਰਿਸ਼ਤੇ ਦਾ। ਫਿਰ ਇਦਾਂ ਭੈਣ ਭਰਾ ਕੋਈ ਵਿੱਚ ਪੈ, ਫਿਰ ਇਦਾਂ ਰਿਸ਼ਤੇ ਦੀ ਜੈਸ ਹੋ ਗਈ। ਫਿਰ ਸਾਡੀ ਅੰਗੇਜਮੈਂਟ ਹੋ ਗਈ, ਫਿਰ ਸਾਡੀ ਮੈਰਿਜ ਹੋ ਗਈ। 96 ਵਿੱਚ ਸਾਡੀ ਮੈਰਿਜ ਹੋ ਗਈ। ਮੈਰਿਜ ਮੇਰੇ ਸਹੁਰਾ ਪਰਿਵਾਰ ਨੇ ਬਹੁਤ ਧੂਮਧਾਮ ਨਾਲ ਕੀਤੀ, ਬਹੁਤ ਵਧੀਆ, ਮਤਲਬ ਬੜੀ ਖੁਸ਼ਹਾਲ ਜ਼ਿੰਦਗੀ। ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਦੁਨੀਆ ਦੀ ਹਰ ਖੁਸ਼ੀ ਮੇਰੇ ਕੋਲ ਹੀ ਹੈ। ਜੀਵਨ ਸਾਥੀ ਵੀ ਬਹੁਤ ਵਧੀਆ, ਔਰ ਆਪਣੀ ਪਸੰਦ ਦਾ ਉਹਨਾਂ ਦੀ ਸੋਚ ਵੀ ਮਿਲਦੀ ਸੀ ਮੇਰੇ ਨਾਲ, ਹਰ ਪੱਖੋਂ ਬਹੁਤ ਵਧੀਆ। ਇਸ ਤਰ੍ਹਾਂ ਸਾਡੀ ਜਿਹੜੀ ਇੱਕ ਗ੍ਰਸਤੀ ਜੀਵਨ ਸਾਡਾ ਚਾਲੂ ਹੋ ਗਿਆ। ਮੇਰੀ ਮੈਰਿਜ ਤੋਂ ਬਾਅਦ ਨਵੰਬਰ 'ਚ ਮੇਰੀ ਮੈਰਿਜ ਹੁੰਦੀ ਅਤੇ ਜੁਲਾਈ ਵਿੱਚ ਮੇਰੇ ਬ੍ਰਦਰ ਦੀ ਡੈਥ ਹੋ ਜਾਂਦੀ ਅਚਾਨਕ ਹੀ। ਉਹ 21 ਸਾਲ ਦਾ ਸੀ, ਮੇਰੇ ਨਾਲੋਂ ਕਾਫੀ ਛੋਟਾ ਸੀਗਾ। ਇੱਕਦਮ ਅਚਾਨਕ ਹੀ ਉਹਨੂੰ ਅਟੈਕ ਆ ਜਾਂਦਾ ਅਤੇ ਬ੍ਰਦਰ ਦੀ ਡੈਥ ਹੋ ਜਾਂਦੀ ਹੈ। ਫਿਰ ਉਸ ਟਾਈਮ ਸਰਦਾਰ ਜੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨਾਂ ਨੇ ਮੈਨੂੰ ਬਹੁਤ ਸੰਭਲਿਆ। ਮੈਂ ਬੜੀ ਪਰੇਸ਼ਾਨ ਹੋ ਗਈ, ਬਹੁਤ ਡਿਸਟਰਬ ਹੋ ਗਈ। ਉਹ ਮਤਲਬ 10-15 ਦਿਨ ਇੱਦਾਂ ਹੀ ਸਵੇਰੇ ਮੈਨੂੰ ਲੈ ਜਾਂਦੇ ਸੀ, ਸ਼ਾਮੀ ਘਰ ਲੈ ਆਉਂਦੇ ਸੀ। ਅਤੇ ਮਤਲਬ ਮੇਰੇ ਦੁੱਖ ਦੇ ਵਿੱਚ ਉਹਨਾਂ ਨੇ ਇੰਨਾ ਕੁ ਜ਼ਿਆਦਾ ਸਾਥ ਦਿੱਤਾ ਕਿ ਮਤਲਬ ਡੈਡੀ ਜੀ ਨੇ ਵੀ ਬਹੁਤ ਦਿੱਤਾ। ਡੈਡੀ ਵੀ, ਮੈਂ ਜਦੋਂ ਇੱਦਾਂ ਰੋਂਦੀ ਨੇ ਸੌਂ ਜਾਣਾ ਅਤੇ ਉਹਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਅਤੇ ਬਹੁਤ ਪਿਆਰ ਕਰਨਾ ਕਿ ਨਹੀਂ ਬੇਟਾ, ਜੋ ਵਾਹਿਗੁਰੂ ਦਾ ਭਾਣਾ ਇਹਨੂੰ ਮੰਨਣਾ ਹੀ ਪੈਣਾ। ਫਿਰ ਇਸ ਤਰ੍ਹਾਂ ਹੀ ਹੌਲੀ ਹੌਲੀ ਸਾਡੀ ਜ਼ਿੰਦਗੀ ਜਿਹੜੀ ਉੱਦਾਂ ਹੀ ਅਸੀਂ ਆਪਣੀ ਆਪਣੀ ਜੋਬ 'ਤੇ ਜਾਣਾ ਸ਼ੁਰੂ ਕਰ ਦਿੱਤਾ। ਘਰ ਵਿੱਚ ਮੇਰੇ ਸੱਸੂ ਮਾਂ ਵੀ ਬੜੇ ਨਾਈਸ ਸੀ, ਹਮੇਸ਼ਾ ਖਾਣਾ ਉਹ ਸਾਨੂੰ ਆਪ ਬਣਾ ਕੇ ਦਿੰਦੇ ਸੀ। ਉਸ ਟਾਈਮ ਮੇਰੇ ਵੱਡੇ ਜੇਠ ਸਾਹਿਬ ਦੀ ਮੈਰਿਜ ਹੋਈ ਸੀਗੀ ਅਤੇ ਇੱਕ ਜੇਠ ਸਾਹਿਬ ਦੀ ਮੈਰਿਜ ਹੋਣ ਵਾਲੀ ਸੀ, ਉਹਨਾਂ ਨਾਲੋਂ ਸਾਡਾ ਪਹਿਲਾਂ ਵਿਆਹ ਹੋ ਗਿਆ। ਜਠਾਣੀ ਮੇਰੇ ਵੱਡੇ ਭੈਣ ਜੀ, ਉਹ ਵੀ ਬੜੇ ਵਧੀਆ, ਉਹਨਾਂ ਵੀ ਇੱਦਾਂ ਟਿਫਨ ਟੁਫਨ ਸਾਡੇ ਪੈਕ ਕਰਕੇ ਦੇਣੇ, ਮਤਲਬ ਬੜੇ ਵਧੀਆ ਤਰੀਕੇ ਨਾਲ ਉਹ ਜ਼ਿੰਦਗੀ ਮੇਰੀ ਚਾਲੂ ਹੋ ਗਈ। ਅਤੇ ਬਹੁਤ ਪਿਆਰ ਮਿਲਿਆ ਇਸ ਪਰਿਵਾਰ ਤੋਂ, ਸਤਿਕਾਰ ਬਹੁਤ ਮਿਲਿਆ, ਕੋਈ ਮੁਸ਼ਕਿਲ ਨਹੀਂ ਆਈ। ਅਤੇ ਬਸ ਇੱਦਾਂ ਹੀ ਥੋੜ੍ਹਾ ਟਾਈਮ ਲੰਘਦਾ ਗਿਆ, ਇਸ ਤਰ੍ਹਾਂ ਹੀ ਲੰਘਦਾ ਗਿਆ। ਫਿਰ ਮੈਰਿਜ ਤੋਂ 4 ਕੁ ਸਾਲ ਬਾਅਦ ਮਤਲਬ ਕਿ ਫਿਰ ਇਹ ਗੱਲ ਹੋਣੀ ਸ਼ੁਰੂ ਹੋ ਗਈ ਕਿ ਬੱਚਾ ਨਹੀਂ ਹੋ ਰਿਹਾ, ਬੱਚਾ ਚਾਹੀਦਾ ਪਰਿਵਾਰ ਦੇ ਵਿੱਚ। ਆਪ ਵੀ ਸਾਨੂੰ ਮਹਿਸੂਸ ਹੋਵੇ ਕਿ ਸਾਡੇ ਬੇਬੀ ਹੋਣਾ ਚਾਹੀਦਾ ਵਾ। ਫਿਰ ਇੱਦਾਂ ਡਾਕਟਰਾਂ ਕੋਲ ਜਾਣਾ, ਹੌਸਪੀਟਲਾਂ 'ਚ ਜਾਣਾ, ਉਹਨਾਂ ਨੇ ਇੱਦਾਂ ਹੀ ਟਰੀਟਮੈਂਟ ਕਰਨੀ। ਪੂਰੀ ਟਰੀਟਮੈਂਟ ਕਰਨ ਤੋਂ ਬਾਅਦ ਕਹਿਣਾ ਹੁਣ ਕੋਈ ਪ੍ਰੋਬਲਮ ਤਾਂ ਹੈ ਨਹੀਂ ਆ, ਤੁਸੀਂ ਵੇਟ ਕਰੋ, ਕੁਦਰਤ 'ਤੇ ਛੱਡ ਦਿਓ, ਕੁਦਰਤ ਦੇਵੇਗੀ। ਇਸ ਤਰ੍ਹਾਂ ਸਰਦਾਰ ਜੀ ਨੇ ਉਸ ਟਾਈਮ ਬਹੁਤ ਪੈਸਾ ਲਾਇਆ, ਕੋਈ 3 ਲੱਖ ਰੁਪਈਆ ਉਹਨਾਂ ਦਿਨਾਂ ਦੇ ਵਿੱਚ। ਹੁਣ ਮੇਰੀ ਮੈਰਿਜ ਨੂੰ 26 ਸਾਲ ਹੋ ਗਏ, ਤਕਰੀਬਨ 26-27 ਸਾਲ ਹੋ ਗਏ ਆ। ਉਹਨਾਂ ਨੇ ਬਹੁਤ ਪੈਸਾ ਲਾਇਆ, ਬਹੁਤ ਪੈਸਾ ਲਾਇਆ, ਟਰੀਟਮੈਂਟ ਵੀ ਕਰਾਈ। ਫਿਰ ਇੱਦਾਂ ਉਹ ਜ਼ਿਆਦਾ ਇਲਾਜ ਕਰਾਉਣ ਨਾਲ ਮੈਂ ਫਿਜ਼ੀਕਲੀ ਜਿਹੜੀ ਉਹ ਮੈਨੂੰ ਪ੍ਰੋਬਲਮ ਮੇਰੀਆਂ ਵੱਧ ਗਈਆਂ। ਮੇਰਾ ਸਰੀਰ ਜਿਹੜਾ ਵਾ ਉਹ ਮਤਲਬ ਮੈਨੂੰ ਤੰਗ ਕਰਨ ਲੱਗ ਗਿਆ, ਮੇਰੇ ਕੋਲ ਕੰਮ ਨਾ ਹੋਣਾ, ਮੈਂ ਪਰੇਸ਼ਾਨ ਹੋਣਾ। ਮੈਂ ਵੀ ਫਿਰ ਇੱਦਾਂ ਡਿਊਟੀ ਛੱਡ ਦਿੱਤੀ। ਫਿਰ ਸਰਦਾਰ ਜੀ ਹੁਣਾਂ ਨੇ ਇੱਕ ਦੁਕਾਨ ਹੋਰ ਬਣਾ ਲਈ ਗੁਰਦੁਆਰਾ ਸਾਹਿਬ ਦੇ ਅੱਗੇ, ਉਹ ਆਪਣੀ ਦੁਕਾਨ ਕਰਨ ਲੱਗ ਗਏ, ਮੈਂ ਇੱਦਾਂ ਘਰ ਰਹਿਣ ਲੱਗ ਗਈ। ਅੱਛਾ ਭੈਣੇ, ਵਿਆਹ ਤੋਂ 2-4 ਸਾਲ ਗੁਜ਼ਰ ਜਾਣੇ ਹਨਾ, ਜਿਵੇਂ ਤੁਸੀਂ ਦੱਸਦੇ ਸੀ ਕਿ ਆਲੇ ਦੁਆਲੇ 'ਚ ਖਾਸ ਕਰਕੇ ਪਰਿਵਾਰ 'ਚ ਵੀ ਇਹ ਗੱਲਾਂ ਹੋਣ ਲੱਗ ਜਾਂਦੀਆਂ ਨੇ ਕਿ ਪੋਤੇ ਪੋਤੀ ਦਾ ਮੂੰਹ ਦੇਖਣਾ ਹਨਾ, ਕਿ ਕੋਈ ਬੱਚਾ ਤਾਂ ਹੋਣਾ ਚਾਹੀਦਾ। ਫਿਰ ਉਹ ਦੌਰ ਦੇ ਵਿੱਚ ਕੋਈ ਤਾਨੇ ਮਿਹਣੇ ਵੀ ਮਿਲੇ ਹਨਾ ਕਿ ਇਹਨਾਂ ਦੇ ਬੱਚਾ ਨਹੀਂ ਹੈਗਾ, ਕਿਤੇ ਆਂਢ ਗੁਆਂਢ ਤੋਂ ਆਲੇ ਦੁਆਲੇ ਤੋਂ ਮਿਲੇ ਹੋਣ? ਸਹੁਰੇ ਪਰਿਵਾਰ ਤੋਂ ਬਿਲਕੁਲ ਇਹ ਗੱਲ ਹੋਈ ਨਹੀਂ ਆ। ਸਹੁਰਾ ਫੈਮਿਲੀ 'ਚੋਂ ਕਦੇ ਵੀ ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਇਹਦੇ ਬੱਚਾ ਨਹੀਂ ਹੋਇਆ ਜਾਂ ਹੋ ਨਹੀਂ ਰਿਹਾ, ਇਹਨੂੰ ਅਸੀਂ ਰੱਖਣਾ ਨਹੀਂ ਆ। ਮਤਲਬ ਇੱਦਾਂ ਦੀ ਕਦੀ ਕੋਈ ਗੱਲ ਸੋਚੀ ਤੱਕ ਵੀ ਨਹੀਂ ਸੀ। ਕੋਈ ਗੱਲ ਨਹੀਂ, ਵਾਹਿਗੁਰੂ ਦੇਵੇਗਾ। ਮੰਮੀ ਡੈਡੀ ਇੱਦਾਂ ਹੀ ਕਹਿੰਦੇ ਹੁੰਦੇ ਸੀ, ਮੇਰੇ ਮੰਮੀ ਡੈਡੀ ਵੀ ਇੱਦਾਂ ਹੀ ਕਹਿੰਦੇ ਸੀ ਕਿ ਜ਼ਰੂਰ ਦੇਵੇਗਾ ਵਾਹਿਗੁਰੂ। ਅਤੇ ਇਸ ਤਰ੍ਹਾਂ ਹੀ ਫਿਰ ਚੱਲਦਿਆਂ ਇੱਕ ਹੋਰ ਘਟਨਾ ਸਰਦਾਰ ਜੀ ਨਾਲ ਵਾਪਰੀ। ਇੱਦਾਂ ਮਾਰਕੀਟ ਵਿੱਚ ਕੋਈ ਗੱਲ ਹੋਈ, ਕਿਸੇ ਦੀ ਲੜਾਈ ਹੋਈ, ਤਾਂ ਇੱਦਾਂ ਫੈਸਲੇ 'ਚ ਬੈਠੇ ਸੀ ਸਰਦਾਰ ਜੀ ਵੀ। ਉੱਥੇ ਕੋਈ ਇੱਦਾਂ 100 ਨੇਮ ਦੀ ਗੱਲ ਹੋਈ। ਸਰਦਾਰ ਜੀ ਉਹਨਾਂ ਨੇ ਨਾ ਇੱਦਾਂ ਮਾਰਕੀਟ 'ਚ ਕਿਸੇ ਕੋਲ ਪੈਸੇ ਲੈਣੇ ਸੀਗੇ ਅਤੇ ਉਹ ਭਾਈ ਪੈਸੇ ਨਹੀਂ ਸੀ ਦੇ ਰਿਹਾ, ਉਹ ਵੀ ਇੱਕ ਦੁਕਾਨਦਾਰੀ ਸੀ, ਪੈਸੇ ਨਹੀਂ ਸੀ ਦੇ ਰਿਹਾ। ਅਤੇ ਉਹ ਇੱਦਾਂ ਮਤਲਬ ਜਿੱਦਾਂ ਪਰੇ ਪੰਚਾਇਤ ਹੁੰਦੀ ਉਹਦੇ ਵਿੱਚ ਬੈਠੇ, ਅਤੇ ਉਹਦੇ ਵਿੱਚ ਬੈਠੇ ਅਤੇ ਸਾਰੇ ਸਰਦਾਰ ਜੀ ਉਹਨਾਂ ਦਾ ਸਾਰਾ ਕੰਮ ਰਿਟਨ ਸੀਗਾ। ਇਹਨਾਂ ਨੇ ਦਿਖਾ ਦਿੱਤਾ ਵੀ ਇੰਨੇ ਪੈਸੇ ਇਹਨੇ ਲੈ ਆ, ਇੰਨੇ ਵਾਪਸ ਵੀ ਮੈਨੂੰ ਕਰ ਦਿੱਤੇ ਆ, ਅਤੇ ਇੰਨੇ ਪੈਸੇ ਮੇਰੇ ਦੇ ਨਹੀਂ ਰਿਹਾ। ਅਤੇ ਉਹ ਕਹਿੰਦਾ ਕਿ ਇਹ ਸਹੁੰ ਖਾ ਲੈ। ਅਤੇ ਸਰਦਾਰ ਜੀ ਕਹਿੰਦੇ ਕਿ ਹਾਂ ਮੈਂ ਸਹੁੰ ਖਾ ਲੈਣਾ। ਅਤੇ ਕਹਿੰਦਾ ਵੀ ਇਹ ਸਹੁੰ ਕੀ ਖਾਊਗਾ, ਇਹਦੇ ਕਿਹੜਾ ਕੋਈ ਧੀ ਪੁੱਤ ਹੈਗਾ, ਧੀ ਪੁੱਤ ਦੀ ਸਹੁੰ ਖਾਈ ਦੀ, ਇਹਦਾ ਕਿਹੜਾ ਕੋਈ ਬੱਚਾ ਜਿਹੜਾ ਇਹ ਸਹੁੰ ਖਾ ਲਏਗਾ। ਉਹ ਸਰਦਾਰ ਜੀ ਨੂੰ ਇਹ ਗੱਲ ਨਾ ਮਤਲਬ ਹਿਲਾ ਕੇ ਰੱਖ ਦਿੱਤਾ। ਡਿਸਟਰਬ ਹੋ ਗਏ, ਪਰੇਸ਼ਾਨ ਹੋਏ ਸਰਦਾਰ ਜੀ। ਉੱਥੇ ਥੋੜਾ ਸੰਭਲ ਗਏ। ਚਲੋ ਸਾਰਿਆਂ ਤੁਹਾਨੂੰ ਗੱਲ ਦੱਸੀ? ਹਾਂ ਦੱਸੀ, ਸਾਰੀ ਗੱਲ ਦੱਸੀ। ਉੱਥੇ ਸਾਰਿਆਂ ਨੇ ਮਤਲਬ ਉਹਨੂੰ ਫਟਕਾਰਿਆ, ਉਹਨੂੰ ਵੀ ਤੈਨੂੰ ਇੱਦਾਂ ਨਹੀਂ ਸੀ ਬੋਲਣਾ ਚਾਹੀਦਾ। ਘਰ ਆਏ ਅਤੇ ਸਰਦਾਰ ਜੀ ਰੋਏ, ਮੇਰੇ ਕੋਲ ਰੋਏ ਵੀ ਅੱਜ ਇੱਦਾਂ ਕਿਹਾ ਵਾ ਮੈਨੂੰ। ਅਤੇ ਮੈਂ ਫਿਰ ਹੌਸਲਾ ਦਿੱਤਾ, ਮੈਂ ਕਿਹਾ ਕੋਈ ਗੱਲ ਨਹੀਂ ਆ, ਤੁਸੀਂ ਮਨ ਛੋਟਾ ਨਾ ਕਰੋ, ਕੋਈ ਗੱਲ ਨਹੀਂ ਆ।
ਤੇ ਜਿੱਦਾਂ ਨਾ ਉਹਨਾਂ ਨੂੰ ਇਸ ਗੱਲ ਨੇ ਨਾ ਜ਼ਿਆਦਾ ਪਿੰਚ ਕੀਤਾ। ਸਰਦਾਰ ਸਾਹਿਬ ਉਹਨਾਂ ਨੂੰ ਉਸ ਗੱਲ ਨੇ ਪੂਰਾ ਤੋੜ ਕੇ ਰੱਖ ਦਿੱਤਾ। ਘਰ ਆਏ, ਪਰੇਸ਼ਾਨ ਹੋਏ ਤੇ ਉਹਨਾਂ ਨੂੰ ਸਮਝਾਇਆ। ਫਿਰ ਇਸ ਤਰ੍ਹਾਂ ਹੀ ਘਰ 'ਚ ਗੱਲ ਚੱਲੀ, ਮਤਲਬ ਬੱਚੇ ਬਾਰੇ ਗੱਲ ਚੱਲਣੀ ਸ਼ੁਰੂ ਹੋ ਗਈ ਕਿ ਬੱਚਾ ਚਾਹੀਦਾ ਵਾ, ਵਾਹਿਗੁਰੂ ਇਹਨਾਂ ਨੂੰ ਬੱਚਾ ਦੇਵੇ। ਚਲੋ ਕੋਸ਼ਿਸ਼ ਕੀਤੀ, ਅਸੀਂ ਵੀ ਬੜੀ ਕੀਤੀ, ਟ੍ਰੀਟਮੈਂਟ ਵੀ ਬਹੁਤ ਕਰਵਾਈ, ਉਹਨਾਂ ਨੇ ਪੈਸਾ ਵੀ ਬਹੁਤ ਲਾਇਆ, ਪਰ ਕੋਈ ਮਤਲਬ ਸਫਲਤਾ ਨਹੀਂ ਮਿਲੀ ਆਪਾਂ ਨੂੰ, ਉਹਦੇ ਵਿੱਚ ਸਕਸੈਸ ਨਹੀਂ ਹੋ ਪਾਈ ਮੈਂ। ਫਿਰ ਇੱਦਾਂ ਮਤਲਬ ਗੱਲ ਚੱਲੀ ਕਿ ਬੱਚਾ ਕੋਈ ਅਡਾਪਟ ਕਰ ਲਈਏ। ਮਤਲਬ ਭੈਣ ਭਰਾ ਸਲਾਹ ਦੇਣ ਲੱਗ ਗਏ, ਮੇਰੀਆਂ ਸਿਸਟਰਾਂ ਵੀ ਕਹਿਣ ਲੱਗ ਗਈਆਂ ਕਿ ਕੋਈ ਬੱਚਾ ਲੈ ਲਓ। ਫਿਰ ਮੇਰੇ ਸਿਸਟਰ ਦੇ ਘਰ ਬੇਟੀ ਹੋਈ ਦੂਸਰੀ, ਤੇ ਮੇਰੇ ਸਹੁਰਾ ਸਾਹਿਬ ਕਹਿੰਦੇ ਕਿ ਆਪਾਂ ਉਹ ਬੇਟੀ ਲੈ ਲੈਂਦੇ ਹਾਂ। ਤੇ ਆਪਾਂ ਮੈਂ ਡੈਡੀ ਜੀ ਨੂੰ ਲੈ ਕੇ ਆਪਣੀ ਸਿਸਟਰ ਕੋਲ ਗਈ ਤੇ ਮੇਰੇ ਸਿਸਟਰ ਨੇ ਉਹ ਮੈਨੂੰ ਬੇਟੀ ਨਹੀਂ ਦਿੱਤੀ ਆਪਣੀ। ਕਹਿੰਦੇ ਨਹੀਂ ਕੁਲਵਿੰਦਰ, ਵਾਹਿਗੁਰੂ ਤੈਨੂੰ ਦੇਵੇ। ਉਹਨਾਂ ਨੇ ਕੋਈ ਗੁੱਸੇ ਨਾਲ ਨਹੀਂ ਮੈਨੂੰ ਦਿੱਤੀ, ਉਹ ਕਹਿੰਦੇ ਨਹੀਂ ਤੈਨੂੰ ਵਾਹਿਗੁਰੂ ਦੇਵੇਗਾ, ਕੱਲ ਨੂੰ ਤੇਰੇ ਬੱਚੇ ਹੋ ਜਾਣ ਫਿਰ ਥੋੜਾ ਫਰਕ ਆਏਗਾ ਆਪਣੇ ਵਿੱਚ। ਆਪਾਂ ਭੈਣਾਂ ਆ, ਹੁਣ ਤੂੰ ਇਹਨਾਂ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਏ, ਕੱਲ ਨੂੰ ਮਤਲਬ ਤੁਸੀਂ ਮਾਸੀ ਭਣਾਈ ਵਿੱਚ ਕੋਈ ਫਰਕ ਨਾ ਹੋ ਜਾਵੇ। ਆਪਾਂ ਉੱਥੋਂ ਵਾਪਸ ਆ ਗਏ, ਦੁਖੀ ਹੋ ਕੇ ਆ ਗਏ। ਉੱਦਾਂ ਪਰੇਸ਼ਾਨ ਮੈਂ ਬਹੁਤ ਹੋਈ ਘਰ ਆ ਕੇ ਵੀ। ਔਰ ਉਸ ਗੱਲ ਦਾ ਹੁਣ ਤੱਕ, ਉਹ ਮੇਰੀ ਭਣੇਵੀਂ ਬਾਹਰ ਆਸਟ੍ਰੇਲੀਆ ਆ, ਉਹ ਹੁਣ ਤੱਕ ਉਸ ਬੱਚੀ ਨੂੰ ਪਛਤਾਵਾ ਹੈ ਕਿ ਮੇਰੇ ਮੰਮੀ ਡੈਡੀ ਨੇ ਮਾਸੀ ਨੂੰ ਕਿਉਂ ਨਹੀਂ ਦਿੱਤਾ। ਜੇ ਮੇਰੀ ਮਾਸੀ ਨੂੰ ਦਿੱਤਾ ਹੁੰਦਾ ਤੇ ਮੇਰੀ ਮਾਸੀ ਦੀ ਲਾਈਫ ਹੋਰ ਹੁੰਦੀ। ਫਿਰ ਐਸੇ ਤਰ੍ਹਾਂ ਹੀ ਚੱਲੀ ਗੱਲ। ਫਿਰ ਮੇਰੇ ਸਿਸਟਰ ਨੇ ਵੀ ਸਲਾਹ ਦਿੱਤੀ ਕਿ ਰਾਜੇ ਮਤਲਬ ਟਿਊਬ ਬੇਬੀ ਲੋਕੀ ਕਰਾਉਂਦੇ ਨੇ, ਤੁਸੀਂ ਵੀ ਕਰਾ ਲਓ। ਤੁਸੀਂ ਮੈਂ ਤੁਹਾਨੂੰ ਬੇਬੀ, ਤੁਹਾਡਾ ਬੇਬੀ ਤੁਹਾਨੂੰ ਦੇ ਦੇਣੀ ਕਰਕੇ, ਮੇਰੇ ਭਾਬੀ ਜੀ ਨੇ ਵੀ ਕਿਹਾ। ਤੇ ਸਰਦਾਰ ਜੀ ਨੇ ਫਿਰ ਮੈਨੂੰ ਇਹ ਗੱਲ ਸਮਝਾਈ, ਸਾਡੀ ਮੇਨ ਰਿਸ਼ਤੇਦਾਰੀ ਵਿੱਚ ਹੀ ਇਦਾਂ ਕੋਈ ਬੱਚਾ ਅਡਾਪਟ ਕੀਤਾ ਸੀ ਤੇ ਉਸ ਤੋਂ ਬਾਅਦ ਬੜੀਆਂ ਪ੍ਰੋਬਲਮਸ ਆਈਆਂ। ਤੇ ਕਹਿੰਦੇ ਕਿ ਆਪਾਂ ਬੱਚਾ ਅਡਾਪਟ ਵੀ ਕਰ ਲਿਆ, ਵੱਡਾ ਵੀ ਕਰ ਲਈ, ਉਹਨੂੰ ਉਹਦੇ ਨਾਲ ਪਿਆਰ ਵੀ ਹੋ ਜਾਣਾ ਵਾ, ਤੇ ਜੇ ਫੇਰ ਕੋਈ ਇਦਾਂ ਦੀ ਘਟਨਾ ਵਾਪਰੀ ਤੇ ਆਪਾਂ ਜ਼ਿਆਦਾ ਦੁਖੀ ਹੋ ਜਾਵਾਂਗੇ। ਕਿਸੇ ਲੋਕਾਂ ਨੇ ਉਹਨੂੰ ਆਖਿਆ ਹਨਾ, ਹਾਂ, ਜੇ ਲੋਕਾਂ ਨੇ ਦੱਸਤਾ ਕਿ ਤੇਰਾ ਮੰਮੀ ਡੈਡੀ ਨਹੀਂ, ਤੇ ਆਪਾਂ ਤੇ ਰੋਜ਼ ਪਰੇਸ਼ਾਨ ਹੋਇਆ ਕਰਾਂਗੇ, ਬੱਚਾ ਵੀ ਪਰੇਸ਼ਾਨ ਹੋਏਗਾ। ਕਿਉਂ ਨਾ ਸਾਡਾ ਆਪਣਾ ਬੱਚਾ ਹੋਵੇ। ਹੁਣ ਆਪਣਾ ਬੱਚਾ ਜੇ ਨਹੀਂ ਹੋ ਰਿਹਾ ਤੇ ਬੱਚਾ ਮਤਲਬ ਆਟੋਮੈਟਿਕਲੀ ਆ ਕਿ ਸੈਕਿੰਡ ਮੈਰਿਜ ਹੋਊਗੀ ਤਾਂ ਫੇਰ ਹੀ ਹੋਏਗਾ। ਹਾਂ, ਇੱਕ ਦਿਨ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਮੈਨੂੰ ਮਤਲਬ ਉਹਨਾਂ ਨੇ ਸਮਝਾਇਆ, ਗੁਰੂ ਘਰ ਦੀਆਂ ਗੱਲਾਂ ਸੁਣਾਈਆਂ ਤੇ ਸਮਝਾਇਆ ਕਿ ਬੱਚੇ ਤੁਹਾਡੇ ਵਿਆਹ ਨੂੰ ਹੁਣ 7-8 ਸਾਲ ਹੋ ਚੱਲੇ ਆ ਤੇ ਬੱਚਾ ਹੋਣਾ ਚਾਹੀਦਾ ਵਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਜਦੋਂ ਟਾਈਮ ਲਗਾ ਦਿੰਦਾ ਨਾ, ਤੇ ਟਾਈਮ ਤੋਂ ਬਾਅਦ ਤੇ ਬੜਾ ਔਖੀ ਹੋ ਜਾਂਦੀ ਜ਼ਿੰਦਗੀ। ਫਿਰ ਆਪਾਂ ਸੋਚਦੇ ਹਾਂ ਕਿ ਇਹ ਕੰਮ ਅਸੀਂ ਪਹਿਲਾਂ ਕਿਉਂ ਨਹੀਂ ਕੀਤਾ। ਤੇ ਮੈਂ ਕਿਹਾ ਵੀ ਡੈਡੀ ਜੀ ਤੁਸੀਂ ਦੱਸੋ ਫਿਰ ਕੀ ਕਰਨਾ ਚਾਹੀਦਾ ਵਾ। ਕਹਿੰਦੇ ਵੀ ਪੁੱਤ ਤੁਸੀਂ ਇੱਕ ਆਪਾਂ ਵਿਆਹ ਰਾਜੂ ਦਾ ਹੋਰ ਕਰ ਲਈਏ। ਮੇਰੇ ਸਰਦਾਰ ਜੀ ਦਾ ਛੋਟਾ ਨਾਮ ਰਾਜੂ ਆ ਤੇ ਸਾਰੇ ਉਹਨਾਂ ਨੂੰ ਰਾਜੂ ਹੀ ਕਹਿ ਕੇ ਬੁਲਾਉਂਦੇ ਸੀ, ਤੇ ਆਪਾਂ ਰਾਜੂ ਦਾ ਵਿਆਹ ਕਰ ਲਈਏ। ਤੇ ਮੈਂ ਇੱਕਦਮ ਤੇ ਸ਼ੌਕ ਹੋਈ, ਮੈਂ ਮਤਲਬ ਘੁੱਟ ਕੇ ਰਹਿ ਗਈ ਤੇ ਬੜਾ ਮਤਲਬ ਔਖਾ ਹੋ ਗਿਆ ਕੁਛ ਮਿੰਟਾਂ ਵਾਸਤੇ ਆਪਣੇ ਆਪ ਨੂੰ ਸੰਭਲਣਾ, ਪਰ ਮੈਂ ਸੰਭਲ ਗਈ। ਤੇ ਡੈਡੀ ਜੀ ਵੀ ਮਹਿਸੂਸ ਕਰ ਗਏ ਕਿ ਕੁੜੀ ਪਰੇਸ਼ਾਨ ਹੋਈ ਏ, ਤੇ ਉਹਨਾਂ ਨੇ ਮੈਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ, ਆਪਣੀ ਗੋਦੀ 'ਚ ਹੀ ਬਿਠਾ ਲਿਆ। ਕਹਿੰਦੇ ਪਰੇਸ਼ਾਨ ਨਹੀਂ ਹੋਣਾ, ਮੈਂ ਤੇਰੇ ਨਾਲ ਆ, ਮੈਂ ਤੇਰਾ ਪਿਓ ਆ, ਤੂੰ ਬਿਲਕੁਲ ਪਰੇਸ਼ਾਨ ਨਹੀਂ ਹੋਣਾ। ਜੇ ਤੂੰ ਪਰੇਸ਼ਾਨ ਹੁੰਨੀ ਹੈ ਤੇ ਫੇਰ ਨਹੀਂ ਮੈਂ ਮਤਲਬ ਇਹਦਾ ਵਿਆਹ ਕਰ ਸਕਦਾ, ਤੇਰੀ ਸਹਿਮਤੀ ਨਾਲ ਹੋਏਗਾ। ਜੇ ਤੇਰੀ ਪੁੱਤ ਸਹਿਮਤੀ ਨਹੀਂ ਆ ਤੇ ਮੈਂ ਨਹੀਂ ਕਰੂੰਗਾ, ਮਤਲਬ ਤੇਰੀ ਆਤਮਾ ਦਿਖਾ ਕੇ ਨਹੀਂ ਅਸੀਂ ਕਰ ਸਕਦੇ। ਫਿਰ ਇੱਦਾਂ ਹੀ ਹੌਲੀ ਹੌਲੀ ਸਰਦਾਰ ਜੀ ਨੇ, ਮੇਰੇ ਡੈਡੀ ਜੀ, ਮੇਰੇ ਜਾਣੀ ਕਿ ਮੇਰੇ ਸਹੁਰਾ ਸਾਹਿਬ ਇੰਨੇ ਵਧੀਆ ਪਰਸਨ ਸੀਗੇ, ਬਹੁਤ ਨਾਈਸ ਪਰਸਨ। ਮੇਰਾ ਉਹਨਾਂ ਨਾਲ ਬਹੁਤ ਪਿਆਰ, ਮੈਂ ਮਤਲਬ ਆਪਣੇ ਫਾਦਰ ਸਾਹਿਬ ਤੋਂ ਵੀ ਉਹਨਾਂ ਨੂੰ ਵੱਧ ਪਿਆਰ ਕਰਦੀ ਸੀ। ਮੇਰੇ ਡੈਡੀ ਜੀ ਇੰਨੇ ਕੁ ਵਧੀਆ ਇਨਸਾਨ ਸੀਗੇ। ਹਾਂ, ਜਦੋਂ ਡੈਡੀ ਜੀ ਨੇ ਮੈਨੂੰ ਨਿਰਾਸ਼ ਹੁੰਦੀ ਨੂੰ ਵੇਖਿਆ ਤੇ ਉਹ ਵੀ ਭਾਵਕ ਹੋ ਗਏ ਤੇ ਮੈਂ ਵੀ ਭਾਵਕ ਹੋ ਗਈ। ਉਹਨਾਂ ਨੇ ਇਦਾਂ ਆਪਣਾ ਪਰਨਾ ਉਤਾਰ ਕੇ ਤੇ ਮਤਲਬ ਮੇਰੇ ਵੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਤੇ ਮੈਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ। ਮੈਂ ਕਿਹਾ ਵੀ ਡੈਡੀ ਜੀ ਨਹੀਂ, ਤੁਸੀਂ, ਮੈਂ ਤੇ ਤੁਹਾਡਾ ਪੁੱਤ ਹਾਂ, ਤੁਸੀਂ ਮੈਨੂੰ ਆਪਣਾ ਚੌਥਾ ਪੁੱਤ ਕਹਿੰਦੇ ਜੇ, ਤੇ ਪੁੱਤ ਨੂੰ ਤੇ ਹੁਕਮ ਕਰੀਦਾ, ਹੁਕਮ ਲਾਈਦਾ, ਤੁਸੀਂ ਮਤਲਬ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਦੱਸੋ ਮੈਂ ਕੀ ਕਰ ਸਕਦੀ ਹਾਂ। ਤੇ ਕਹਿੰਦੇ ਕਿ ਪੁੱਤ ਵੀ ਫਿਰ ਆਪਾਂ ਇੱਕ ਵਿਆਹ ਹੋਰ ਕਰ ਲਈਏ। ਮੈਂ ਕਿਹਾ ਠੀਕ ਹੈ ਡੈਡੀ ਜੀ, ਤੁਹਾਨੂੰ ਜਿਸ ਤਰ੍ਹਾਂ ਚੰਗਾ ਲੱਗਦਾ। ਪਰ ਸਰਦਾਰ ਜੀ, ਡੈਡੀ ਜੀ ਉਹਨਾਂ ਨੇ ਸਰਦਾਰ ਜੀ ਨੂੰ ਸਾਰੀ ਗੱਲ ਦੱਸੀ, ਪਰ ਸਰਦਾਰ ਜੀ ਮੇਰੇ ਨਾਲ ਇਹ ਗੱਲ ਸ਼ੇਅਰ ਨਹੀਂ ਕਰ ਪਾਏ, ਕਿਉਂਕਿ ਉਹਨਾਂ ਦੇ ਵਿੱਚ ਇਹ ਹੌਸਲਾ ਨਹੀਂ ਸੀ ਕਿ ਮੈਂ ਇਹਨੂੰ ਕਿੱਦਾਂ ਕਵਾਂ ਕਿ ਮੈਂ ਵਿਆਹ ਕਰਾਉਣਾ ਵਾ ਜਾਂ ਮੇਰਾ ਵਿਆਹ ਕਰ ਦਿਓ। ਉਹਨਾਂ ਨੇ ਮੈਨੂੰ ਨਹੀਂ ਕਿਹਾ। ਮੈਂ ਕੁਛ ਟਾਈਮ ਪਾ ਕੇ ਮੈਂ ਮਤਲਬ ਇੱਦਾਂ ਜਦੋਂ ਮੈਨੂੰ ਪਤਾ ਲੱਗਾ, ਮੈਂ ਪਰੇਸ਼ਾਨ ਰਹਿਣਾ ਸ਼ੁਰੂ ਕਰਤਾ, ਡਿਸਟਰਬ, ਮਤਲਬ ਇੰਨੀ ਕਿ ਡਿਸਟਰਬ, ਮੈਂ ਕਈ ਵਾਰ 2-4 ਵਾਰੀ ਤੇ ਇੱਦਾਂ ਚਾਹ ਬਣਾਉਂਦੀ ਮੈਂ ਫਰਿੱਜ ਵਿੱਚੋਂ ਜਿੱਦਾਂ ਦਹੀਂ ਕੱਢਿਆ ਉਹ ਪਾਤਾ, ਮਤਲਬ ਦੁੱਧ ਦੇ ਭੁਲੇਖੇ, ਜਿੱਦਾਂ ਬੰਦੇ ਦਾ ਧਿਆਨ ਕਿਤੇ ਹੋਰ ਲੱਗ ਗਿਆ ਵੀ ਇਹ ਕੀ ਹੋ ਚੱਲਾ ਮੇਰੇ ਨਾਲ।
ਡਿਸਟਰਬ ਮੈਂ ਬਹੁਤ ਹੋਈ ਆਪਣੀ ਲਾਈਫ ਦੇ ਵਿੱਚ, ਪਰ ਮਤਲਬ ਆਪਣੇ ਆਪ ਨੂੰ ਘੁੱਟ ਲਿਆ, ਸ਼ੇਅਰ ਨਹੀਂ ਕੀਤੀ, ਆਪਣੇ ਪੇਰੈਂਟਸ ਨਾਲ ਵੀ ਨਹੀਂ ਸ਼ੇਅਰ ਕੀਤੀ, ਆਪਣੀਆਂ ਭੈਣਾਂ ਨਾਲ ਵੀ ਨਹੀਂ ਸ਼ੇਅਰ ਕੀਤੀ, ਤੇ ਆਪਸ 'ਚ ਘੁਲਦੀ ਮਿਲਦੀ ਇਦਾਂ ਸਾਡੇ 5-6 ਮਹੀਨੇ ਫੇਰ ਲੰਘ ਗਏ। ਫਿਰ ਮੈਂ ਇਦਾਂ ਆਪ ਹੀ ਸਰਦਾਰ ਜੀ ਨਾਲ ਗੱਲ ਛੇੜੀ ਕਿ ਸਰਦਾਰ ਜੀ ਇਦਾਂ ਤੁਹਾਡੇ ਵਿੱਚ ਕੁਝ ਚੱਲ ਰਿਹਾ ਵਾ ਤੇ ਕੀ ਇਹ ਸਹੀ ਹੈ? ਤੇ ਚੁੱਪ ਹੀ ਰਹਿ। ਮੈਂ ਫੇਰ ਪਰੇਸ਼ਾਨ ਹੋਈ। ਕਹਿੰਦੇ ਵੀ ਜੇ ਤੂੰ ਰੋਣਾ ਬੰਦ ਕਰੇਂਗੀ ਮੈਂ ਫੇਰ ਹੀ ਗੱਲ ਕਰਾਂਗਾ, ਜੇ ਤੂੰ ਰੋਈ, ਜੇ ਤੂੰ ਮਤਲਬ ਜਦੋਂ ਉਦਾਸ ਹੁੰਨੀ ਹੈ ਮੈਂ ਤੇ ਮਤਲਬ ਅੱਧਾ ਰਹਿ ਜਾਣਾ ਤੇ ਮੈਂ ਕੋਈ ਕੰਮ ਵੀ ਨਹੀਂ ਕਰ ਪਾਉਂਦਾ, ਤੂੰ ਪਰੇਸ਼ਾਨ ਨਾ ਹੋ, ਜੇ ਤੂੰ ਪਹਿਲਾਂ ਆਪਣੇ ਆਪ ਨੂੰ ਨੋਰਮਲ ਕਰ ਫੇਰ ਆਪਾਂ ਗੱਲ ਕਰਦੇ ਹਾਂ। ਫਿਰ ਇਦਾਂ ਹੌਲੀ ਹੌਲੀ ਗੱਲ ਚੱਲ ਗਈ। ਦੌਰ ਹੁੰਦਾ ਹਨਾ, ਸਭ ਤੋਂ ਵੱਡੀ ਇੱਕ ਜਿਹੜੀ ਘਰ ਵਾਲੀ ਹੁੰਦੀ ਹੈ ਹਨਾ, ਉਹਦਾ ਸਭ ਤੋਂ ਵੱਡਾ ਇੰਪੋਰਟੈਂਟ ਤੇ ਉਹਦੇ ਲਈ ਜਿਹੜਾ ਸਾਥੀ ਹੁੰਦਾ ਉਹਦਾ ਘਰ ਵਾਲੀ ਹੁੰਦਾ ਹਨਾ, ਬਿਲਕੁਲ ਉਹ ਉਹਨੂੰ ਕਦੇ ਨਹੀਂ ਵੰਡ ਸਕਦੀ ਹੁੰਦੀ। ਪਰ ਤੁਸੀਂ ਇਹ ਸਾਰਾ ਜਿਗਰਾ ਕਿਵੇਂ ਕਰਿਆ ਕਿ ਤੁਸੀਂ ਆਪਣੇ ਸਹੁਰੇ ਪਰਿਵਾਰ ਨੂੰ ਜਾਂ ਆਪਣੇ ਸਹੁਰਾ ਸਾਹਿਬ ਨੂੰ ਇਹ ਸਹਿਮਤੀ ਦੇ ਦਿੱਤੀ ਕਿ ਠੀਕ ਹੈ ਤੁਸੀਂ ਕਰ ਲਓ, ਕੋਈ ਦਿੱਕਤ ਨਹੀਂ? ਫਿਰ ਉਹ ਐਡਾ ਦਿਲ ਤੇ ਪੱਥਰ ਕਿਵੇਂ ਰੱਖਿਆ ਇਹ ਗੱਲ ਨੂੰ? ਉਹ ਇਸ ਤਰ੍ਹਾਂ ਕਿ ਮੇਰੇ ਡੈਡੀ ਜੀ ਵੀ ਮਤਲਬ ਬੜੇ ਵਧੀਆ ਪਰਸਨ ਸੀਗੇ, ਉਹਨਾਂ ਨੂੰ ਸ਼ੂਗਰ ਵੀ ਬਹੁਤ ਸੀਗੀ, ਤੇ ਇੱਕ ਮੈਂ ਇਹ ਸੋਚਦੀ ਹੁੰਦੀ ਸੀ ਕਿ ਜੇ ਡੈਡੀ ਜੀ ਮੈਂ ਨਾ ਕਰ ਦਿੱਤੀ ਮੇਰੇ ਡੈਡੀ ਨੂੰ ਕੁਝ ਹੋ ਗਿਆ ਤੇ ਫਿਰ ਵੀ ਮੈਂ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰੂੰਗੀ। ਇੱਕ ਤਾਂ ਮੇਰੇ ਦਿਮਾਗ ਵਿੱਚ ਇਹ ਗੱਲ ਸੀਗੀ। ਦੂਸਰੀ ਮੈਂ ਇਹ ਸੋਚਦੀ ਸੀ ਕਿ ਜੇ ਮਤਲਬ ਕਿ ਮੇਰੇ ਬੇਬੀ ਨਹੀਂ ਹੁੰਦਾ ਤੇ ਇਹਦੇ ਵਿੱਚ ਸਰਦਾਰ ਜੀ ਦਾ ਤੇ ਕੋਈ ਦੋਸ਼ ਨਹੀਂ ਆ, ਇਹ ਪਰਿਵਾਰ ਦਾ ਵੀ ਕੋਈ ਦੋਸ਼ ਨਹੀਂ, ਤੇ ਪਰਿਵਾਰ ਦਾ ਵੀ ਕੋਈ ਦੋਸ਼ ਨਹੀਂ ਆ। ਮਤਲਬ ਮੇਰੇ ਨਾਲ ਇਸ ਇਨਸਾਨ ਨੂੰ ਮੈਂ ਬਾਉਂਡ ਕਿੱਦਾਂ ਕਰ ਲਵਾਂ, ਕਿਉਂਕਿ ਮੇਰਾ ਉਹਨਾਂ ਨਾਲ ਪਿਆਰ ਹੀ ਲੋੜ ਤੋਂ ਜ਼ਿਆਦਾ ਸੀ। ਮਤਲਬ ਮੈਂ ਸੋਚਦੀ ਹੁੰਦੀ ਸੀ ਕਿ ਦੁਨੀਆ ਤੇ ਮੈਂ ਹੀ ਇੱਕ ਔਰਤ ਆ ਜਿਹੜੀ ਸਭ ਤੋਂ ਜ਼ਿਆਦਾ ਪਿਆਰ ਕਰਦੀ, ਸ਼ਾਇਦ ਦੁਨੀਆ ਇੰਨਾ ਨਹੀਂ ਕਰਦੀ, ਕੋਈ ਨਹੀਂ ਕਰ ਸਕਦਾ। ਮਤਲਬ ਅਥਾਹ ਪਿਆਰ ਤੇ ਅੰਨਾ ਵਿਸ਼ਵਾਸ, ਅੱਖਾਂ ਬੰਦ ਕਰਕੇ ਮੈਂ ਜਿੰਨਾ ਚਿਰ ਜ਼ਿੰਦਗੀ ਦੇ ਕੱਟੇ। ਮੈਰਿਜ ਤੋਂ ਬਾਅਦ 17 ਸਾਲ ਅਸੀਂ ਇਕੱਠੇ ਰਹੇ। ਮਤਲਬ ਪਹਿਲਾਂ ਵੀ ਅਸੀਂ ਡਿਊਟੀ ਇਕੱਠੇ ਕਰਦੇ ਸੀਗੇ। ਅੱਛਾ, ਤੇ ਫਿਰ ਹਾਂ, ਤੇ ਪਹਿਲਾਂ ਵੀ ਅਸੀਂ ਇਕੱਠੇ ਰਹੇ ਤੇ ਫਿਰ ਅਸੀਂ ਮਤਲਬ ਕਿ ਮੈਂ ਉਹਨਾਂ ਨੂੰ ਬਾਉਂਡ ਕਿੱਦਾਂ ਕਰ ਲੈਂਦੀ, ਮੈਂ ਇਹ ਵੀ ਸੋਚਿਆ। ਮਤਲਬ ਆਪਣੇ ਆਪ ਵਿੱਚ ਇੱਕ ਕਮੀ ਲੱਭਣੀ ਸ਼ੁਰੂ ਕਰਤੀ ਕਿ ਮੇਰੇ ਵਿੱਚ ਕਮੀ ਹੈ, ਤੇ ਮੇਰਾ ਕਰਕੇ ਇੰਨੇ ਪਰਿਵਾਰ ਦੁਖੀ ਹੋ ਜਾਣ ਤੇ ਆਪਾਂ ਇਕੱਲੇ ਹੀ ਹੋ ਲਈਏ। ਹਾਂ, ਤੇ ਵੈਸੇ ਵੀ ਕੁਝ ਹਰ ਬੰਦੇ ਦੇ ਵਿੱਚ ਪਰਿਵਾਰਕ ਲੱਛਣ ਹੁੰਦੇ। ਮੇਰਾ ਪਿਛੋਕੜ, ਮੇਰੀ ਜਿਹੜੀ ਫੈਮਿਲੀ ਉਹ ਬੜੀ ਦਲੇਰ ਹੈ, ਸਾਰੇ ਮਤਲਬ ਜਿੱਦਾਂ ਪਰਵਾਹ ਨਹੀਂ ਕਰਦੇ ਕਿਸੇ ਦੀ। ਇਹ ਤੁਸੀਂ ਆਪਣੇ ਪੇਕੇ ਪਰਿਵਾਰ ਗੱਲ ਸ਼ੇਅਰ ਕਰਦੇ ਹੋ ਕਿ ਮੇਰੇ ਸਰਦਾਰ ਸਾਹਿਬ ਦਾ ਜਾਣੀ ਜਵਾਈ ਦਾ ਦੂਸਰਾ ਵਿਆਹ ਕਰਨਾ ਗੱਲ ਕਰ ਰਹੇ ਆ? ਬਿਲਕੁਲ ਨਹੀਂ, ਕਿਉਂ ਉਹਨਾਂ ਨੇ ਇਸ ਗੱਲ ਉਹ ਸੁਣ ਵੀ ਨਹੀਂ ਸੀ ਸਕਣਾ। ਮੇਰੇ ਫਾਦਰ ਸਾਹਿਬ ਨੇ, ਉਹ ਬੜੇ ਮਤਲਬ ਗੁੱਸੇ ਵਾਲੇ ਤੇ ਕੱਬੇ ਸੀਗੇ, ਐਨ ਜਿੱਦਾਂ ਘੈਂਟ ਜੱਟ ਨਹੀਂ ਹੁੰਦਾ ਵੀ ਉਹਦੀ ਜੁਰਤ ਕਿੱਦਾਂ ਕਰਵਾ ਲਵੇ। ਮਤਲਬ ਉਹਨਾਂ ਨੇ ਹੋਰ ਵੀ ਉਹਨਾਂ ਲੈ ਲੈਣਾ ਸੀ। ਅੱਛਾ, ਤੇ ਫਿਰ ਇਹ ਗੱਲ ਕਿਵੇਂ ਦੱਸਦੇ ਹੋ? ਉਹਨਾਂ ਨੂੰ ਦੱਸਿਆ ਹੀ ਨਹੀਂ। ਅੱਛਾ, ਉਹਨਾਂ ਨੂੰ ਦੱਸਿਆ ਨਹੀਂ, ਉਹਨਾਂ ਤੋਂ ਚੋਰੀ ਹੋ ਗਿਆ ਸਾਰਾ ਕੁਝ। ਅੱਛਾ, ਹਾਂਜੀ। ਤੇ ਫਿਰ ਇਹ ਗੱਲ ਜਦੋਂ ਤੁਸੀਂ ਆਪਣੇ ਸਰਦਾਰ ਸਾਹਿਬ ਨੂੰ ਹਮੀ ਭਰ ਦੇਣੇ ਕਿ ਠੀਕ ਹੈ ਤੁਸੀਂ ਦੂਸਰਾ ਵਿਆਹ ਕਰਾ ਲਓ, ਫਿਰ ਕਿੰਨੇ ਸਮੇਂ ਬਾਅਦ ਭੈਣ ਹੋਰਾਂ ਨਾਲ ਬਾਈ ਹੋਰਾਂ ਦਾ ਵਿਆਹ ਹੁੰਦਾ? ਥੋੜੇ ਕੁ ਮਹੀਨਿਆਂ ਦੀ ਗੱਲ ਹੁੰਦੀ ਹੈ, ਥੋੜੇ ਮਹੀਨਿਆਂ ਬਾਅਦ। ਇਹ ਵੀ ਉੱਥੇ ਜੌਬ ਕਰਦੇ ਸੀਗੇ, ਉਸ ਕੰਪਨੀ ਦੇ ਵਿੱਚ ਇਹ ਵੀ ਜੌਬ ਕਰਦੇ ਸੀ, ਮੈਨੂੰ ਵੀ ਜਾਣਦੇ ਸੀ, ਸਰਦਾਰ ਜੀ ਉਹਨਾਂ ਨੂੰ ਵੀ ਜਾਣਦੇ ਸੀ। ਵੈਸੇ ਮਤਲਬ ਮੇਰੀ ਜਠਾਣੀ ਇਹਨਾਂ ਦੀ ਫਰੈਂਡ ਆ, ਇਹ ਆਉਂਦੇ ਜਾਂਦੇ ਵੀ ਸੀ ਉਹਨਾਂ ਦੇ ਘਰ, ਸਾਡੇ ਘਰ ਵੀ ਆਉਂਦੇ ਸੀਗੇ। ਮਤਲਬ ਇਦਾਂ ਦੀ ਪਹਿਲਾਂ ਤੇ ਕੋਈ ਸੋਚ ਹੀ ਨਹੀਂ ਸੀਗੀ। ਫਿਰ ਇਸ ਤਰ੍ਹਾਂ ਹੀ ਮਤਲਬ ਗੱਲ ਚੱਲ ਪਈ ਤੇ ਵੀ ਇਦਾਂ ਬਲਜੀਤ ਦਾ ਰਿਸ਼ਤਾ ਜੇ ਹੋ ਜਾਵੇ ਤੇ ਫਿਰ ਇਹਦੇ ਨਾਲ ਬਲਜੀਤ ਨਾਲ ਗੱਲ ਕੀਤੀ। ਬਲਜੀਤ ਨਾਲ ਗੱਲ ਸਰਦਾਰ ਜੀ ਹੁਣ ਆਪ ਹੀ ਕੀਤੀ, ਜਾਣ ਪਹਿਚਾਣ ਸੀਗੀ ਤੇ ਗੱਲ ਕੀਤੀ ਇਹਨਾਂ ਦੀ। ਫਿਰ ਮੇਰੇ ਨਾਲ ਇਹਨਾਂ ਨੂੰ ਮਿਲਾਇਆ। ਅੱਛਾ, ਹਾਂ, ਮੇਰੇ ਨਾਲ ਇਹਨਾਂ ਨੂੰ ਮਿਲਾਇਆ ਸੀ। ਮੈਂ ਇਦਾਂ ਕੱਪੜੇ ਧੋਣ ਡਈ ਸੀ ਤੇ ਮੈਨੂੰ ਕਹਿੰਦੇ ਕੁਲਵਿੰਦਰ ਕੱਪੜੇ ਛੱਡੋ ਤੇ ਕੱਪੜੇ ਸੂਟ ਪਾਓ, ਚੱਲੀਏ ਆਪਾਂ ਜਾਣਾ ਕਿਤੇ, ਉੱਥੇ ਗੁਰਦੁਆਰੇ ਜਾਣਾ ਵਾ। ਮੈਂ ਕਿਹਾ ਰੁਕ ਜਾਓ, ਕੱਪੜੇ ਮੈਂ ਸੁੱਕਣੇ ਪਾ ਲਾਂਦੀ। ਨਹੀਂ ਚਲੋ। ਉਹਨੇ ਚਿਰ ਨੂੰ ਇਹ ਆਪਣੇ ਪਿੰਡੋਂ ਆ ਗਏ। ਇਹਨਾਂ ਦਾ ਪਿੰਡ ਬਤਾਲਾ ਆ, ਇੱਥੇ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਆ, ਤੇ ਉੱਥੇ ਨਾ ਬੜਾ ਵੱਡਾ ਤਲਾਬ ਹੈ, ਉੱਥੇ ਇਹ ਖੜੇ ਜਾਮਨੂ ਦਾ ਰੁੱਖ, ਉਹਦੇ ਥੱਲੇ ਖੜੇ, ਤੇ ਆਪਾਂ ਵੀ ਚਲੇ ਗਏ। ਉੱਦਾਂ ਮੇਰੇ ਨਾਲ ਇਹਨਾਂ ਨੇ ਇੱਕ ਦਿਨ ਪਹਿਲਾਂ ਸ਼ੇਅਰ ਕੀਤੀ ਸੀ ਗੱਲ ਕਿ ਐਦਾਂ ਮੈਂ ਬਲਜੀਤ ਨਾਲ ਗੱਲ ਕੀਤੀ ਹੈ, ਆਪਾਂ ਮਿਲ ਕੇ ਉਹਦੇ ਵਿਊ ਲੈ ਲੈਂਦੇ ਹਾਂ ਵੀ ਉਹਦਾ ਵਿਚਾਰ ਹੈਗਾ ਆ ਜਾਂ ਤੁਸੀਂ ਉਹਨੂੰ ਮਤਲਬ ਐਕਸੈਪਟ ਕਰ ਲੋਗੇ। ਤੇ ਮੈਂ ਕਿਹਾ ਚਲੋ ਠੀਕ ਹੈ। ਇਹ ਖੜੇ ਹੀ ਤੇ ਇਦਾਂ ਮੈਂ ਜਾ ਕੇ ਇਹਨਾਂ ਨੂੰ ਮਿਲੀ, ਇਹ ਵੀ ਮੈਨੂੰ ਮਿਲੇ, ਅਸੀਂ ਉੱਥੇ ਹੀ ਬੈਠ ਗਏ। ਉੱਥੇ ਬੈਠ ਕੇ ਅਸੀਂ ਗੱਲਾਂ ਕੀਤੀਆਂ ਤੇ ਮੈਂ ਇਹਨਾਂ ਨਾਲ ਮਤਲਬ ਜਿੱਦਾਂ ਮੈਂ ਆਮ ਹੀ ਪੇਸ਼ ਆਈ, ਜਿੱਦਾਂ ਇੱਕ ਆਮ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ।
ਮੈਂ ਕਿਹਾ ਕਿ ਬਲਜੀਤ ਤੁਹਾਨੂੰ ਪਤਾ ਆ ਮਤਲਬ ਤੁਸੀਂ ਕਿੱਡਾ ਵੱਡਾ ਫੈਸਲਾ ਲੈ ਰਹੇ ਹੋ ਤੇ ਇਹ ਸੁਣਦੇ ਰਹਿ। ਇਹ 10 ਕੁ ਮਿੰਟ ਮੇਰੀਆਂ ਗੱਲਾਂ ਸੁਣੀਆਂ ਇਹਨਾਂ ਨੇ। ਮੈਂ ਕਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਬੰਦਾ ਮੈਰਿਡ ਆ, ਤੈਨੂੰ ਬਹੁਤ ਪ੍ਰੋਬਲਮਸ ਆਉਣੀਆਂ, ਮੈਨੂੰ ਵੀ ਆਉਣੀਆਂ, ਤੈਨੂੰ ਵੀ ਆਉਣੀਆਂ, ਬਹੁਤ ਜ਼ਿਆਦੀਆਂ ਪ੍ਰੋਬਲਮਸ ਆਉਣੀਆਂ। ਇਹ ਅਨਮੈਰਿਡ ਨਹੀਂਗੇ, ਮੈਰਿਡ ਆ, ਸਾਡੇ ਵਿਆਹ ਨੂੰ 7-8 ਸਾਲ ਹੋ ਗਿਆ। ਕਹਿੰਦੇ ਮੈਨੂੰ ਪਤਾ ਹੀ ਹੈ ਦੀਦੀ, ਆਪਾਂ ਇਕੱਠੇ ਹੀ ਰਹੇ ਆ, ਮੈਨੂੰ ਪਤਾ ਆ, ਤੇ ਜੇ ਤੁਹਾਡੀ ਸਮਝ ਬਣਦੀ ਏ ਮੈਂ ਤੁਹਾਡੇ ਨਾਲ ਪੂਰਾ ਕੋਆਪਰੇਟ ਕਰਾਂਗੀ। ਤੁਸੀਂ ਕਹਤਾ? ਨਹੀਂ, ਇਹਨਾਂ ਨੇ ਕਿਹਾ ਅੱਛਾ, ਮੈਂ ਤੁਹਾਡੇ ਨਾਲ ਕੋਆਪਰੇਟ ਕਰੂੰਗੀ। ਇਹਨਾਂ ਨੇ ਉਸ ਟਾਈਮ ਬੜੀ ਵੱਡੀ ਗੱਲ ਕਹੀ, ਮਤਲਬ ਉਹ ਗੱਲ ਮੈਂ ਹੁਣ ਵੀ ਕਈ ਵਾਰੀ ਸੋਚਦੀ ਆ। ਕਹਿੰਦੀ ਦੀਦੀ ਤੁਸੀਂ ਨਾਲ ਹੀ ਰਹੋਗੇ, ਅਗਰ ਤੁਹਾਨੂੰ ਛੱਡ ਕੇ ਮੇਰੇ ਨਾਲ ਕਰਾਉਣਗੇ ਤੇ ਮੈਂ ਵਿਆਹ ਨਹੀਂ ਕਰਾਉਂਗੀ। ਕੀ ਬਾਤ। ਇਹਨਾਂ ਨੇ ਇਹ ਗੱਲ ਕਹੀ, ਮਤਲਬ ਵੇਖੋ ਮੈਂ ਮਰਦੇ ਦਮ ਤੱਕ ਵੀ ਭੁੱਲ ਨਹੀਂ ਸਕਦੀ ਇਸ ਗੱਲ ਨੂੰ। ਕਹਿੰਦੇ ਮੈਂ ਤੁਹਾਨੂੰ ਛੱਡ ਕੇ, ਖੈਰ ਸਾਡੇ ਬੱਚੇ ਵਿਚਾਰੇ ਪਹਿਲੀ ਵਾਰੀ ਇਹ ਸਾਡੀ ਸਟੋਰੀ ਮੰਮੀਆਂ ਦੀ ਸੁਣ ਰਹੇ ਆ, ਪਹਿਲਾਂ ਤੇ ਇਹ ਤੇ ਜਨਮ ਹੀ ਇਹਨਾਂ ਦੇ ਬਾਅਦ ਚ ਹੋਏ, ਇਹਨਾਂ ਨੂੰ ਪਤਾ ਨਹੀਂ ਆ। ਤੇ ਮੈਂ ਫਿਰ ਵੀ 2-4 ਵਾਰੀ ਇਹਨੂੰ ਕਿਹਾ, ਮੈਂ ਕਿਹਾ ਇਸ ਤਰ੍ਹਾਂ ਹੀ, ਮੈਂ ਕਿਹਾ ਦੇਖ ਬਲਜੀਤ ਔਖੀ ਹੋਵੇਂਗੀ। ਕਹਿੰਦੀ ਨਹੀਂ ਦੀਦੀ, ਜੇ ਵਾਹਿਗੁਰੂ ਨੇ ਚਾਹਿਆ, ਜੇ ਮੇਰੇ ਕਰਕੇ ਘਰ ਵਿੱਚ ਖੁਸ਼ੀਆਂ ਆ ਜਾਣ ਤੇ ਆਪਣੀ ਤਿੰਨਾਂ ਜਣਿਆਂ ਦੀ ਲਾਈਫ ਵਧੀਆ ਹੋ ਜੇ ਤੇ ਬਹੁਤ ਵਧੀਆ। ਮਤਲਬ ਮੈਨੂੰ ਇਹਨਾਂ ਤੋਂ ਕੋਈ ਪ੍ਰੋਬਲਮ ਨਹੀਂ, ਸਰਦਾਰ ਜੀ ਤੋਂ ਵੀ ਮੈਨੂੰ ਇਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਆ, ਤੇ ਤੁਸੀਂ ਮਤਲਬ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰੂੰਗੀ। ਕੀ ਬਾਤ। ਪਹਿਲ ਤੁਹਾਡੀ ਹੋਏਗੀ ਤੇ ਮੇਰੀ ਦੂਸਰੇ ਨੰਬਰ ਤੇ ਮੈਂ ਹੋਊਂਗੀ, ਪਹਿਲ ਤੁਹਾਡੀ ਹੋਊਗੀ। ਤੇ ਮੈਂ ਕਿਹਾ ਛੋਟੀਆਂ ਗੱਲਾਂ ਹੋ ਜਾਂਦੀਆਂ, ਮੈਂ ਕਿਹਾ ਜਨਾਨੀਆਂ ਦੀ ਤੇ ਕਿਚਨ ਵਿੱਚ ਹੀ ਗੱਲ ਹੋ ਜਾਂਦੀ ਏ, ਉਹਨੇ ਚੀਜ਼ ਇੱਥੇ ਰੱਖੀ ਹੋਵੇ ਦੂਸਰੀ ਉੱਥੇ ਰੱਖ ਦੇਵੇ ਤਾਂ ਵੀ ਡਿਸਟਰਬ ਹੋ ਜੀਦਾ ਵਾ। ਕਹਿੰਦੇ ਨਹੀਂ ਦੀਦੀ ਐਜ਼ ਇਟ ਇਜ਼ ਜਿੱਦਾਂ ਦਾ। ਇਹਨਾਂ ਨੇ ਆਏ ਸੀ ਘਰ ਥੋੜੇ ਦਿਨ ਪਹਿਲਾਂ, ਇਹਨਾਂ ਨੇ ਸਾਰਾ ਦੇਖਿਆ ਹੋਇਆ ਸੀ। ਆਪਾਂ ਉਦੋਂ ਪੁਰਾਣੇ ਘਰ ਰਹਿੰਦੇ ਹੁੰਦੇ ਸੀ, ਸਾਡਾ ਪੁਰਾਣਾ ਘਰ ਹੁੰਦਾ ਸੀ ਸਾਰਿਆਂ ਦਾ। ਅੱਛਾ ਜੀ। ਛੋਟਾ ਜਿਹਾ ਮੇਰਾ ਘਰ ਸੀ, ਉੱਥੇ ਛੋਟੇ 2 ਰੂਮ ਸੀ, ਇੱਕ ਕਿਚਨ ਸੀ, ਬਸ ਅੱਗੇ ਇੱਕ ਬਰਾਂਡਾ ਸੀ। ਛੋਟਾ ਜਿਹਾ ਘਰ ਸੀ, ਉੱਥੇ ਅਸੀਂ ਬੈਠੀਆਂ ਬੜਾ ਚਿਰ ਖਾਣਾ ਖੁਣਾ ਖਾਦਾ। ਤੇ ਕਹਿੰਦੇ ਕਿ ਨਹੀਂ ਮੈਂ ਮਤਲਬ ਘਰ ਵੀ ਦੇਖਿਆ ਵਾ ਸਾਰਾ ਕੁਛ ਹੀ ਦੀਦੀ, ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਵਧੀਆ ਰਵਾਂ ਤੁਹਾਡੇ ਨਾਲ। ਤੁਹਾਨੂੰ ਉਦੋਂ ਇਹ ਨਹੀਂ ਲੱਗਿਆ ਹੈਗਾ ਕਿ ਸਾਡੇ ਸਮਾਜ ਦੀ ਇਹ ਗੱਲ ਹੁੰਦੀ ਹੈ ਨਾ ਕਿ ਜਦੋਂ ਕੋਈ ਦੂਸਰੀ ਔਰਤ ਨਾਲ ਵਿਆਹ ਆਪਣੇ ਘਰ ਵਾਲੇ ਦਾ ਹੋ ਜੇ ਤਾਂ ਜਿਹੜੀ ਪਹਿਲੀ ਔਰਤ ਹੁੰਦੀ ਹੈ ਉਹਨੂੰ ਕਿਸੇ ਪਾਸੇ ਕੱਢ ਕੇ ਰੱਖ ਦਿੱਤਾ ਜਾਂਦਾ? ਤੁਹਾਡੇ ਦਿਲ 'ਚ ਇਹ ਡਰ ਹੈਗਾ ਸੀਗਾ, ਚੱਲ ਰਿਹਾ ਸੀ ਉਸ ਵਕਤ ਦੇ ਵਿੱਚ? ਨਾ, ਕਦੀ ਵੀ ਨਹੀਂ ਆਇਆ ਉਸ ਵਕਤ। ਨਾ, ਮੇਰੇ ਦਿਮਾਗ 'ਚ ਇਹ ਤਾਂ ਕਦੀ ਹੁੰਦਾ ਹੀ ਨਹੀਂ ਸੀ ਕਿ ਮੈਨੂੰ ਮੇਰੇ ਸਰਦਾਰ ਜੀ ਛੱਡ ਦੇਣਗੇ। ਮਤਲਬ ਜਿੱਦਾਂ ਕਹਿ ਲਓ ਕਿ ਇੱਕ ਵਿਸ਼ਵਾਸ ਹੀ ਇਦਾਂ ਦਾ ਸੀਗਾ, ਮਤਲਬ ਲੋਹੇ ਤੋਂ ਵੀ ਪੱਕਾ ਵਿਸ਼ਵਾਸ ਇੱਕ ਗੱਲ ਮਤਲਬ ਮਨ ਤੇ ਕਰ ਲੈਣਾ ਵੀ ਨਹੀਂ ਇਦਾਂ ਕਰ ਨਹੀਂ ਸਕਦੇ। ਉਹ ਮਤਲਬ ਉਹ ਵੀ ਕਹਿੰਦੇ ਸੀ ਕਿ ਮੈਂ ਛੱਡ ਕੇ ਨਹੀਂ ਕਰ ਸਕਦਾ, ਬੱਚੇ ਤੋਂ ਬਿਨਾਂ ਰਹਿ ਲਾਂਗੇ, ਮੈਂ ਤੈਨੂੰ ਛੱਡ ਨਹੀਂ ਸਕਦਾ, ਮੈਂ ਡਿਵੋਰਸ ਨਹੀਂ ਦੇ ਸਕਦਾ। ਤੇ ਮੈਂ ਕਿਹਾ ਮੈਂ ਤੁਹਾਨੂੰ ਕਚਹਿਰੀ ਨਹੀਂ ਖੜ ਸਕਦੀ, ਮੈਂ ਕੋਰਟ 'ਚ ਨਹੀਂ ਜਾ ਸਕਦੀ, ਮੈਂ ਕੇਸ ਨਹੀਂ ਕਰ ਸਕਦੀ ਤੁਹਾਡੇ ਤੇ, ਕਿਉਂਕਿ ਮੈਂ ਉਸ ਮਾਲਕ ਦੀ ਹਜ਼ੂਰੀ 'ਚ ਤੁਹਾਨੂੰ ਆਪਣੇ ਬਣਾਇਆ ਔਰ ਬੜੇ ਜ਼ੋਰ ਲੱਗੇ ਸੀ ਆਪਣੇ। ਮੈਂ ਕਿਹਾ ਉਸ ਟਾਈਮ। ਅੱਛਾ, ਤੁਸੀਂ ਸਰਦਾਰ ਸਾਹਿਬ ਤਾਂ ਪਿੱਛੇ ਪੈਰ ਕਰਦੇ ਹੋਣਗੇ ਕਿ ਮੈਂ ਨਹੀਂ ਦੂਸਰਾ ਵਿਆਹ ਕਰਾਉਣਾ, ਤੁਹਾਡੀ ਵੀ ਇਹ ਕਿਤੇ ਨਾ ਕਿਤੇ ਇਹ ਹੋ ਗਈ ਕਰਾ ਲਓ ਹੈ ਨਾ, ਘਰ 'ਚ ਖੁਸ਼ੀਆਂ ਆ ਜਾਣਗੀਆਂ? ਨਹੀਂ, ਮੇਰੇ ਉਦੋਂ ਹੀ ਆਈ ਗੱਲ ਜਦੋਂ ਗੱਲ ਸਟਾਰਟ ਡੈਡੀ ਜੀ ਨੇ ਕੀਤੀ, ਉਸ ਤੋਂ ਬਾਅਦ ਆਈ। ਬਾਅਦ ਵਿੱਚ ਮਤਲਬ ਮੈਂ ਆਪਣੀ ਮਤਲਬ ਮੇਰੀ ਕਮੀ ਦਾ ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ। ਭਾਵੇਂ ਕਿ ਉਹਨਾਂ ਨੇ ਨੋਰਮਲ ਗੱਲ ਕੀਤੀ, ਡੈਡੀ ਜੀ ਹੋਣਾ ਨੇ ਨੋਰਮਲੀ ਗੱਲ ਕਰਦੇ ਆਪਾਂ ਘਰ ਵਿੱਚ, ਪਰ ਮੈਂ ਉਹਨੂੰ ਇਸ ਐਂਗਲ ਤੋਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਮੇਰੀ ਹੀ ਕਮੀ ਹੈ ਤੇ ਮੇਰੀ ਕਮੀ ਦਾ ਕਰਕੇ ਫਿਰ ਗੱਲ ਚੱਲ ਗਈ। ਅੱਛਾ, ਤੇ ਫਿਰ ਜਦੋਂ ਇੱਥੇ ਵਾਪਸ ਆਉਨੇ ਹੋ, ਇਹਨਾਂ ਨੂੰ ਮਿਲ ਕੇ ਭੈਣ ਹੋਰਾਂ ਨੂੰ ਵਾਪਸ ਆਉਨੇ ਹੋ, ਤੁਹਾਨੂੰ ਇਹ ਹੌਸਲਾ ਦਿਵਾ ਦਿੰਦੇ ਆ, ਵਿਸ਼ਵਾਸ ਵੀ ਦਿਵਾ ਦਿੰਦੇ ਆ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੋਊਗਾ ਹਨਾ, ਜਿਹੋ ਜਿਹਾ 2 ਪਤਨੀਆਂ 'ਚ ਹੁੰਦਾ, ਜਿਹੋ ਜਿਹਾ ਅਸੀਂ ਫਿਲਮਾਂ 'ਚ ਦੇਖਦੇ ਹਾਂ, ਹੋਰ ਕਿਤੇ ਦੇਖਦੇ ਹਾਂ, ਵੀ ਇਹੋ ਜਿਹਾ ਕੁਝ ਨਹੀਂ ਹੋਊਗਾ। ਤੇ ਫਿਰ ਤੁਹਾਡਾ ਨਜ਼ਰੀਆ ਕਿਵੇਂ ਦਾ ਰਹਿੰਦਾ ਵਾਪਸ ਆ? ਮੇਰਾ ਨਜ਼ਰੀਆ ਇਹਨਾਂ ਨਾਲ ਉਸੇ ਤਰ੍ਹਾਂ ਹੀ ਰਿਹਾ, ਪਰ ਮੈਂ ਥੋੜੀ ਜੀ ਮਤਲਬ ਡਗਮਗਾ ਗਈ, ਇਨਸਿਕਿਉਰ ਹੋ ਗਈ। ਹਾਂ, ਇਨਸਿਕਿਉਰ ਹੋ ਗਈ। ਤੇ ਜਿੱਦਾਂ ਕੰਮ ਕਰਨ ਨੂੰ ਮੇਰਾ ਮਨ ਨਾ ਕਰਨਾ, ਤੇ ਪਰ ਮਤਲਬ ਸਤਿਕਾਰ ਇਹਨਾਂ ਦਾ ਉਸੇ ਤਰ੍ਹਾਂ, ਟ੍ਰੀਟ ਇਹਨਾਂ ਨੂੰ ਉਦਾਂ ਹੀ ਕਰਨਾ, ਆਉਂਦਿਆਂ ਨੂੰ ਪਾਣੀ ਦੇਣਾ, ਚਾਹ ਪਾਣੀ। ਵਿਆਹ ਨਹੀਂ, ਉੱਥੋਂ ਵਾਪਸ ਉੱਥੋਂ ਹੀ ਆਣ ਤੇ ਹਾਂ ਪਰੇਸ਼ਾਨ ਹੋਣਾ ਇਹਨਾਂ ਨੇ, ਆਪਣੀ ਦੁਕਾਨ ਤੇ ਚੱਲ ਜਾਣਾ, ਕਈ ਵਾਰੀ ਜਾਣਾ ਵਾਪਸ ਆ ਜਾਣਾ, ਫਿਰ ਮੇਰੇ ਕੋਲ ਆ ਕੇ ਬੈਠੇ ਰਹਿਣਾ, ਮਤਲਬ ਘਰ ਬੈਠੇ ਰਹਿਣਾ ਜਿੱਦਾਂ ਆਪਾਂ ਨੋਰਮਲ ਆਪਣੇ ਘਰ ਰਹਿੰਦੇ ਹਾਂ, ਗੱਲਾਂ ਕਰਨੀਆਂ ਕਿ ਕੁਲਵਿੰਦਰ ਤੂੰ ਸੋਚਣਾ ਛੱਡ ਦੇ, ਤੂੰ ਰੋਇਆ ਨਾ ਕਰ, ਮੈਂ ਬਹੁਤ ਡਿਸਟਰਬ ਹੁੰਨਾ, ਮੈਂ ਮਤਲਬ ਅਥਰੂ ਨਹੀਂ ਬਰਦਾਸ਼ਤ ਕਰ ਸਕਦਾ। ਉਹ ਬੜੇ ਨਾ ਸੌਫਟ ਸੀਗੇ, ਸੌਫਟ ਬਹੁਤ ਜ਼ਿਆਦਾ ਸੀਗੇ।
ਤੇ ਕਹਿੰਦੇ ਸੀ ਇਹ ਤੇ ਹੋ ਹੀ ਨਹੀਂ ਨਾ ਸਕਦਾ ਵੀ ਮਤਲਬ ਤੈਨੂੰ ਪਰਾਂ ਕਰਕੇ ਤੇ ਮੈਂ ਉਹਨੂੰ ਲੈ ਆਵਾਂ, ਇਹ ਨਹੀਂ ਹੋਣਾ, ਤੁਸੀਂ ਨਾਲ ਹੀ ਰਹੋਗੇ। ਇੱਕ ਉਹਨਾਂ ਦਾ ਸਭ ਤੋਂ ਵੱਡੀ, ਉਹਨਾਂ ਨੇ ਆਪਣੀ ਲਾਈਫ 'ਚ ਤੂੰ ਲਫ਼ਜ਼ ਨਹੀਂ ਵਰਤਿਆ, ਮਤਲਬ ਗਾਲਾਂ ਨਹੀਂ ਮਾਰਿਆ, ਨਹੀਂ ਕੁਛ ਨਹੀਂ ਇਦਾਂ ਦਾ ਕੋਈ ਕੰਮ ਜਿੱਦਾਂ ਆਮ ਘਰਾਂ ਦੇ ਵਿੱਚ ਹੋ ਜਾਂਦੇ ਆ, ਇਦਾਂ ਦਾ ਕੋਈ ਕੰਮ ਨਹੀਂ ਹੋਇਆ। ਫਿਰ ਇਦਾਂ ਉਹਨਾਂ ਨੇ ਥੋੜਾ ਥੋੜਾ ਮੈਨੂੰ ਮਤਲਬ ਨਾ ਜ਼ਿਆਦਾ ਮੇਰੇ ਕਲੋਜ਼ ਰਹਿਣਾ ਸ਼ੁਰੂ ਕਰਤਾ। ਡੈਡੀ ਜੀ ਨੇ ਜਾ ਕੇ ਬੈਠੇ ਰਹਿਣਾ, ਮੰਮੀ ਨੇ ਜਾ ਕੇ ਬੈਠੇ ਰਹਿਣਾ, ਮਤਲਬ ਮੈਨੂੰ ਥੋੜਾ ਨਾਰਮਲ ਕਰ ਦਿੱਤਾ। ਅੱਛਾ, ਤੇ ਫਿਰ ਤੂੰ ਸੈੱਟ ਹੋ ਪਹਿਲਾਂ, ਫਿਰ ਗੱਲ ਤੋਰਾਂਗੇ। ਅੱਛਾ, ਫਿਰ ਮਹੀਨਾ 2 ਮਹੀਨੇ ਲੰਘ ਗਏ, ਫਿਰ ਗੱਲ ਚੱਲੀ, ਇਸੇ ਤਰ੍ਹਾਂ ਹੀ ਫਿਰ ਗੱਲ ਸਟਾਰਟ ਹੋ ਗਈ। ਐਦਾਂ ਹੀ ਵੀ ਉਹਨਾਂ ਨੂੰ ਕੋਈ ਹਾਂ ਨਾ ਦਸੀਏ। ਮੰਮੀ ਡੈਡੀ ਤੇ ਛੋਟਾ ਬ੍ਰਦਰ ਆਇਆ ਤੇ ਮਾਮਾ ਜੀ ਤੇ ਮਾਮੀ ਜੀ ਤੇ ਇੱਕ ਉਹ ਬ੍ਰਦਰ ਆਇਆ ਮਾਮਾ ਜੀ ਦਾ ਬੇਟਾ। ਫਿਰ ਰਿਸ਼ਤੇ ਦੀ ਗੱਲ ਪੱਕੀ ਹੋਈ ਤੇ ਉਸ ਦਿਨ ਮੇਰੀ ਇੱਕ ਰਿਸ਼ਤੇਦਾਰੀ ਦੇ ਵਿੱਚ ਮੈਰਿਜ ਸੀਗੀ, ਅਸੀਂ ਉੱਥੇ ਵੀ ਜਾਣਾ ਸੀ ਤੇ ਇਹ ਪ੍ਰਾਹੁਣੇ ਆ ਗਏ। ਚਲੋ ਜਿੱਦਾਂ ਇੱਕ ਪ੍ਰਾਹੁਣੇ ਆਪਾਂ ਟਰੀਟ ਕਰਦੇ ਆਪਾਂ ਵੀ ਕੀਤਾ, ਖਾਣਾ ਖੁਣਾ ਬਣਾ ਕੇ ਖਵਾਇਆ। ਫਿਰ ਇਹਨਾਂ ਦੇ ਮਾਮਾ ਜੀ ਇੱਥੇ ਫਤਿਆਬਾਦ ਨੇ, ਬਲਜੀਤ ਦੇ ਨਾਨਕੇ, ਤੇ ਉਹ ਮਾਮਾ ਜੀ ਕਹਿੰਦੇ ਵੀ ਜਿਹੜਾ ਸ਼ਗਨ ਆ ਨਾ, ਜਿਹੜੇ ਪੈਸੇ ਰੱਖਣੇ ਆ, ਅਸੀਂ ਮੁੰਡੇ ਨੂੰ ਨਹੀਂ ਰੱਖਣੇ, ਅਸੀਂ ਐਸ ਕੁੜੀ ਨੂੰ ਰੱਖਣੇ ਨੇ ਪੈਸੇ। ਤੁਹਾਨੂੰ ਰੱਖਣੇ? ਹਾਂ। ਅੱਛਾ, ਇਹ ਪੈਸੇ ਇਹਨੂੰ ਰੱਖਣੇ ਆ ਕਿਉਂਕਿ ਕੁੜੀ ਇਹਦੇ ਨਾਲ ਵਿਆਹਣੀ ਏ। ਅੱਛਾ, ਕਹਿੰਦੇ ਕੁੜੀ ਇਸ ਕੁੜੀ ਨਾਲ ਵਿਆਹਣੀ ਏ। ਅੱਛਾ, ਮੁੰਡਾ ਬਾਅਦ ਚ ਵਾ। ਕੀ ਬਾਤ, ਉਹਨਾਂ ਦੀ ਵੀ ਸੋਚ ਹੈ ਨਾ, ਮਾਮਾ ਜੀ ਦੀ ਸੋਚ। ਹਾਂ। ਮਾਮਾ ਜੀ ਕਹਿੰਦੇ, ਮਾਮਾ ਜੀ ਐਕਸਪਾਇਰ ਹੋ ਗਏ, ਉਹ ਵੀ ਮਾਮੀ ਜੀ ਵੀ ਹੋ ਗਏ ਆ, ਹੁਣ ਨਹੀਂ ਹੈਗੇ ਦੁਨੀਆ ਤੇ ਉਹ ਵੀ। ਕਹਿੰਦੇ ਵੀ ਇਹਨਾਂ ਦੇ ਇਹ ਮਤਲਬ ਕੁੜੀ ਨੂੰ ਸ਼ਗਨ ਦੇਣਾ ਆ। ਤੇ ਮੈਂ ਹੱਸ ਕੇ ਕਿਹਾ ਨਹੀਂ, ਜਿੱਥੇ ਸ਼ਗਨ ਬਣਦਾ ਮਾਮਾ ਜੀ ਉੱਥੇ ਹੀ ਇੱਕੋ ਹੀ ਗੱਲ ਆ, ਸਰਦਾਰ ਜੀ ਨੂੰ ਦੇਤਾ, ਮੈਨੂੰ ਦੇਤਾ, ਇਦਾਂ ਹੀ ਅਸੀਂ ਬੈਠੇ ਆ, ਇਦਾਂ ਹੀ ਮਤਲਬ ਮੇਰਾ ਵੀ ਹੱਥ ਫੜ ਕੇ ਤੇ ਸਰਦਾਰ ਜੀ ਦਾ ਵੀ, ਤੇ ਇਦਾਂ ਮਾਮਾ ਜੀ ਨੇ ਸ਼ਗਨ ਦਿੱਤਾ, ਇਦਾਂ ਸਾਡੇ ਦੋਨਾਂ ਦੇ ਹੱਥਾਂ ਦੇ ਵਿੱਚ। ਆਂਦੇ ਕੁੜੀਏ ਅੱਜ ਤੋਂ ਬਾਅਦ ਕੁੜੀ ਤੇਰੇ ਨਾਲ ਵਿਆਹਤੀ। ਉਹ ਫਿਰ ਚਲੇ ਜਾਂਦੇ ਆ ਤੇ ਅਸੀਂ ਮੈਰਿਜ ਤੇ ਚਲੇ ਜਾਂਦੇ ਆ। ਮਤਲਬ ਜਿੱਦਣ ਅੰਗੇਜਮੈਂਟ ਹੋਣ ਤੋਂ ਬਾਅਦ ਉੱਥੇ ਮੇਰੇ ਸਾਰੇ ਰਿਸ਼ਤੇਦਾਰ ਹੁੰਦੇ ਆ, ਮੇਰੇ ਪੇਰੈਂਟਸ, ਮੇਰੀਆਂ ਭੈਣਾਂ, ਮੇਰੇ ਬ੍ਰਦਰ। ਨਾ, ਉੱਥੇ ਕੋਈ ਗੱਲ ਮੈਂ ਸ਼ੇਅਰ ਨਹੀਂ ਕੀਤੀ। ਅੱਛਾ, ਕਿ ਇੱਥੇ ਵਿਆਹ ਵਾਲਾ ਮਾਹੌਲ ਆ ਤੇ ਜੇ ਮੈਂ ਪਰੇਸ਼ਾਨ ਹੋਈ ਤੇ ਸਾਰੇ ਪਰੇਸ਼ਾਨ ਹੋ ਜਾਣਗੇ ਤੇ ਮੇਰੇ ਸਰਦਾਰ ਜੀ ਦੀ ਇਨਸਲਟ ਨਾ ਕਰ ਦੇਣ। ਸਹੀ ਗੱਲ, ਇਹਨਾਂ ਦੀ ਬੇਇੱਜ਼ਤੀ ਕਰਨਗੇ ਤੇ ਮੈਂ ਉਹ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਕਿ ਇਹਨਾਂ ਨੂੰ ਕੋਈ ਹੋਏ ਵੀ ਕਵੇ ਮੇਰੇ ਹੁੰਦਿਆਂ। ਤੇ ਫਿਰ ਅਸੀਂ ਉੱਥੇ ਵਿਆਹ ਦੇਖਿਆ ਤੇ ਵਿਆਹ ਮਤਲਬ ਸਾਰੇ ਰਸਤੇ ਵੀ ਸਰਦਾਰ ਜੀ ਮਤਲਬ ਬਹੁਤ ਜ਼ਿਆਦਾ, ਮਤਲਬ ਇੰਨਾ ਕਿ ਜ਼ਿਆਦਾ ਸਕੂਟਰ ਡੱਕ ਕੇ ਵੀ ਮਤਲਬ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਤੇ ਪਿਆਰ ਕੀਤਾ ਖਲੋ ਖਲੋ ਕੇ ਵੀ ਪਰੇਸ਼ਾਨੀ ਹੋਣਾ, ਮੈਂ ਤੇਰੇ ਨਾਲ ਆ, ਮੈਂ ਤੇਰੇ, ਹਮੇਸ਼ਾ ਉਹ ਇਦਾਂ ਕਰ ਦਿੰਦੇ ਸੀ ਮੈਂ ਤੇਰੇ ਨਾਲ ਆ। ਉਹਨਾਂ ਦੀ ਆਦਤ ਸੀ ਕਿ ਆਪਣੇ ਹੱਥ ਨੂੰ ਉਹਨੇ ਕਹਿਣਾ ਮੈਂ ਤੇਰੇ ਨਾਲ ਆ ਨਾ, ਦੁਨੀਆ ਦੀ ਕੋਈ ਤਾਕਤ ਕੁਛ ਨਹੀਂ ਕਰ ਸਕਦੀ ਤੈਨੂੰ ਤੇ ਮੈਂ ਮੌਤ ਦੇ ਮੂੰਹ ਚੋਂ ਵਾਪਸ ਲਿਆ ਸਕਦਾ। ਮੈਂ ਕਹਿਣਾ ਨਾ ਮੈਨੂੰ ਤੇ ਮੈਂ ਤੇ ਮਰ ਜਾਣਾ ਚਾਹੀਦਾ ਬੰਦੇ ਨੂੰ, ਤੇ ਮਤਲਬ ਮੈਂ ਇੱਕ ਔਰਤ ਆ ਨਾ, ਮੈਂ ਭਾਵਕ ਹੋ ਜਾਣਾ ਸੁਭਾਵਕ ਸੀਗਾ। ਇਹ ਗੱਲਾਂ, ਇਹ ਸਭ ਚੀਜ਼ਾਂ ਨੈਗੇਟਿਵ ਪੋਜ਼ਿਟਿਵ ਸਾਡੀ ਜ਼ਿੰਦਗੀ ਦੇ ਨਾਲ ਚੱਲੀਆਂ, ਮੇਰੀ ਨਾਲ ਵੀ ਬਹੁਤ ਚੱਲੀਆਂ। ਫਿਰ ਅਸੀਂ ਵਾਪਸ ਵੀ ਆਏ ਤੇ ਸਰਦਾਰ ਜੀ ਇਦਾਂ ਹੀ ਮਤਲਬ ਬਹੁਤ ਉਹਨਾਂ ਨੇ ਮਤਲਬ ਜਿੱਦਾਂ ਇੱਕ ਫਕਰ ਵੀ ਮਹਿਸੂਸ ਕਰਨ ਤੇ ਇੱਕ ਪਿਆਰ ਵੀ ਆਵੇ ਤੇ ਉਹਨਾਂ ਨੂੰ ਰੋਣ ਵੀ ਆਵੇ ਵੀ ਜੇ ਵਾਹਿਗੁਰੂ ਸਾਡੇ ਬੇਬੀ ਹੋ ਜਾਂਦਾ ਤੇ ਸ਼ਾਇਦ ਸਾਨੂੰ ਇੰਨੇ ਪਾਪੜ ਨਾ ਵੇਲਣੇ ਪੈਂਦੇ ਹਨਾ। ਉਹ ਥੋੜੇ ਜੇ ਇਸ ਗੱਲ ਤੋਂ ਹੋਏ। ਫਿਰ ਮੇਰੀ ਨੇਚਰ ਉਹਨਾਂ ਨੂੰ ਹਮੇਸ਼ਾ ਹੌਸਲਾ ਦੇਣ ਦੀ ਸੀ। ਉਹ ਤੁਹਾਨੂੰ ਦੱਸਿਆ ਕਿ ਸੌਫਟ ਹੀ ਜ਼ਿਆਦੇ। ਮੈਂ ਨਾ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਆ। ਅੱਛਾ ਜੀ। ਮੈਂ ਕਈ ਵਾਰੀ ਕਹਿਣਾ ਮੇਰੇ ਇੰਨੇ ਲਫ਼ਜ਼ ਨਾਲ ਹੀ ਤੁਸੀਂ ਉੱਠ ਕੇ ਬਹਿ ਜਾਂਦੇ ਹੋ ਵੀ ਨਾਲ ਆ, ਮੈਂ ਕਿਹੜੀ ਤੋਫ ਪੜੀ ਏ ਵੀ ਜਿਹੜੀ ਚਲਾ ਦੇਣੀ ਕਿਸੇ ਤੇ। ਕਹਿੰਦੇ ਨਹੀਂ, ਇਹ ਬੜੀ ਵੱਡੀ ਬੈਕ ਆ ਤੂੰ ਮੇਰੀ, ਤੂੰ ਮੇਰੀ ਬੈਕਬੋਨ ਆ, ਮੇਰੇ ਲਈ ਇਹ ਬਹੁਤ ਵੱਡਾ ਕੰਮ ਕਰਦੀ ਏ। ਅੱਛਾ। ਫਿਰ ਇਦਾਂ ਹੋ ਗਿਆ। ਫਿਰ ਕੁਝ ਦਿਨਾਂ ਦੇ ਵਿੱਚ ਹੀ, ਕੁਝ ਦਿਨਾਂ 'ਚ ਹੀ ਹੋ ਗਈ ਨਾ ਮੈਰਿਜ। ਇੱਕ ਹਫ਼ਤੇ ਬਾਅਦ ਮੈਰਿਜ ਰੱਖ ਲਈ। ਅੱਛਾ, ਤੇ ਫਿਰ ਉਦੋਂ ਆਪਣੇ ਪੇਕੇ ਪਰਿਵਾਰ ਨੂੰ ਦੱਸ ਨਹੀਂ, ਉਦੋਂ ਵੀ ਨਹੀਂ ਦੱਸਦੇ ਨਾ। ਅੱਛਾ। ਮੇਰੀ ਇੱਕ ਸਿਸਟਰ ਨੂੰ ਪਤਾ ਸੀ। ਅੱਛਾ। ਇੱਕ ਮੇਰੇ ਭਾਜੀ ਨੂੰ ਪਤਾ ਸੀ, ਮੇਰੇ ਜੀਜਾ ਜੀ ਨੂੰ। ਉਹ ਉਦੋਂ ਇੰਗਲੈਂਡ ਸੀਗੇ। ਉਹ ਕੀ ਕਹਿੰਦੇ ਫਿਰ? ਉਹ ਕਹਿੰਦੇ ਜਿੱਦਾਂ ਤੁਹਾਡੀ ਸਹਿਮਤੀ ਹੈ। ਪਰੇਸ਼ਾਨ ਤੇ ਹੋਏ, ਪਰ ਉਹ ਇਹ ਕਹਿੰਦੇ ਕਿ ਮਤਲਬ ਕੋਈ ਫੈਸਲਾ ਇਦਾਂ ਦਾ ਨਾ ਲਿਓ ਤੇ ਨਾ ਸਾਰਿਆਂ ਨੂੰ ਦੱਸਿਓ ਕਿ ਉਹਨਾਂ ਨੂੰ ਪਤਾ ਹੈ। ਕਹਿੰਦੇ ਫਿਰ ਸਾਡੇ ਦਿਵਾਲੇ ਹੋਣਗੇ ਸਾਰੇ। ਤੇ ਸਿਸਟਰ ਨੂੰ ਪਤਾ ਸੀ। ਫਿਰ ਇਦਾਂ ਅਸੀਂ ਮਤਲਬ ਹੋ ਗਈ ਤਿਆਰੀ। ਫਿਰ ਸਰਦਾਰ ਜੀ ਹੁਣੀ ਕਹਿੰਦੇ ਚਲੋ ਕੋਈ ਤਿਆਰੀ ਕਰ ਲਈ। ਫਿਰ ਆਪਾਂ ਫਤਿਆਬਾਦ ਗਿਆ। ਫਿਰ ਆਪਾਂ ਕੱਪੜੇ ਲਿਆਏ ਦੇ ਖਰੀਦ ਕੇ, ਮੈਂ ਨਾਲ ਸੀ। ਅੱਛਾ, ਆ ਭੈਣ ਹੋਰਾਂ ਦੇ ਕੱਪੜੇ ਤੁਸੀਂ ਖਰੀਦਦੇ ਹੋ? ਫਿਰ ਇਹਦੀ ਵਰੀ ਦੇ ਕੱਪੜੇ ਬਣਾਏ ਤੇ ਮੇਰੇ ਵੀ ਬਣਾਏ ਨਾਲ। ਤੇ ਉਹਨੇ ਸੂਟ ਤੁਸੀਂ ਬਣਾ ਲਓ। ਮੈਂ ਕਿਹਾ ਨਹੀਂ, ਮੈਂ ਨਹੀਂ ਬਣਾਉਣਾ। ਇੱਕੋ ਹੀ ਸੂਟ ਮੈਂ ਕੋਈ ਮੈਰਿਜ ਦੇਖੀ ਸੀ ਤੇ ਕੱਪੜੇ ਬਹੁਤ ਬਣਾਏ ਸੀ ਪਹਿਲਾਂ। ਮੈਂ ਕਿਹਾ ਨਹੀਂ ਰਾਜੇ, ਕੋਈ ਲੋੜ ਨਹੀਂ ਆ, ਬਾਕੀ ਜਿੱਦਾਂ ਦੇ ਉਹਨੂੰ ਉਹਦੀ ਚੁਆਇਸ ਹੋਏਗੀ ਉਹ ਆ ਕੇ ਲੈ ਲੈਣਗੇ। ਕਿਆ ਬਾਤ। ਤੇ ਆਪਾਂ ਲੈ ਲਈਏ
ਤੇ ਜਿੰਨੀ ਕੁ ਲੋੜ ਆ ਉਹਨੂੰ ਲੈ ਲਈਏ, ਫਿਰ ਉਹ ਆਪਣੀ ਚੁਆਇਸ ਮੁਤਾਬਕ ਲੈ ਲੈਣਗੇ, ਕਿਉਂਕਿ ਕੱਪੜੇ ਦੀ ਚੁਆਇਸ ਕਿਸੇ ਤੇ ਥੋਪੀ ਨਹੀਂ ਜਾਂਦੀ। ਫਿਰ ਅਸੀਂ ਅੰਮ੍ਰਿਤਸਰ ਗਏ ਵੀਰ ਜੀ, ਫਿਰ ਅਸੀਂ ਉੱਥੇ ਸ਼ਾਪਿੰਗ ਕੀਤੀ, ਫਿਰ ਸਰਦਾਰ ਜੀ ਦਾ ਸਿਹਰਾ ਖਰੀਦਿਆ, ਕਲਗੀ ਖਰੀਦੀ, ਆਪਣੇ ਹੱਥੀਂ ਉਹਨਾਂ ਦੇ ਕੱਪੜੇ ਖਰੀਦੇ, ਸਾਰਾ ਜਿੱਦਾਂ ਇੱਕ ਦੁੱਲਾ ਤਿਆਰ ਕਰੀਦਾ, ਕਿਉਂਕਿ ਇਹ ਅਨਮੈਰਿਡ ਸੀਗੇ। ਫਿਰ ਅਸੀਂ ਲੈ ਕੇ ਤੇ ਘਰ ਆ ਗਏ, ਮਤਲਬ ਜਿੰਨਾ ਕੁ ਅਸੀਂ ਕਰਨਾ ਸੀ। ਬਹੁਤੇ ਰਿਸ਼ਤੇਦਾਰ ਨਹੀਂ ਬੁਲਾਏ, ਮਤਲਬ ਜਿਹੜੇ ਮੇਨ ਸੀਗੇ ਚਾਚਾ ਜੀ ਆ ਆਪਦੇ ਗਏ। ਪੇਕੇ ਵਾਲੇ ਵੀ ਨਹੀਂ? ਨਾ 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 ਨਾ, ਕੋਈ ਪੇਕਾ ਨਹੀਂ ਆਇਆ, ਦੱਸਿਆ ਵੀ ਨਹੀਂ ਉਹਨਾਂ ਨੂੰ, ਪਰ ਉਹਨਾਂ ਨੂੰ ਪਤਾ ਲੱਗ ਗਿਆ ਉਸ ਦਿਨ, ਉਹਨਾਂ ਨੂੰ ਪਤਾ ਲੱਗ ਗਿਆ ਵਿਆਹ ਵਾਲੇ ਦਿਨ? ਹਾਂ, ਉਹਨਾਂ ਨੂੰ ਪਤਾ ਲੱਗ ਗਿਆ। ਮੇਰੇ ਫਾਦਰ ਸਾਹਿਬ ਮਤਲਬ ਬੜੇ ਗੁੱਸੇ 'ਚ ਆ ਗਏ। ਉਹਨਾਂ ਨੇ ਮਤਲਬ ਇੱਦਾਂ ਪੈਲੀਆਂ 'ਚ ਕੰਮ ਕਰਦੇ ਸੀ ਤੇ ਉੱਥੋਂ ਚਲੇ ਗਏ ਮੇਰੀ ਵੱਡੀ ਸਿਸਟਰ ਕੋ, ਕਹਿੰਦੇ ਚਲੋ ਇੱਥੋਂ ਗੱਡੀਆਂ 2 ਲਈਏ ਤੇ ਲਈਏ ਕਿਰਾਏ ਤੇ ਚੱਲੀਏ, ਪੁੱਛੀਏ ਤੇ ਸਹੀ ਉਹਨਾਂ ਨੂੰ ਇੱਕ ਵਾਰੀ ਵੀ ਉਹਨਾਂ ਨੇ ਕਿਉਂ ਕੀਤਾ ਇੱਦਾਂ। ਫਿਰ ਮੇਰੇ ਨਾ ਸਿਸਟਰ ਦੇ ਸੱਸ ਬੜੇ ਸਿਆਣੇ ਵੱਡੇ, ਉਹ ਕਹਿੰਦੇ ਭਾਜੀ ਵੀ ਜੇ ਤੁਹਾਡੀ ਬੇਟੀ ਨੇ ਕਿਹਾ ਮੈਂ ਕਰ ਰਹੀ ਹਾਂ ਤੇ ਫਿਰ ਆਪਣੀ ਕਿੰਨੀ ਬੇਇੱਜ਼ਤੀ ਹੋਏਗੀ। ਨਹੀਂ, ਇੱਦਾਂ ਨਹੀਂ ਜਾਣਾ ਆਪਾਂ। ਜੇ ਕੁੜੀ ਪਰੇਸ਼ਾਨ ਹੁੰਦੀ ਤੇ ਉਹ ਜ਼ਰੂਰ ਤੁਹਾਨੂੰ ਦੱਸਦੀ। ਕੁੜੀ ਪਰੇਸ਼ਾਨ ਨਹੀਂ ਆ ਤੇ ਉਹ ਬੜੇ ਸਿਆਣੇ ਸੀ, ਉਹਨਾਂ ਨੇ ਗੱਲੀ ਗੁੱਲੀ ਲਾ ਲਿਆ ਪਾਪਾ ਜੀ ਨੂੰ ਉੱਥੇ, ਤੇ ਕਹਿੰਦੇ ਰੋਟੀ ਬਣਾਓ, ਮੀਟ ਬਣਾਓ। ਆਂਦੀ ਮਾਸੀ ਜੀ ਕਹਿੰਦੇ, ਮੈਂ ਕਿਹਾ ਚੱਲ ਟਾਈਮ ਤੇ ਲੱਗੇਗਾ ਹੀ ਨਾ ਮੀਟ ਬਣਦਿਆਂ। ਉਹ ਜਿੱਦਾਂ 2-3 ਘੰਟੇ ਉੱਥੇ ਲੰਘ ਗਏ ਤੇ ਮੈਨੂੰ ਫੋਨ ਆਇਆ, ਉਦੋਂ ਆ ਦੂਜੇ ਫੋਨ ਹੁੰਦੇ ਸੀ ਸੈੱਟ ਜਿਹੜੇ ਘਰਾਂ 'ਚ ਲੱਗੇ ਹੁੰਦੇ, ਲੈਂਡਲਾਈਨ। ਹਾਂ ਲੈਂਡਲਾਈਨ। ਉੱਤੇ ਫੋਨ ਆਇਆ ਮੈਨੂੰ ਸਿਸਟਰ ਦਾ, ਤੇ ਉਹ ਬੜੇ ਆਵਾਜ਼ਾਰ ਹੋਏ ਤੇ ਬੜਾ ਰੋਏ ਤੇ ਮੈਨੂੰ ਝਿੜਕਿਆ ਉਹਨਾਂ ਨੇ ਬੜਾ। ਮੈਂ ਸੁਣੀ ਗਈ। ਇਹ ਸਾਰੇ ਗਏ ਸੀ ਵਿਆਹੁਣ ਤੇ ਮੈਂ ਇਕੱਲੀ ਘਰ ਸੀ, ਤੇ ਭੂਆ ਜੀ ਸੀ ਮੇਰੇ ਕੋਲ, ਸਰਦਾਰ ਜੀ ਦੇ ਭੂਆ ਜੀ, ਉਹ ਮੇਰੇ ਕੋਲ ਸੀਗੇ। ਆਪਾਂ ਰੋਟੀ ਬਣਾਉਂਦੇ ਸੀ ਮੈਂ ਤੇ ਭੂਆ ਜੀ, ਇਹਨਾਂ ਦੇ ਆਉਣ ਦੀ ਉਡੀਕ 'ਚ। ਤੇ ਨਾ ਆਪਾਂ ਕੋਈ ਕਿਸੇ ਨੂੰ ਹੋਰ ਨੂੰ ਬੁਲਾਇਆ ਨਹੀਂ ਆ ਬਾਹਰੋਂ ਵੀ ਚਲੋ ਅੱਜ ਕੀ ਗੱਲ ਕਰਨੀ ਕਿਸੇ ਨਾਲ। ਤੇ ਮੈਂ ਕਿਹਾ ਭੈਣ ਤੁਸੀਂ ਫੋਨ ਬੰਦ ਕਰ ਦਿਓ ਤੇ ਮੈਂ ਫੇਰ ਕਿਸੇ ਦਿਨ ਕਰਾਂਗੀ। ਤੇ ਭੈਣ ਨੇ ਫੋਨ ਬੰਦ ਕਰ ਦਿੱਤਾ ਮੇਰੇ ਨਾਲ। ਫਿਰ ਇਹ ਬਲਜੀਤ, ਇੱਕ ਦਿਨ ਪਹਿਲਾਂ ਇਹਨਾਂ ਨਾਲ ਮੇਰੀ ਗੱਲ ਹੋਈ ਤੇ ਕਹਿੰਦੇ ਦੀਦੀ ਮੈਂ ਲਹਿੰਗਾ ਪਾਉਣਾ। ਮੈਂ ਫਿਰ ਇੱਥੋਂ ਲਹਿੰਗਾ ਲੈ ਕੇ ਭੇਜਿਆ ਇਹਨਾਂ ਨੂੰ, ਇੱਥੇ ਇਹਨਾਂ ਦਾ ਦੋਸਤ ਹੈ ਉਹਦੀ ਦੁਕਾਨ ਤੋਂ। ਮੈਂ ਕਿਹਾ ਫਿਰ ਦੇਣ ਜਾਵਾਂਗੇ ਤੇ ਇੱਥੇ ਦਾ ਇੱਥੇ ਹੀ ਰਹਿ ਜਾਏਗਾ, ਕੋਈ ਗੱਲ ਨਹੀਂ। ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਦੱਸਿਆ, ਮੈਂ ਕਿਹਾ ਗੋਲਡਨ ਕਲਰ ਆ ਤੇ ਦੇ ਦਿਆਂ, ਭੇਜ ਦਿਆਂ। ਕਹਿੰਦੀ ਦੀਦੀ ਭੇਜ ਦਿਓ, ਗੋਲਡਨ ਹੀ ਭੇਜ ਦਿਓ। ਚਲੋ ਇਹਨਾਂ ਦਾ ਮੈਰਿਜ ਹੋਈ, ਗੁਰੂ ਘਰ ਹੋਈ ਮੈਰਿਜ। ਇਹਨਾਂ ਦੇ ਵੀ ਪੇਰੈਂਟਸ ਨੇ ਕੋਈ ਇੰਨੀ ਧੂਮ ਧੜਕੇ ਨਾਲ ਨਹੀਂ ਕੀਤੀ, ਵੀ ਜਿੱਦਾਂ ਅਸੀਂ ਕਿਹਾ ਉਹ ਉੱਦਾਂ ਹੀ ਮੰਨ ਗਏ। ਸਹਿਮਤੀ ਬਣ ਗਈ ਪਰਿਵਾਰਾਂ ਦੀ, ਬੈਠ ਕੇ ਬਣ ਗਈ। ਕੁਛ ਮੇਰੀ ਸਹਿਮਤੀ ਦੇਣ ਨਾਲ ਉਸ ਪਰਿਵਾਰ ਨੂੰ ਵੀ ਮਤਲਬ ਇੰਨੀ ਔਖਾ ਨਹੀਂ ਲੱਗਾ। ਤੇ ਇਹਨਾਂ ਦਾ ਉੱਥੇ ਬਾਬੇ ਬਕਾਲੇ ਇਹਨਾਂ ਦੀ ਮੈਰਿਜ ਹੋਈ। ਉੱਥੇ ਗੁਰਦੁਆਰਾ ਸਾਹਿਬ ਹੈ ਬਹੁਤ ਵੱਡਾ, ਉੱਥੋਂ ਵਿਆਹ ਕੇ ਇਹਨਾਂ ਨੂੰ ਲੈ ਆਏ। ਤੇ ਸਰਦਾਰ ਜੀ ਦੇ 2 ਦੋਸਤ ਗਏ ਸੀ ਨਾਲ। ਤੇ ਉੱਦਾਂ ਵਿੱਚ ਸਾਰੇ ਥੋੜਾ ਜਿਹਾ ਜਦੋਂ ਮਾਹੌਲ ਇਦਾਂ ਦਾ ਹੋਵੇ, ਉਹਨਾਂ ਨੂੰ ਮਤਲਬ ਮੈਂ ਵੀ ਨਜ਼ਰ ਆਵਾਂ, ਉਹਨਾਂ ਨੂੰ ਸਾਡੀ ਪ੍ਰੋਬਲਮ ਵੀ ਨਜ਼ਰ ਆਵੇ, ਸਾਰੇ ਮਤਲਬ ਚੁੱਪ ਚਪੀਤੇ ਜੇ ਆ ਗਏ। ਫਿਰ ਸਰਦਾਰ ਜੀ ਜਦੋਂ ਇਹਨਾਂ ਨੂੰ ਲੈ ਕੇ ਆ ਗਏ ਨਾ, ਤੇ ਫਿਰ ਮੈਨੂੰ ਇਹਨਾਂ ਨੇ, ਮੈਂ ਉੱਪਰ ਸੀ ਤੇ ਮੈਂ ਅੰਦਰ ਹੋ ਗਈ। ਸਾਡਾ ਇੱਕ ਘਰ ਥੱਲੇ ਸੀ ਤੇ ਆਪਾਂ ਉੱਤੇ ਰਹਿੰਦੇ ਸੀ। ਮੈਂ ਪਿੱਛੇ ਹੋ ਗਈ, ਵੇਖ ਕੇ ਕਾਰ ਨੂੰ ਨਾ ਪਿੱਛੇ ਹੋ ਗਈ, ਅੰਦਰ ਚਲੇ ਗਈ। ਫਿਰ ਇਹਨਾਂ ਨੇ ਆਪਣੀ ਮੰਮਾ ਨੂੰ ਭੇਜਿਆ, ਕਹਿੰਦੇ ਮੰਮਾ ਜਾਓ ਕੁਲਵਿੰਦਰ ਨੂੰ ਲੈ ਕੇ ਆਓ। ਕੁਲਵਿੰਦਰ ਕੱਢੇਗੀ ਇਹਨਾਂ ਨੂੰ ਆ ਕੇ, ਮੈਂ ਫਿਰ ਨਿਕਲਣਾ ਸਾਨੂੰ, ਉਹ ਕੱਢੇਗੀ ਤੇ ਆ ਕੇ ਫਿਰ ਮੈਂ ਆਈ। ਤੇ ਫਿਰ ਮੈਂ ਇਹਨਾਂ ਨੂੰ ਵੀ ਲਿਆ, ਬਲਜੀਤ ਨੂੰ ਵੀ ਕਾਰ 'ਚੋਂ ਵੀ ਬਾਹਰ ਆ ਜਾਓ, ਤੇ ਸਰਦਾਰ ਜੀ ਨੂੰ ਵੀ ਕਿਹਾ ਜਾਓ ਸਰਦਾਰ ਜੀ ਬਾਹਰ ਆ ਜਾਓ। ਫਿਰ ਮੇਰੇ ਸਰਦਾਰ ਜੀ ਇੱਦਾਂ ਹੀ ਇੱਕ ਪਾਸੇ ਇਹਨੂੰ ਲੈ ਕੇ ਖਿਲਾਰ ਲਿਆ, ਇੱਕ ਪਾਸੇ ਮੈਨੂੰ, ਮਤਲਬ ਸੈਂਟਰ 'ਚ ਆਪ ਖੜੇ, ਦੋਨਾਂ ਨੂੰ ਇੱਦਾਂ ਜੱਫੀ ਵਿੱਚ ਲੈ ਕੇ ਖੜ ਗਏ ਉਹ। ਫਿਰ ਇਹਨਾਂ ਦੀ ਮੰਮੀ ਨੇ ਪਾਣੀ ਵਾਰਿਆ, ਸਾਡੇ ਤੋਂ ਤਿੰਨਾਂ ਤੋਂ ਹੀ ਵਾਰਿਆ। ਤੇ ਫਿਰ ਮੰਮੀ ਨੇ ਮਤਲਬ, ਮੰਮੀ ਕਹਿੰਦੇ ਸਾਡੇ ਘਰ, ਮੰਮੀ ਹੁਣੀ ਥੱਲੇ ਰਹਿੰਦੇ ਸੀ ਕਿ ਇੱਥੇ ਬਿਠਾ ਲਓ। ਮੈਂ ਕਿਹਾ ਮੰਮੀ ਨਹੀਂ, ਸਾਨੂੰ ਸਾਡੇ ਘਰ ਹੀ ਜਾਣ ਦਿਓ, ਉੱਪਰ ਹੀ ਜਾਣਾ ਆਪਾਂ, ਕੋਈ ਗੱਲ ਨਹੀਂ ਉੱਪਰ ਹੀ ਜਾਣਾ ਆਪਾਂ। ਤੇ ਉਹ ਮਤਲਬ ਸਿਆਣੇ ਸੀ, ਉਹ ਕੁਝ ਸੋਚਦੇ ਸੀ ਹੈ ਨਾ ਵੀ ਆਪਾਂ ਥੱਲੇ ਕਰ ਲਈਏ ਕੁਛ, ਅਗਰ ਨਹੀਂ ਆਪਾਂ ਉੱਪਰ ਗਏ। ਮੰਮੀ ਨੇ ਉਸੇ ਤਰ੍ਹਾਂ ਜਿੱਦਾਂ ਇੱਕ ਸੱਸ ਪਾਣੀ ਵਾਰਦੀ ਏ ਤੇ ਫਿਰ ਬੁਰਕੀਆਂ ਦਿੰਦੀ ਏ, ਫਿਰ ਉਹਨੇ ਦੋਨਾਂ ਨੌਵਾਂ ਨੂੰ ਬੁਰਕੀਆਂ ਦਿੱਤੀਆਂ, ਮੈਨੂੰ ਵੀ ਦਿੱਤੀਆਂ, ਇਹਨਾਂ ਨੂੰ ਵੀ ਦਿੱਤੀਆਂ। ਸ਼ਗਨ ਬਰਾਬਰ ਕਰੇ ਤੁਸੀਂ? ਸ਼ਗਨ ਬਰਾਬਰ ਦਿੱਤੇ, 골ਡ ਬਰਾਬਰ ਪਾਇਆ, ਮੈਨੂੰ ਵੀ 골ਡ ਪਾਇਆ। ਜਿੰਨਾ ਇਹਦਾ ਬਣਾਇਆ ਆਪਾਂ ਉਨਾ ਹੀ ਮੇਰਾ ਬਣਾਇਆ ਨਾਲ। ਮਤਲਬ ਕਿ ਇਦਾਂ ਮਤਲਬ ਇਹ ਸਟੋਰੀ ਬਣ ਗਈ ਇੱਥੋਂ ਤੱਕ ਵਿਆਹ ਆਉਣ ਦੀ। ਫਿਰ ਚਲੋ ਖਾਣਾ ਖੂਣਾ ਬਣਿਆ, ਖਾਣਾ ਖਾਦਾ, ਫਿਰ ਇਦਾਂ ਸਾਡੀ ਜਿਹੜੀ ਲਾਈਫ ਆ ਇਹ ਚੱਲਣ ਲੱਗ ਗਈ। ਕਿਵੇਂ ਰਹੀ ਦੋਨਾਂ ਦੀ ਫਿਰ ਜਦੋਂ ਇਹ ਆ ਗਏ ਵਿਆਹ ਕੇ, ਕਿਵੇਂ ਦੀ ਰਹੀ ਥੋੜੀ ਸੈਟਲਮੈਂਟ ਦੋਨਾਂ ਦੀ? ਵਧੀਆ
ਵਧੀਆ ਰਹੀ ਭੈਣੇ? ਹਾਂ ਵਧੀਆ ਰਹੀ। ਅੱਛਾ ਤੇ ਚਲੋ ਤੁਸੀਂ ਵੀ ਇਮੇਜਿਨ ਕਰ ਸਕਦੇ ਹੋ ਕਿ ਇਹੋ ਜੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਔਖਾ ਅੱਛਾ, ਫਿਰ ਹੁੰਦਾ ਤੁਹਾਡੇ ਘਰ ਦੇ ਕਦੋਂ ਆਉਂਦੇ ਆ ਤੁਹਾਡਾ ਪੇਕਾ ਪਰਿਵਾਰ? ਪੇਕਾ ਪਰਿਵਾਰ ਟਾਈਮ ਪੈ ਹੀ ਜਾਂਦਾ ਵਿੱਚ। ਟਾਈਮ ਇਦਾਂ ਹੁੰਦਾ ਕਿ ਫਿਰ ਅਸੀਂ ਤਿੰਨੇ ਆਪਣੀ ਘਰ ਗ੍ਰਸਤੀ ਸਾਡੀ ਵਧੀਆ ਚੱਲਣ ਲੱਗ ਜਾਂਦੀ। ਇਹ ਵੀ ਮੇਰੇ ਨਾਲ ਹੀ, ਮੈਂ ਸਟਿਚਿੰਗ ਦਾ ਕੰਮ ਕਰਦੀ ਨਹੀਂ ਘਰ, ਇਹ ਅਗਲੇ ਦਿਨ ਤੋਂ ਹੀ ਮੇਰੇ ਨਾਲ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਆ ਵੀ ਲਓ ਦੀਦੀ ਮੈਂ ਰੋਟੀ ਬਣਾਉਣੀ ਆ, ਕੁਛ ਕਰਦੀ ਆ, ਕੁਛ ਮੈਂ ਕਰ ਲੈਣਾ, ਕੁਛ ਇਹਨਾਂ ਨੇ ਕਰ ਲੈਣਾ। ਆਪਾਂ ਕੰਮ ਤਿੰਨੇ ਜਣੇ ਸੀ ਤੇ ਸਰਦਾਰ ਜੀ ਨੇ ਦੁਕਾਨ ਤੇ ਚੱਲ ਜਾਣਾ। ਉਹਨਾਂ ਦਾ ਵੀ ਰਹਿਣ ਸਹਿਣ ਦਾ ਤਰੀਕਾ ਸਾਡਾ ਮਤਲਬ ਐਦਾਂ ਬਹੁਤ ਵਧੀਆ ਸੀ। ਅਸੀਂ ਐਦਾਂ ਹੀ ਪ੍ਰੋਪਰ ਬੈਠ ਕੇ ਅਸੀਂ ਇੱਦਾਂ ਹੀ ਖਾਣਾ ਖਾਂਦੇ ਸੀਗੇ। ਮਤਲਬ ਐਦਾਂ ਨਹੀਂ ਆ, ਮਤਲਬ ਜਿੱਦਾਂ ਇੱਕ ਵਿਖਾਵਾ ਜਿਹਾ ਨਹੀਂ ਕੀਤਾ, ਕੋਈ ਵਖਰੇਵਾ ਤੁਹਾਡੇ ਚ ਆਇਆ? ਵਖਰੇਵਾ ਨਹੀਂ ਆਇਆ ਉਹਨਾਂ 'ਚ ਤਾਂ ਬਿਲਕੁਲ ਨਹੀਂ, ਸਰਦਾਰ ਜੀ ਤਾਂ ਬਿਲਕੁਲ ਨਹੀਂ ਆਇਆ। ਫਿਰ ਇਦਾਂ ਸਾਡੀ ਚੱਲਣ ਲੱਗ ਜਾਂਦੀ ਹੈ, ਟਾਈਮ ਸੋਹਣਾ ਬੀਤਦਾ ਜਾਂਦਾ। ਤੁਹਾਨੂੰ ਇਹ ਨਹੀਂ ਕਦੇ ਲੱਗਿਆ ਹੈਗਾ ਕਿ ਸਰਦਾਰ ਸਾਹਿਬ ਦੇ ਕਦੇ ਪਿਆਰ 'ਚ ਕਮੀ ਆਈ ਹੈ ਮੇਰੇ ਲਈ? ਉਹਨਾਂ ਆਉਣੀ ਨਹੀਂ ਦਿੱਤੀ, ਕਦੇ ਨਹੀਂ ਆਉਣ ਦਿੱਤੀ। ਉਹ ਪ੍ਰੋਪਰ ਟਾਈਮ ਦਿੰਦੇ ਸੀ, ਐਦਾਂ ਕਦੀ ਨਹੀਂ। ਉਹਨਾਂ ਇਗਨੋਰ ਨਹੀਂ ਕੀਤਾ, ਉਹਨਾਂ ਵੱਲੋਂ ਉਹੀ ਰਿਸਪੈਕਟ, ਸਭ ਕੁਝ ਉਸੇ ਤਰ੍ਹਾਂ ਹੀ ਜਿੱਦਾਂ ਮਤਲਬ ਐਜ਼ ਇਟ ਇਜ਼ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੀ ਚੱਲਣਾ ਜਿਹੜਾ ਉਹ ਸ਼ੁਰੂ ਹੋ ਗਿਆ। ਮਤਲਬ ਕਿਸੇ ਹੱਦ 'ਚ ਰਹਿ ਕੇ, ਕਿਸੇ ਜਿੱਦਾਂ ਇੱਕ ਸ਼ਰਮ 'ਚ ਇੱਕ ਦੂਸਰੇ ਕੋਲੋਂ ਅਸੀਂ ਸ਼ਰਮ ਖਾਂਦੇ ਸੀ ਤਿੰਨੇ ਹੀ। ਮਤਲਬ ਅਸੀਂ ਇੱਕ ਓਪਨ ਨਹੀਂ ਹੋਏ, ਓਪਨ ਬਿਲਕੁਲ ਨਹੀਂ ਹੋਏ। ਤੇ ਇਦਾਂ ਸਾਡੀ ਜ਼ਿੰਦਗੀ ਸਟਾਰਟ ਹੋ ਗਈ। ਫਿਰ ਥੋੜੇ ਟਾਈਮ ਬਾਅਦ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਮਾਂ ਬਣ ਗਏ ਤੇ ਸਾਨੂੰ ਬੜਾ ਚਾਅ ਚੜਿਆ ਤੇ ਸਾਨੂੰ ਇਦਾਂ ਵੀ ਪਤਾ ਨਹੀਂ ਦੁਨੀਆ ਦੀ ਅੱਜ ਹੀ ਖੁਸ਼ੀ ਸਾਡੇ ਘਰ ਆ ਗਈ। ਠੀਕ ਆ। ਇਹ ਫਿਰ ਨਾ ਇਦਾਂ ਮਤਲਬ ਉਹ 8th ਮੰਥ ਤੱਕ ਉਹ ਬੇਬੀ ਜਿਹੜਾ ਵਾ ਮਤਲਬ ਇਹਨਾਂ ਨੂੰ ਪੀਲੀਆ ਹੋ ਗਿਆ ਤੇ ਉਹ ਪ੍ਰੀ ਮੈਚੁਰ ਬੇਬੀ ਹੋ ਗਿਆ ਇਹਨਾਂ ਦੇ। ਉਸ ਬੇਟਾ ਹੋਇਆ ਸਾਡੇ ਤੇ ਸਾਨੂੰ ਬੜਾ ਚਾਅ ਵੀ ਸਾਡੇ ਘਰ ਬੇਟਾ ਹੋਇਆ। ਪਰ ਬੇਟਾ ਥੋੜਾ ਬਹੁਤ ਵੀਕ ਸੀਗਾ, ਉਹਦੇ ਲੰਗਸ ਬਹੁਤ ਵੀਕ ਸੀਗੇ ਤੇ ਇੱਥੇ ਤਰਨਤਾਰਨ ਬੇਟਾ ਹੋਇਆ ਤੇ ਉਹਨਾਂ ਨੇ ਉਸੇ ਵੇਲੇ ਅੰਮ੍ਰਿਤਸਰ ਘੱਲਤਾ। ਇਹ ਤਰਨਤਾਰਨ ਰਹਿ ਗਏ। ਇਹਨਾਂ ਨੂੰ ਦੂਸਰੇ ਤੀਸਰੇ ਦਿਨ ਆਪਾਂ ਘਰ ਲੈ ਆਏ ਤੇ ਬੇਟਾ ਉੱਥੇ ਗਰੋਵਰ ਹਸਪੀਟਲ ਆ ਬੜਾ ਵੱਡਾ, ਉੱਥੇ ਉਸ ਬੱਚੇ ਤੇ ਸਾਡਾ ਬਹੁਤ ਪੈਸਾ ਲੱਗਾ। ਉੱਥੇ ਬਹੁਤ ਪੈਸਾ ਲੱਗਣ ਤੋਂ ਬਾਅਦ 20-21 ਦਿਨ ਬਾਅਦ ਉਹ ਬੱਚਾ ਪੂਰਾ ਹੋ ਗਿਆ ਸਾਡਾ। ਫਿਰ ਉਹ ਖੁਸ਼ੀਆਂ ਖਤਮ? ਉਹ ਸਾਡੀਆਂ ਖੁਸ਼ੀਆਂ ਨੂੰ ਫੇਰ ਗਰੈਣ ਲੱਗ ਗਿਆ, ਹਲਾਰਾ ਵਿਖਾਇਆ ਤੇ ਪਰੇਸ਼ਾਨ ਹੋ ਗਏ। ਫਿਰ ਸਰਦਾਰ ਜੀ ਤੇ ਜ਼ਿਆਦਾ ਡਿਸਟਰਬ ਹੋ ਗਏ। ਫਿਰ ਉਸ ਬੇਬੀ ਨੂੰ ਲੈ ਕੇ ਆਏ ਘਰ। ਉਦੋਂ ਅਸੀਂ ਉਹ ਸਾਰੇ ਇਕੱਠੇ ਰਹਿੰਦੇ ਸੀ ਉਸ ਘਰ ਵਿੱਚ ਤੇ ਉਹ ਬੱਚਾ ਖਤਮ ਹੋਇਆ। ਬੱਚਾ ਲਪੇਟਿਆ ਨਾ ਇਦਾਂ ਮੇਰੀ ਝੋਲੀ 'ਚ ਪਾਤਾ ਉਹਨਾਂ ਨੇ ਲਿਆ ਕੇ। ਕਹਿੰਦੇ ਕੁਲਵਿੰਦਰ ਮੈਂ ਤੇਰਾ ਬੱਚਾ ਨਹੀਂ ਬਚਾ ਸਕਿਆ ਤੇ ਬਹੁਤ ਡਿਸਟਰਬ ਹੋਏ। ਮੈਂ ਫਿਰ ਉਹਨਾਂ ਨੂੰ ਫਿਰ ਆਪਣੇ ਨਾਲ ਲਾਇਆ। ਬਹੁਤ ਦੇਰ ਮੈਂ ਉਹਨਾਂ ਨੂੰ ਇਦਾਂ ਆਪਣੇ ਨਾਲ ਹੀ, ਜਿੱਦਾਂ ਇੱਕ ਪਾਸੇ ਇਦਾਂ ਬੱਚਾ ਤੇ ਇੱਕ ਪਾਸੇ ਉਹਨਾਂ ਦਾ ਸਿਰ ਲੈ ਕੇ ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਕਿਹੜੇ ਪੈਸੇ ਦਿੱਤੇ ਸੀ ਰੱਬ ਨੂੰ, ਹਨਾ, ਕੋਈ ਗੱਲ ਨਹੀਂ, ਆਪਾਂ ਨੂੰ ਫੇਰ ਦੇਵੇਗਾ ਵਾਹਿਗੁਰੂ। ਪਰੇਸ਼ਾਨ ਹੋਏ, ਇਹ ਵੀ ਪਰੇਸ਼ਾਨ, ਇੱਕ ਸ਼ਿਲਾ, ਇੱਕ ਬੱਚਾ ਇਦਾਂ ਹੋ ਜਾਣਾ, ਇੱਕ ਡੈਡ ਮਤਲਬ ਬੱਚਾ ਬਹੁਤ ਮੁਸ਼ਕਲ ਨਾਲ ਹੋਇਆ। ਐਡਾ ਲੰਬਾ ਇੰਤਜ਼ਾਰ, ਹਨਾ, ਇੰਨਾ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਇਹ ਬੜੇ ਕੁੜੀ ਬਹੁਤ ਪਰੇਸ਼ਾਨ ਹੋਈ। ਫਿਰ ਅਸੀਂ ਇਦਾਂ ਬੜੇ ਪਰੇਸ਼ਾਨ ਹੋਏ। ਫਿਰ ਉਸ ਦਿਨ ਮੇਰੇ ਫਾਦਰ ਸਾਹਿਬ ਹੁਣੀ ਆਏ। ਫਿਰ ਉਹਨਾਂ ਨੂੰ ਵੀ ਦੱਸਿਆ ਗਿਆ ਵੀ ਇਦਾਂ ਬੇਟਾ ਹੋ ਕੇ ਕੁਲਵਿੰਦਰ ਹੋਣਾ ਦੇ ਪੂਰਾ ਹੋ ਗਿਆ। ਫਿਰ ਮੇਰੇ ਪੇਰੈਂਟਸ ਆਏ। ਫਿਰ ਮੇਰੇ ਫਾਦਰ ਸਾਹਿਬ ਇੱਥੇ ਮਤਲਬ ਗਲੀ ਵਿੱਚ ਹੀ ਖੜੇ ਰਹੇ, ਬੜਾ ਚਿਰ ਗਲੀ 'ਚ ਹੀ ਖੜੇ ਰਹੇ, ਮੇਰੇ ਵੱਲ ਵੇਖਦੇ ਰਹੇ। ਮੈਂ ਇਦਾਂ ਸਾਹਮਣੇ ਬੈਠੀ ਰਹੀ। ਫਿਰ ਮੇਰੀਆਂ ਇੱਥੇ ਫਰੈਂਡ ਨੇ ਕਾਫੀ ਤੇ ਉਹ ਕਹਿੰਦੀਆਂ ਪਾਪਾ ਜੀ ਤੁਸੀਂ ਕੋਲ ਕਿਉਂ ਨਹੀਂ ਜਾਂਦੇ? ਕਹਿੰਦੇ ਵੀ ਮੈਂ ਮਤਲਬ ਹੌਸਲਾ ਨਹੀਂ ਪੈਂਦਾ ਕਿ ਮੈਂ ਆਪਣੀ ਬੇਟੀ ਨੂੰ ਕਿੱਦਾਂ ਕਵਾਂ। ਮਤਲਬ ਉਹਨੇ ਤਾਂ ਐਡਾ ਵੱਡਾ ਫੈਸਲਾ ਲੈ ਲਿਆ ਤੇ ਇਹ ਕੀ ਹੋ ਗਿਆ ਉਹਦੇ ਨਾਲ। ਫਿਰ ਵੀਰ ਜੀ ਇਦਾਂ ਉਹ ਬੇਬੀ ਹੋ ਗਿਆ। ਚਲੋ ਫਿਰ ਅਸੀਂ ਪਰੇਸ਼ਾਨ ਹੋਏ। ਫਿਰ ਸਰਦਾਰ ਜੀ ਨੂੰ ਫਿਰ ਤੋਰਿਆ, ਕੋਈ ਗੱਲ ਨਹੀਂ ਉੱਠੋ ਕੰਮ ਤੇ ਜਾਓ। ਫਿਰ ਆਪਣੀ ਦੁਕਾਨ ਤੇ ਜਾਣ ਲੱਗੇ। ਉਹ ਪਰੇਸ਼ਾਨ ਹੋਏ, ਮੈਨੂੰ ਬੁਲਾਓ ਨਾ, ਮੇਰੇ ਕਮਰੇ 'ਚ ਨਾ ਆਓ, ਡਿਸਟਰਬ ਹੋ ਗਏ। ਥੋੜਾ ਟਾਈਮ ਪਿਆ, ਫਿਰ ਉਹ ਥੋੜੇ ਠੀਕ ਹੋਏ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਦੂਸਰਾ ਬੇਬੀ ਕਨਸੀਵ ਹੋ ਗਿਆ। ਫਿਰ ਇਹ ਮਾਂ ਬਣ ਗਈ। ਕਹਿੰਦੇ ਉਹ ਫਿਰ ਮਤਲਬ ਵੈਸੇ ਨੋਰਮਲੀ ਗਏ ਚੈਕਿੰਗ ਕਰਾਉਣ, ਟਾਈਮ ਪੂਰਾ ਹੋ ਗਿਆ ਬੇਬੀ ਹੋਣ ਦਾ ਤੇ ਮੈਂ ਕਿਹਾ ਤੁਸੀਂ ਅੱਜ ਹੀ ਚੈੱਕ ਕਰਾਓ, ਪਰਸੋਂ ਨਾ ਜਾਇਓ। ਇਹ ਨੋਰਮਲੀ ਚੈੱਕ ਕਰਾਉਣ ਚਲੇ ਗਏ। ਜਾ ਕੇ ਪਤਾ ਲੱਗਾ ਕਿ ਬੱਚਾ ਅੰਦਰ ਹੀ ਖਤਮ ਹੋ ਗਿਆ। ਫਿਰ ਅੱਛਾ,
ਫਿਰ ਉਹ ਬੇਟੀ ਵੀ ਖਤਮ ਹੋ ਗਈ ਅੰਦਰ। ਫਿਰ ਬਹੁਤ ਔਖਾ ਉਸ ਬੱਚੀ ਨੇ ਜਨਮ ਲਿਆ, ਡੈਡ ਬੱਚਾ ਜਨਮ ਦੇਣਾ ਕਿੰਨਾ ਔਖਾ। ਫਿਰ ਇਹ ਇੰਨੇ ਕੁ ਜ਼ਿਆਦੇ ਤੰਗ ਹੋਏ, ਇੰਨੇ ਕੁ ਜ਼ਿਆਦੇ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਸੀਨ ਕਦੀ ਮੈਂ ਭੁੱਲ ਨਹੀਂ ਸਕਦੀ। ਇੰਨਾ ਕੁ ਜ਼ਿਆਦਾ ਮਤਲਬ ਜਿਹੜੇ ਜੈਂਟਸ ਵੀ ਸੀਗੇ, ਇੱਕ ਮੇਰੀ ਭੈਣ ਦਾ ਜੇਠ ਸੀ ਨਾਲ, ਇੱਕ ਮੇਰੇ ਜੇਠ ਸਾਹਿਬ ਸੀ ਨਾਲ, ਇੱਕ ਸਰਦਾਰ ਜੀ ਸੀ, ਮਤਲਬ ਵੇਖਣ ਦੀ ਹਿੰਮਤ ਨਹੀਂ ਜਦੋਂ ਇਹ ਡਿਸਟਰਬ ਹੁੰਦੇ ਸੀ, ਜਦੋਂ ਬੇਬੀ ਜਨਮ ਨਹੀਂ ਸੀ ਲੈ ਰਿਹਾ। ਉਹ ਮੈਂ ਉਹਨਾਂ ਨੂੰ ਕਹਾਂ ਕਿ ਆਪਰੇਟ ਕਰ ਦਿਓ, ਮਤਲਬ ਇਹ ਬਚ ਜਾਵੇ, ਜੇ ਸਾਡੇ ਕਰਮਾਂ 'ਚ ਨਹੀਂ ਤੇ ਨਹੀਂ ਸਹੀ, ਮਤਲਬ ਇਹ ਬਚ ਜਾਵੇ। ਉਹ ਡਾਕਟਰ ਬੜੀ ਸਿਆਣੀ ਸੀ, ਕਹਿੰਦੀ ਵੀ ਬੱਚੇ ਮੈਂ ਕਿੱਦਾਂ ਇੱਦਾਂ ਕਰ ਦੇਵਾਂ, ਮੈਨੂੰ ਉਹ ਸਮਝਾਵੇ ਕਿ ਤਕਲੀਫ ਇਹਨੂੰ ਜ਼ਰੂਰ ਹੋਣੀ ਹੈ। ਮੈਂ ਕਦੀ ਮੈਨੂੰ ਬਾਹਰ ਕੱਢ ਦੇਣ ਕਮਰੇ 'ਚ, ਕਦੀ ਮੈਨੂੰ ਅੰਦਰ। ਤੇ ਸਰਦਾਰ ਜੀ ਤੇ ਧੌਣ ਹੀ ਸੁੱਟ ਗਏ। ਉਹਨਾਂ ਨੂੰ ਮੈਂ ਘੜੀ ਘੜੀ ਪਾਣੀ ਪਿਆਵਾਂ ਵੀ ਤੁਸੀਂ ਹੌਸਲਾ ਕਰੋ, ਹੌਸਲਾ ਕਰੋ। ਉਹ ਮਤਲਬ ਇਹੀ ਗੱਲ ਕਹਿਣ, ਕਹਿੰਦੇ ਕੁਲਵਿੰਦਰ ਵੇਖ, ਮੈਂ ਮਤਲਬ ਮੇਰੇ ਕਰਮਾਂ ਵਿੱਚ ਨਹੀਂ ਸੀ, ਔਲਾਦ ਤੇ ਆਦਮੀ ਦੀ ਹੁੰਦੀ ਹੈ, ਤੇ ਮੈਂ ਤੁਹਾਡੀ ਵੀ ਜ਼ਿੰਦਗੀ, ਤੇਰੀ ਵੀ ਕੀਤੀ ਬਰਬਾਦ, ਮੈਂ ਇਹਦੀ ਵੀ ਕਰ ਦਿੱਤੀ। ਫਿਰ ਮਤਲਬ ਬੜਾ ਔਖਾ ਉਹਨਾਂ ਨੂੰ ਸੰਭਲਿਆ। ਫਿਰ ਉਹ ਡੈਡ ਹੋਇਆ ਬੇਬੀ, ਫਿਰ ਮੇਰੀ ਝੋਲੀ 'ਚ ਆ ਗਿਆ। ਇੱਦਾਂ ਮੈਂ ਮਤਲਬ ਆਪਣੀ ਝੋਲੀ 'ਚ ਪਵਾ ਕੇ, ਤੇ ਮਤਲਬ ਮੇਰੇ ਜੇਠ ਸਾਹਿਬ ਆਏ ਮੇਰੇ ਨਾਲ ਸਕੂਟਰ ਚਲਾ ਕੇ, ਮੈਂ ਉਹਨਾਂ ਦੇ ਮਗਰ ਬੈਠ ਗਈ। ਇਹ ਸਰਦਾਰ ਜੀ ਇਹਨਾਂ ਕੋ ਰਹਿ ਗਏ ਹੌਸਪੀਟਲ, ਤੇ ਅਸੀਂ ਉਹ ਬੇਬੀ ਉੱਥੇ ਦਰਿਆਏ ਪਾ ਆਏ। ਫਿਰ ਉੱਥੇ ਸਾਰੇ ਭੈਣ ਭਰਾ ਆਏ, ਬੜੇ ਦੁਖੀ ਹੋਏ ਵੇਖ ਕੇ। ਬੜੀ ਪਿਆਰੀ ਬੱਚੀ, 3.5 ਕਿਲੋ ਦਾ ਬੱਚਾ, ਉਹ ਬਹੁਤ ਸੁੰਦਰ ਬੱਚਾ। ਅਸੀਂ ਫਿਰ ਟੁੱਟ ਗਏ, ਸਾਡੀਆਂ ਖੁਸ਼ੀਆਂ ਨੂੰ ਫਿਰ ਗ੍ਰਹਿਣ ਲੱਗ ਗਿਆ। ਅਸੀਂ ਫਿਰ ਉੱਦਾਂ ਦੇ ਹੀ ਹੋ ਗਏ। ਫਿਰ ਇੱਦਾਂ ਕਰਦਿਆਂ ਕਰਦਿਆਂ 3 ਸਾਲ ਬੀਤ ਗਏ, ਫਿਰ 2 ਸਾਲ ਬੀਤ ਗਏ। ਫਿਰ ਅਸੀਂ ਕਿਹਾ ਕਿ ਹੁਣ ਥੋੜਾ ਚਿਰ ਬੇਬੀ ਨਹੀਂ ਕਰਨਾ। ਫਿਰ ਇੱਦਾਂ ਵਿੱਚ ਗਾਇਬ ਹੋ ਲਿਆ ਡਾਕਟਰ ਦੇ ਕਹਿਣ ਮੁਤਾਬਕ। ਫਿਰ ਦਵਾਈਆਂ ਖਾ ਕੇ ਇਹ ਵੀ ਮਤਲਬ ਥੋੜੇ ਜਿਹੇ ਸਰੀਰਕ ਤੌਰ ਤੇ ਪਰੇਸ਼ਾਨ ਜੀ ਹੋ ਗਈ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਇਹ ਮਾਂ ਬਣੀ ਤੀਸਰੀ ਵਾਰ। ਉਦੋਂ ਡਰ ਲੱਗਦਾ ਸੀ ਬੜਾ। ਫਿਰ ਇੰਨਾ ਡਰ ਸੀ ਕਿ ਮੈਂ ਕਿਹਾ ਹੁਣ ਇਹ ਨਹੀਂ ਤੁਸੀਂ ਕਹਿਣਾ ਕਿ ਬੱਚਾ ਕੁਲਵਿੰਦਰ ਦਾ, ਨਾਂ ਨਹੀਂ ਕਿਸੇ ਨੇ ਲੈਣਾ, ਇਹ ਬੱਚਾ ਇਹਨੂੰ ਦੇਣਾ ਵਾ। ਮੈਂ ਕਿਹਾ ਕਿਸੇ ਨੇ ਇਹਦਾ ਨਾਂ ਨਹੀਂ ਰੱਖਣਾ ਕਿ ਇਹ ਬੱਚਾ ਕੁਲਵਿੰਦਰ ਦਾ, ਇੱਦਾਂ ਨਹੀਂ ਕਹਿਣਾ ਕਿਸੇ ਨੇ। ਠੀਕ ਆ ਸਰਦਾਰ ਜੀ ਕਹਿੰਦੇ ਠੀਕ ਆ, ਮੇਰੇ ਘਰ ਦੇ ਉੱਦਾਂ ਹੀ ਮੰਨ ਗਏ। ਮੈਂ ਕਿਹਾ ਕਿਸੇ ਨੇ ਨਹੀਂ ਕਹਿਣਾ ਪਹਿਲਾ ਬੱਚਾ ਸੀ ਉਹਦੀ ਝੋਲੀ ਪਾਉਣਾ, ਵੀ ਤੁਹਾਡੀ ਝੋਲੀ ਪਾਉਣੀ, ਹਾਂ ਮੇਰੀ ਝੋਲੀ ਨਹੀਂ ਪਾਉਣਾ। ਮੈਂ ਕਿਹਾ ਨਾ ਮੈਂ ਨਹੀਂ ਲੈਣਾ ਬੱਚਾ ਪਾਇਓ ਨਾ। ਮੈਂ ਬਹੁਤ ਪਰੇਸ਼ਾਨ ਹੋ ਗਈ ਹਾਂ, ਮਤਲਬ ਮੈਨੂੰ ਪਰਮੇਸ਼ਰ ਬਾਰ-ਬਾਰ ਜਿਹੜੀ ਪਨਿਸ਼ਮੈਂਟ ਮਿਲਦੀ ਹੈ, ਮੈਂ ਕੋਈ ਕਰਮ ਇਦਾਂ ਦਾ ਕੀਤਾ ਜਿਹਦੀ ਮਿਲ ਰਹੀ ਹੈ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ। ਫਿਰ ਇਹ ਗੁਰਸੰਗਤ ਸਿੰਘ ਮੇਰਾ ਵੱਡਾ ਬੇਟਾ, ਇਹ ਕਿਰਪਾ ਕੀਤੀ ਮਾਲਕ ਨੇ, ਇਹਨੇ ਜਨਮ ਲਿਆ। ਇਹ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ। ਫਿਰ ਸਜੇਰੀਅਨ ਨਾਲ ਇਹ ਸੀ ਪਹਿਲਾਂ ਹੀ, ਜਿੱਦਾਂ ਡਾਕਟਰਾਂ ਦੇ ਕਹਿਣ ਮੁਤਾਬਕ ਚੱਲੇ, ਤੇ ਇਹ ਬੇਬੀ ਹੋ ਗਿਆ। ਫਿਰ ਉਸ ਦਿਨ ਬੜਾ ਮੀਂਹ ਆਇਆ, ਇੰਨਾ ਮੀਂਹ ਆਇਆ, ਤੇ ਸਰਦਾਰ ਜੀ ਨੇ ਸਵੇਰੇ ਬੇਟਾ ਹੋ ਗਿਆ, ਸਵੇਰੇ ਹੋ ਗਿਆ। ਤੇ ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਬੜੇ ਧਮਕੜੇ ਆਈ ਉੱਪਰੋਂ ਥੱਲੇ ਫੋਨ ਸੁਣ। ਉਦੋਂ ਸਾਰਿਆਂ ਕੋ ਫੋਨ ਨਹੀਂ ਸੀਗੇ ਹੁੰਦੇ। ਤੇ ਮੈਨੂੰ ਕਹਿੰਦੇ ਕੁਲਵਿੰਦਰ ਤੁਸੀਂ ਮੰਮਾ ਬਣ ਗਏ, ਤੁਹਾਡੇ ਬੇਟਾ ਹੋਇਆ। ਤੇ ਮੈਂ ਤੇ ਨਾ ਜਿੱਦਾਂ ਮਤਲਬ ਇੱਕ ਬੰਦਾ ਕਮਲਾ ਨਹੀਂ ਹੋ ਜਾਂਦਾ, ਚੀਕਾਂ ਹੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਬੇਟਾ ਹੋਇਆ ਬੇਟਾ ਹੋਇਆ। ਮੈਂ ਉੱਥੇ ਇੰਨਾ ਭੁੜਕੀ ਕਿ ਮੈਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਕਰ ਕੀ ਰਹੀ ਹਾਂ। ਮੈਂ ਕਦੀ ਅੰਦਰ ਜਾਵਾਂ, ਕਦੀ ਕਿਸੇ ਕਮਰੇ 'ਚ ਜਾਵਾਂ, ਕਦੀ ਮੰਮੀ ਨੂੰ ਜੱਫੀ ਪਾਵਾਂ, ਕਦੀ ਡੈਡੀ ਜੀ ਨੂੰ ਪਾਵਾਂ, ਕਦੇ ਵੱਡੇ ਵੀਰ ਜੀ ਬਾਹਰ ਬੈਠੇ ਉਹਨਾਂ ਨੂੰ ਪਾਵਾਂ, ਮਤਲਬ ਸਾਰਿਆਂ ਨੂੰ ਹੀ ਕਿ ਸਾਡੇ ਘਰ ਬੇਟਾ ਹੋਇਆ, ਆਪਣੇ ਘਰ ਬੇਟਾ ਹੋਇਆ। ਫਿਰ ਨਾ ਫੋਨ ਉੱਦਾਂ ਹੀ ਚੱਲੀ ਜਾਵੇ, ਉਹ ਰਿਸੀਵਰ ਥੱਲੇ ਲਮਕਣ ਡਿਆ। ਫਿਰ ਭੈਣ ਜੀ ਨੇ ਚੁੱਕ ਲਿਆ ਤੇ ਕਿ ਉਹ ਕਹਿੰਦੇ ਇਹਨੂੰ ਕਮਲੀ ਨੂੰ ਤੁਸੀਂ ਆਪਣੇ ਨਾਲ ਲਾਓ, ਕਹਿੰਦੇ ਨਾ ਮੈਨੂੰ ਆ ਕੇ ਇਹਨੂੰ ਖੜਨਾ ਪਵੇ। ਫਿਰ ਕਹਿੰਦੇ ਲਿਆਓ ਫੋਨ ਦੇ ਲਾਗੇ ਲਿਆਓ, ਕਹਿੰਦੇ ਰਿਲੈਕਸ ਹੋਵੋ ਤੁਸੀਂ, ਤੇ ਤੁਹਾਡਾ ਬੇਟਾ ਤੁਹਾਡਾ ਇੰਤਜ਼ਾਰ ਕਰਦਾ ਤੇ ਤੁਸੀਂ ਆਓ। ਤੇ ਮੈਂ ਮੀਂਹ ਪੈਂਦੇ ਦੇ ਵਿੱਚ ਹੀ ਦੁਕਾਨ ਤੇ ਮੁੰਡਾ ਹੁੰਦਾ ਸੀ ਇੱਕ, ਉਹਨੂੰ ਮੈਂ ਪੁੱਛਿਆ ਤੂੰ ਸਕੂਟਰ ਚਲਾ ਲੈਣਾ, ਕਹਿੰਦਾ ਹਾਂ। ਮੈਂ ਕਿਹਾ ਚੱਲ ਆ ਜਾ ਮੇਰੇ ਨਾਲ। ਤੇ ਮੈਂ ਖੁਸ਼ ਹੀ ਜ਼ਿਆਦੀ। ਤੇ ਮੈਂ ਕਿਹਾ ਕੱਲਿਆਂ ਨੇ ਮੇਰੇ ਖਿਆਲ ਸਕੂਟਰ ਬਾਅਦ 'ਚ ਹੀ ਆਪਾਂ ਲਿਆ, ਮੇਰੇ ਵਾਲਾ ਬਾਅਦ 'ਚ ਹੀ ਲਿਆ। ਉਹ ਬੱਚਾ ਮੇਰੇ ਨਾਲ ਗਿਆ, ਮੀਂਹ ਇੰਨੀ ਜ਼ੋਰ ਦੀ ਪਵੇ ਸਾਨੂੰ ਕੋਈ ਪਰਵਾਹ ਨਾ। ਤੇ ਸਰਦਾਰ ਜੀ ਬੜੇ ਖੁਸ਼, ਤੇ ਉਹਨਾਂ ਸਾਰੀਆਂ ਨਰਸਾਂ ਨੂੰ ਕਹਿੰਦੇ ਕਿ ਵਧਾਈ ਇਹਦੀ ਮੰਮਾ ਹੀ ਦੇਵੇਗੀ ਤੁਹਾਨੂੰ ਆ ਕੇ, ਤੁਸੀਂ ਦਿਓ। ਹਾਂ ਕਹਿੰਦੇ ਇਹਦੀ ਮੰਮਾ ਦੇਵੇਗੀ। ਤੇ ਕਹਿੰਦੇ ਉਹਦੀ ਐਂਟਰੀ ਦੇਖਿਓ ਜਦੋਂ ਉਹ ਆਏ ਨਾ, ਕਹਿੰਦੇ ਵਧਾਈ ਉਹਨਾਂ ਕੋ ਮੰਗਿਓ ਮਿਲੇਗੀ ਵੀ ਖੁੱਲੇ ਦਿਲ ਨਾਲ ਹੀ। ਸਰਦਾਰ ਜੀ ਨੇ ਕਿੰਨੇ ਡੱਬੇ ਰੱਖੇ ਜਾਂਦਿਆਂ ਨੂੰ। ਤੇ ਉਹ ਨਰਸਾਂ ਕਹਿੰਦੀਆਂ ਦੀਦੀ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ, ਪਹਿਲਾਂ ਸਾਨੂੰ ਆਪਣੇ ਬੱਚੇ ਦੀ ਵਧਾਈ ਦਿਓ। ਮੈਂ ਕਿਹਾ ਲਓ ਤੁਸੀਂ ਕਿੰਨੀ ਵਧਾਈ ਦੇਵੇ, ਆਂਦੀ ਖੁਸ਼ੀ ਨਾਲ ਦੇ ਦਿਓ। ਮੈਂ ਜਿੰਨੀਆਂ ਸੀ ਮੈਂ ਸਾਰੀਆਂ ਨੂੰ ਦਿੱਤੀ ਵਧਾਈ। ਤੇ ਮੈਂ ਕਿਹਾ ਸਰਦਾਰ ਜੀ ਨੂੰ ਆਵਾਜ਼ ਮਾਰ ਕੇ, ਮੈਂ ਕਿਹਾ ਸਰਦਾਰ ਜੀ ਇੱਕ ਡੱਬਾ ਵੀ ਦਿਓ ਨਾਲ।
ਉਹਨਾਂ ਨੇ ਬੀਕਾਨੇਰ ਦੀ ਬਰਫੀ ਵੰਡੀ ਅਸੀਂ ਇਸੇ ਪੁੱਤ ਵਾਰੀ 1.5 ਲੱਖ ਰੁਪਏ ਦੀ ਅਸੀਂ ਬਰਫੀ ਵੰਡੀ ਇਸ ਪੁੱਤ ਲਈ ਜਦੋਂ ਸਾਨੂੰ ਰੱਬ ਨੇ ਪੁੱਤ ਦਿੱਤਾ। ਕੀ ਬਾਤ। ਅੱਛਾ। ਤੇ ਬੜੇ ਖੁਸ਼ ਤੇ ਉਹ ਨਰਸਾਂ ਵੀ ਬੜੀਆਂ ਖੁਸ਼, ਕਹਿੰਦੀਆਂ ਜਿੱਦਾਂ ਭਾਜੀ ਦੱਸਦੇ ਸੀ ਦੀਦੀ ਤੁਸੀਂ ਵਾਕਈ ਬਿਲਕੁਲ ਹੀ ਉਸੇ ਤਰ੍ਹਾਂ ਦੇ ਜੇ। ਤੇ ਇਹ ਬੜਾ ਸੁੰਦਰ ਸੀ ਪਹਿਲਾਂ ਵੀ, ਇਹ ਸੋਹਣੀ ਇਹਦੀ ਸਿਹਤ। ਮੈਂ ਜਦੋਂ ਮਤਲਬ ਇਹਨੂੰ ਮੈਂ ਚੁੱਕਾਂ ਨਾ ਮਤਲਬ ਮੰਡ ਰਹੇ, ਇਹਨੂੰ ਮੈਂ ਬੈਠੇ ਨੂੰ ਹੀ ਲਾਡ ਕੀਤੇ, ਲੰਮੇ ਪਏ ਨੂੰ ਹੀ ਲਾਡ ਕੀਤੇ। ਤੇ ਸਰਦਾਰ ਜੀ ਉਹਨਾਂ ਨੇ ਇਹਨੂੰ ਫੜ ਕੇ ਤੇ ਫਿਰ ਕਹਿੰਦੇ ਨਹੀਂ ਚੁੱਕੋ ਆਪਣੀ ਝੋਲੀ 'ਚ ਪਾਓ ਤੁਸੀਂ। ਤੇ ਬੜੇ ਖੁਸ਼ ਹੋ, ਬਹੁਤ ਖੁਸ਼ ਸਰਦਾਰ ਜੀ, ਇਹ ਵੀ ਖੁਸ਼, ਇਹਨੂੰ ਵੀ ਸਾਰਾ ਹੀ ਦੁੱਖ ਭੁੱਲ ਗਿਆ। ਮੈਂ ਇਹਨੂੰ ਵਧਾਈ ਦਿੱਤੀ, ਇਹਨੇ ਮੈਨੂੰ ਦਿੱਤੀ, ਮੈਂ ਇਹਨੂੰ ਪਿਆਰ ਕੀਤਾ, ਇਹਨੇ ਮੈਨੂੰ ਕੀਤਾ। ਮਤਲਬ ਅਸੀਂ ਇੰਨੇ ਖੁਸ਼ ਹੋਏ, ਮਾਲਕ ਨੇ ਸਾਨੂੰ ਖੁਸ਼ੀ ਦਿੱਤੀ। ਸਾਨੂੰ ਇੰਨਾ ਹੀ ਚਾਅ ਇਸ ਪੁੱਤ ਦਾ, ਇੰਨਾ ਹੀ ਚਾਅ। ਔਰ ਪੈਂਦੇ ਮੀਂਹ ਵਿੱਚ ਹੀ ਸਾਰੇ ਹੀ ਬਰਫੀ ਵੰਡੀ ਗਈ। ਇੱਥੇ ਵੀ ਜਿਹੜੀਆਂ ਸਾਡੀਆਂ ਦੁਕਾਨਾਂ ਤੇ ਬੱਚੇ ਕੰਮ ਕਰਦੇ ਸੀ ਮੀਂਹ 'ਚ ਹੀ ਵੰਡੀ ਗਿਆ ਚਾਅ ਨਾਲ ਹੀ। ਮਤਲਬ ਇੰਨੀ ਖੁਸ਼ੀ, ਸਾਰੇ ਨਗਰ ਨੂੰ ਖੁਸ਼ੀ ਹੋਈ, ਸਾਰੇ ਭੈਣ ਭਰਾਵਾਂ ਨੂੰ ਬੜੀ ਖੁਸ਼ੀ ਹੋਈ ਇਸ ਪੁੱਤ ਦੇ ਆਉਣ ਨਾਲ। ਸਾਡੇ ਘਰ ਦੇ ਸਾਡੇ ਮਤਲਬ ਇੱਕ ਜਾਨ ਪੈ ਗਈ ਮੇਰੇ ਵਿੱਚ ਵੀ ਸਾਨੂੰ ਰੱਬ ਨੇ ਸਾਡੀ ਸੁਣ ਲਈ। ਫਿਰ ਅਸੀਂ ਇਹਦਾ ਧਮਾਨ ਕੀਤਾ, ਬੱਚੇ ਦਾ ਫੰਕਸ਼ਨ ਕੀਤਾ ਬਹੁਤ ਵੱਡਾ। ਫਿਰ ਇਹ 3 ਸਾਲ ਤੋਂ ਬਾਅਦ ਫਿਰ ਇਹ ਮੇਰਾ ਛੋਟਾ ਬੱਚਾ ਹੋਇਆ। ਫਿਰ ਸਾਨੂੰ ਬੜੀ ਖੁਸ਼ੀ ਹੋਈ, ਅਸੀਂ ਸ਼ੁਕਰ ਕੀਤਾ ਮਾਲਕ ਨੇ ਸਾਨੂੰ 2 ਦਿੱਤੇ, ਉਹਦਾ ਸ਼ੁਕਰਾਨਾ ਕੀਤਾ ਵਾਹਿਗੁਰੂ ਦਾ। ਫਿਰ ਉਹ ਮਾੜਾ ਟਾਈਮ ਲਾਗੇ ਆਉਣਾ ਸ਼ੁਰੂ ਹੋ ਗਿਆ। ਫਿਰ ਸਰਦਾਰ ਜੀ ਨੇ ਜਦੋਂ ਇਹ ਬੇਟਾ ਹੋ ਗਿਆ ਫਿਰ ਸਰਦਾਰ ਜੀ ਨੇ ਬੜਾ ਕੰਮ ਕੀਤਾ, ਇੰਨਾ ਕੰਮ ਕੀਤਾ ਕਿ ਦਿਨ ਰਾਤ ਕਰਕੇ ਉਹਨਾਂ ਨੇ ਮਿਹਨਤ ਕੀਤੀ ਤੇ ਬੜੀ ਪ੍ਰਾਪਰਟੀ ਬਣਾਤੀ। ਪਲਾਟ ਖਰੀਦ ਲਏ, ਘਰ ਬਣਾ ਲਿਆ, ਸਿਸਟਰ ਦੀ ਮੈਰਿਜ ਕਰ ਲਈ। ਤੇ ਗੱਡੀ ਲੈਣੀ ਸੀ ਤੇ ਮੈਂ ਇਹਨਾਂ ਨੂੰ ਮਨਾ ਕਰਤਾ, ਮੈਂ ਕਿਹਾ ਸਰਦਾਰ ਜੀ ਤੁਸੀਂ ਗੱਡੀ ਨਹੀਂ ਆਪਾਂ ਲੈਣੀ, ਥੋੜਾ ਚਿਰ ਠਹਿਰ ਕੇ ਲਵਾਂਗੇ। ਤੇ ਇਹਨਾਂ ਦੀ ਨੇਚਰ ਇਸ ਤਰ੍ਹਾਂ ਦੀ ਸੀ ਕਿ ਜਿੱਦਾਂ ਇਹ ਅੱਗੋਂ ਮਤਲਬ ਜਿੱਦਾਂ ਤੋੜ ਕੇ ਜਵਾਬ ਲੋਕੀ ਦਿੰਦੇ ਇਦਾਂ ਨਹੀਂ ਸੀ ਦਿੰਦੇ। ਤੇ ਇਹਨਾਂ ਨੇ ਮੇਰੀ ਸਿਸਟਰ ਨੂੰ ਫੋਨ ਕੀਤਾ, ਕਹਿੰਦੇ ਮੈਨੂੰ ਕੁਲਵਿੰਦਰ ਗੱਡੀ ਨਹੀਂ ਲੈਣ ਦਿੰਦੀ ਭੈਣ, ਤੇ ਜੇ ਐਸ ਕੀ ਉਮਰ 'ਚ ਬੰਦੇ ਨੇ ਗੱਡੀ ਨਾ ਸਿੱਖੀ ਤੇ ਗਾਂ ਬੁੱਢੇ ਬਾਰੇ ਥੋੜੀ ਬੰਦੇ ਨੂੰ ਗੱਡੀ ਚਲਾਉਣੀ ਆਉਂਦੀ। ਤੇ ਉਹਨਾਂ ਨਾਲ ਸਲਾਹ ਕਰ ਲਈ ਤੇ ਕਹਿੰਦੇ ਭੈਣ ਤੁਸੀਂ ਅੱਜ ਇੱਧਰ ਨੂੰ ਆ ਜਿਓ। ਉਹ ਸਕੂਲ ਤੋਂ ਇੱਧਰ ਆ ਗਏ, ਇਹ ਇਕੱਠੇ ਹੀ ਜੀਜਾ ਸਾਲੀ ਦੁਕਾਨ ਵਿੱਚ ਵੜੇ। ਤੇ ਭੈਣ ਮੈਨੂੰ ਕਹਿੰਦੇ ਵੀ ਮੁੰਡੇ ਨੂੰ ਗੱਡੀ ਨਹੀਂ ਲੈਣ ਦਿੰਦੀ, ਤੈਨੂੰ ਕੀ ਤਕਲੀਫ ਆ, ਕਿਸ਼ਤਾਂ ਤੇ ਮੁੰਡੇ ਨੇ ਤਾਰਨੀਆਂ। ਤੇ ਮੈਂ ਉਸ ਟਾਈਮ ਭੈਣ ਨੂੰ ਕਿਹਾ ਭੈਣ ਮੇਰਾ ਦਿਲ ਡਰਦਾ ਗੱਡੀ ਲੈਣ ਤੋਂ, ਮਨ ਨਹੀਂ ਗਵਾਈ ਭਰਦਾ। ਕਹਿੰਦੀ ਕੁਛ ਨਹੀਂ ਹੁੰਦਾ, ਵਾਹਿਗੁਰੂ ਦਾ ਨਾਂ ਲੈ, ਮਾਲਕ ਦੇ ਚਰਨਾਂ 'ਚ ਤੁਸੀਂ ਬੈਠੇ ਜੇ। ਮੈਂ ਕਿਹਾ ਠੀਕ ਹੈ ਸਰਦਾਰ ਜੀ ਗੱਡੀ ਲੈ ਲਓ। ਇਹਨਾਂ ਨੇ ਤਾਂ ਸਾਰਾ ਕੁਝ ਕੀਤਾ ਹੋਇਆ ਸੀ ਆਲਰੇਡੀ ਪਹਿਲਾਂ ਹੀ। ਇਹ ਗੱਡੀ ਅਗਲੇ ਦਿਨ ਕਢਾ ਕੇ ਵੀ ਲੈ ਆਏ, ਜਾਣੀ ਕਿ 7-8 ਮਹੀਨੇ ਦਾ ਸੀ ਇਹ ਬੱਚਾ ਮੇਰਾ ਜਦੋਂ ਅਸੀਂ ਗੱਡੀ ਲੈ ਲਈਏ। ਤੇ ਗੱਡੀ ਤਾਂ ਬੜੇ ਸ਼ੌਂਕ ਨਾਲ ਲਈ ਕਿ ਇਹ ਦੋਨੇ ਜਣੇ ਮੋਟਰਸਾਈਕਲ ਤੇ ਸੈੱਟ ਨਹੀਂ ਆਉਂਦੇ ਤੇ ਮਤਲਬ ਸ਼ਰਾਰਤਾਂ ਕਰਦੇ ਆ ਤੇ 2 ਬੱਚੇ ਲੈ ਕੇ ਬੈਠ ਨਹੀਂ ਸਕਦੇ। ਬੜਾ ਚਾਅ ਇਹਨਾਂ ਤੇ ਘੱਟਾ ਨਾ ਪਵੇ, ਮੋਟਰਸਾਈਕਲ ਤੇ ਇਹਨਾਂ ਤੇ ਘੱਟਾ ਪੈਂਦਾ। ਮਤਲਬ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਸੀ, ਬੱਚਿਆਂ ਨਾਲ ਵੀ ਸਾਡੇ ਨਾਲ ਵੀ ਬਹੁਤ ਸੀ। ਫਿਰ ਗੱਡੀ ਆ ਗਈ, ਬੜੇ ਖੁਸ਼ ਹੋਏ, ਗੱਡੀ ਲੈ ਲਈ। ਆਪਣੇ ਫਾਦਰ ਸਾਹਿਬ ਨੂੰ ਬਿਠਾਇਆ ਪਹਿਲਾਂ, ਗੱਡੀ ਲਈ ਤੇ ਫਾਦਰ ਸਾਹਿਬ ਪੂਰੇ ਹੋ ਗਏ। ਮਈ 'ਚ ਗੱਡੀ ਲਈ ਤੇ ਜੁਲਾਈ 'ਚ ਮੇਰੇ ਡੈਡੀ ਪੂਰੇ ਹੋ ਗਏ ਇੱਥੋਂ ਵਾਲੇ। 5 ਮਿੰਟ ਵਿੱਚ ਹੀ ਡੈਡੀ ਵਾਹਿਗੁਰੂ ਕਰਦਿਆਂ ਦੀ ਮੌਤ ਹੋ ਗਈ ਉਹਨਾਂ ਦੀ। ਉਹ ਵੀ ਬੜੇ ਵਧੀਆ ਇਨਸਾਨ ਜ਼ਿੰਦਗੀ 'ਚੋਂ ਚਲੇ ਗਏ। ਅਸੀਂ ਬੜੇ ਪਰੇਸ਼ਾਨ ਹੋਏ, ਅਸੀਂ ਬੜੇ ਟੁੱਟ ਗਏ ਕਿ ਸਾਡੇ ਡੈਡੀ ਇੱਦਾਂ ਹੋ ਗਏ ਆ। ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੈ, ਉਹਨਾਂ ਦੀਆਂ ਇੱਦਾਂ ਵੀ ਆਖਰੀ ਰਸਮਾਂ ਕਰਦੇ ਆ ਤੇ ਫਿਰ ਉਹਨਾਂ ਦਾ ਪੌਣੇ ਸਾਲ ਦਾ ਭੋਗ ਪੈਂਦਾ ਫਰਵਰੀ ਦੇ ਵਿੱਚ। ਉਹਨਾਂ ਦਾ ਪੌਣੇ ਸਾਲ ਦਾ ਅਸੀਂ ਭੋਗ ਪਾਉਂਦੇ ਹਾਂ ਤੇ 22 ਫਰਵਰੀ ਨੂੰ ਉਹਨਾਂ ਦਾ ਭੋਗ ਪੈਂਦਾ ਤੇ 7 ਮਾਰਚ ਨੂੰ ਮੇਰੇ ਸਰਦਾਰ ਜੀ ਦੀ ਡੈਥ ਹੋ ਜਾਂਦੀ ਹੈ। ਉਹ ਕੀ ਕਾਰਨ ਬਣਦਾ? ਉਹ ਕਾਰਨ ਐਕਸੀਡੈਂਟ। ਉਹ ਮੈਰਿਜ ਸੀਗੀ ਚਾਚਾ ਜੀ ਦੇ ਬੇਟੇ ਦੀ, ਪਿੰਡ ਸਾਡਾ ਪਿਛਲਾ ਸੰਗਤਪੁਰ ਹੈ, ਉੱਥੇ ਮੇਰੇ ਚਾਚਾ ਜੀ ਪਿੰਡ ਰਹਿੰਦੇ ਨੇ, ਚਾਚਾ ਸਹੁਰਾ। ਉਹਨਾਂ ਦੇ ਬੇਟੇ ਦੀ ਮੈਰਿਜ ਸੀਗੀ 12 ਤਰੀਕ ਦੀ। ਮੈਰਿਜ ਵੀ ਗੋਇੰਦਵਾਲ ਸਾਹਿਬ ਹੋਣੀ ਸੀਗੀ। ਉਹਨਾਂ ਦੀ ਕੋਠੀ ਵਾਸਤੇ ਪਰਦੇ ਤਿਆਰ ਕਰਵਾਏ ਸੀ। ਉਹ ਮੁੰਡਾ ਪਰਦੇ ਲੈ ਕੇ ਫਤਿਆਬਾਦ ਆ ਗਿਆ ਤੇ ਇਹਨਾਂ ਨੂੰ ਫੋਨ ਕਰ ਦਿੱਤਾ। ਇਹ ਇੱਥੋਂ ਚਲੇ ਗਏ। ਰਸਤੇ ਵਿੱਚ ਮਾਰਕੀਟ ਦੇ ਵਿੱਚ ਭਣੇਵਾ ਸੀ ਆਪਣੀ ਮੰਮਾ ਨਾਲ ਖੜਾ, ਉਹਨੂੰ ਵੀ ਨਾਲ ਲੈ ਗਏ। ਇੱਥੋਂ ਮਿਸਤਰੀ ਲੈ ਕੇ ਗਏ, ਉੱਥੇ ਮਿਸਤਰੀ ਖੜੇ ਕਰ ਦਿੱਤੇ ਚਾਚਾ ਜੀ ਘਰ ਜਾ ਕੇ। ਤੇ ਉੱਥੋਂ ਵਾਪਸ ਦੁਬਾਰਾ ਸੰਗਤਪੁਰ ਤੋਂ ਫਤਿਆਬਾਦ ਆਏ ਉਸ ਮੁੰਡੇ ਨੂੰ ਲੈਣ ਜਿਹੜਾ ਕਿ ਪਰਦੇ ਲੈ ਕੇ ਬਾਏ ਬੱਸ ਆਇਆ ਸੀ। ਉਹਨੂੰ ਬਿਠਾ ਕੇ ਉੱਥੋਂ ਬਾਜ਼ਾਰ ਵਿੱਚੋਂ ਇਹਨਾਂ ਨੇ ਨਾ ਤਾਂ ਦਵਾਈ ਲਈ, ਸਿਰ ਦਰਦ ਦੀ ਦਵਾਈ ਉੱਥੇ ਹੀ ਖਾ ਲਈ ਇਹਨਾਂ ਨੇ। ਸਾਨੂੰ ਮਗਰੋਂ ਉਹਨਾਂ ਨੇ ਦੱਸਿਆ ਮੈਡੀਕਲ ਵਾਲਿਆਂ ਨੇ, ਉੱਥੇ ਆਪਣੀ ਚਾਚੀ ਜੀ ਦੀ ਦਵਾਈ ਲਈ, ਨਾਲੇ ਦਹੀਂ ਲਿਆ ਵਾ। ਚਾਚੀ ਜੀ ਨੂੰ ਕਹਿੰਦੇ ਚਾਚੀ ਜੀ ਅੱਜ ਮੈਂ ਜਰਦਾ ਖਾਣਾ, ਜਰਦਾ ਬਣਾਓ। ਤੇ ਉਹ ਕਹਿੰਦੇ ਰਾਜੂ ਦਹੀਂ ਲੈ ਆਈ ਵਾਵਾ ਸਾਰਾ ਵੀ ਆਪਾਂ ਜੀ ਜਾਦੇ ਆ।
ਤੇ ਉਹ ਵੀ ਗੱਡੀ ਦੇ ਵਿੱਚ ਟੰਗਿਆ ਤੇ ਬਸ ਉਹਨੂੰ ਬਿਠਾਇਆ ਇਹਨਾਂ ਨੇ ਉਹ ਟੀ ਪੁਆਇੰਟ ਤੋਂ ਫਤਿਆਬਾਦ ਵਾਲੇ ਤੋਂ ਤੇ ਪਿੰਡ ਨੂੰ ਚੱਲੇ ਨੇ ਤੇ ਅੱਗੋਂ ਟਰਾਲਾ ਆ ਗਿਆ ਵਾ 2-4 ਟਰਾਲੇ ਇਹਨਾਂ ਨੇ ਕ੍ਰਾਸ ਕਰ ਲੈਣੇ ਫਿਰ ਇਹ ਗੱਡੀ ਉੱਪਰ ਲੱਗੇ ਨੇ ਚੜਾਉਣ ਸੜਕ ਤੇ ਫੁੱਟਪਾਥ ਨੀਵੀਂ ਹੈ ਸੜਕ ਉੱਚੀ ਹੈ ਉਹ ਫੁੱਟਪਾਥ ਤੇ ਚੜਾਉਣ ਲੱਗਿਆ ਤੇ ਇਹ ਮਤਲਬ ਇਹਨਾਂ ਕੋ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਹੈ ਇਹ ਵਿੱਚ ਵੱਜੇ ਜਾ ਕੇ ਗੱਡੀ ਦੇ ਬਹੁਤ ਜ਼ੋਰ ਦੀ ਮਤਲਬ ਬਹੁਤ ਧਮਾਕਾ ਹੀ ਹੋਇਆ ਇਹ ਤਿੰਨੇ ਜਣੇ ਉੱਥੇ ਥਾਂ ਤੇ ਹੀ ਰਹਿ ਗਏ ਭਣੀਵਾ ਨਾਲ ਬੈਠਾ ਸੀ ਉਹ ਬੱਚਾ ਵੀ ਖਤਮ ਹੋ ਗਿਆ 15.5 ਸਾਲ ਦਾ ਉਹ ਜਿਹੜਾ ਮੁੰਡਾ ਪਿੱਛੇ ਬੈਠਾ ਸੀਗਾ ਪਰਦਿਆਂ ਵਾਲਾ ਉਹ ਵੀ ਖਤਮ ਹੋ ਗਿਆ ਸਰਦਾਰ ਜੀ ਵੀ ਉੱਥੇ ਹੀ ਖਤਮ ਹੋ ਗਏ ਇਹਨਾਂ ਦੇ ਗੱਡੀ ਇਦਾਂ ਬੈਠ ਗਈ ਪੱਗ ਇਹਨਾਂ ਦੀ ਲੱਥ ਗਈ ਇੱਥੋਂ ਇੰਨਾ ਦਬਾਅ ਆ ਗਿਆ ਕਿ ਜਿਹੜੇ ਇਹਨਾਂ ਦੇ ਮਤਲਬ ਟੀਥ ਸੀ ਉਹ ਵੀ ਥੱਲੇ ਆ ਗਏ ਅੱਗੋਂ ਮਤਲਬ ਛੱਤ ਵੱਜ ਗਈ ਛੱਤ ਬਿਠਾ ਹੀ ਦਿੱਤੀ ਜਿੱਦਾਂ ਮਤਲਬ ਇੰਨਾ ਭਿਆਨਕ ਸੀਗਾ ਐਕਸੀਡੈਂਟ ਕਿ ਕੋਈ ਵੇਖ ਨਹੀਂ ਪਾਇਆ ਉਸ ਐਕਸੀਡੈਂਟ ਮੌਕੇ ਦੀ ਖਤਮ ਹੋ ਗਈ ਸਰਦਾਰ ਹਾਂ ਸਾਹ ਵੀ ਨਹੀਂ ਲਿਆ ਤਿੰਨਾਂ ਚੋਂ ਕਿਸੇ ਨੇ ਵੀ ਨਹੀਂ ਲਿਆ ਸਾਹ ਮਤਲਬ ਲੋਕਾਂ ਦੇ ਦੱਸਣ ਮੁਤਾਬਕ ਲੋਕ ਉੱਥੇ ਦਵਾ ਪਹੁੰਚਣੇ ਸ਼ੁਰੂ ਹੋ ਗਏ ਮਤਲਬ ਸਰਦਾਰ ਜੀ ਦਾ ਇੱਥੇ ਲਾਗੇ ਸਾਰੇ ਰਾਜੂ ਤੇ ਨਾਮ ਮਤਲਬ ਉਹਨਾਂ ਦੀ ਵਾਕਫੀਅਤ ਬਹੁਤ ਸੀਗੀ ਹੋਲਡ ਬਹੁਤ ਉਹਨਾਂ ਦਾ ਲੋਕ ਤੇ ਸਾਡੇ ਤੋਂ ਪਹਿਲਾਂ ਹੀ ਚਲੇ ਗਏ ਮੈਂ ਵੀ ਇਦਾਂ ਹੀ ਸ਼ੌਪ ਤੇ ਸੀ ਪਹਿਲਾਂ ਮੇਰੇ ਕੋਲੋਂ ਲੰਘੇ ਆ ਤੇ ਮੇਰੇ ਕੋਲ ਹੋ ਕੇ ਨਹੀਂ ਆਏ ਤੇ ਹਮੇਸ਼ਾ ਇਹ ਕਹਿ ਕੇ ਜਾਂਦੇ ਹੁੰਦੇ ਸੀ ਕੁਲਵਿੰਦਰ ਮੈਂ ਗਿਆ ਤੇ ਆਇਆ ਘਰ ਆਏ ਆ ਇਹ ਨਿੱਕਾ ਜਿਹਾ ਦੁੱਧ ਲੈ ਰਿਹਾ ਮੰਮਾ ਦਾ ਤੇ ਇੱਕ ਛੋਟੀ ਜੀ ਬੱਚੀ ਘਰ ਰੋਟੀ ਬਣਾਉਂਦੀ ਸੀ ਉਹਨੇ ਰੋਟੀ ਖਵਾਈ ਰੋਟੀ ਖਾ ਕੇ ਗਿਆ ਆ ਤੇ ਜਾਂਦੇ ਇਹਨੂੰ ਛੋਟੀ ਨੂੰ ਵੀ ਕਹਿੰਦੇ ਚੰਗਾ ਬਲਜੀਤ ਜੀ ਅਸੀਂ ਚੱਲੇ ਫਿਰ ਅੰਦਰੋਂ ਅਲਮਾਰੀ ਆਪਣੀ ਚ ਉਹਨਾਂ ਨੇ ਗੱਡੀ ਦੀ ਚਾਬੀ ਕੱਢੀ ਹੈ ਚਾਬੀ ਕੱਢ ਕੇ ਤੇ ਬਾਥਰੂਮ ਗਏ ਆ ਬਾਥਰੂਮ ਜਾ ਕੇ ਤੇ ਇਦਾਂ ਹੱਥ 'ਚ ਚਾਬੀ ਫੜੀ ਤੇ ਮੈਂ ਵੀ ਬੈਠੀ ਆ ਤੇ ਮੇਰੇ ਸੱਸ ਵੀ ਬੈਠੇ ਸੀਗੇ ਮੰਮੀ ਵੀ ਸਾਡੇ ਮੰਮੀ ਨਾਲ ਵੀ ਗੱਲਾਂ ਕੀਤੀਆਂ ਮੇਰੇ ਨਾਲ ਵੀ ਕੁਝ ਕੀਤੀਆਂ ਇਹਨੂੰ ਵੀ ਥੋੜੀ ਛੋਟੇ ਬੇਟੇ ਨੂੰ ਥੋੜੀ ਰੋਟੀ ਵੀ ਖਵਾਈ ਇਹਨੂੰ ਤੇ ਗੱਲਾਂ ਪਰੇਸ਼ਾਨੇ ਵਾਲੀਆਂ ਹੀ ਕੀਤੀਆਂ ਉਹਨਾਂ ਨੇ ਸਾਰੀਆਂ ਕਿ ਜਿਵੇਂ ਉਹਨਾਂ ਦੇ ਚਿਹਰੇ ਤੋਂ ਮਾਯੂਸੀ ਜੀ ਮਤਲਬ ਸਾਫ਼ ਝਲਕਦੀ ਸੀ ਬੜੇ ਸੈਡ ਜਿਹਾ ਚਿਹਰਾ ਸੀਗਾ ਉਹਨਾਂ ਦਾ ਤੇ ਜਦੋਂ ਤੁਰਨ ਲੱਗੇ ਘਰੋਂ ਤੇ ਮੈਨੂੰ ਕਹਿੰਦੇ ਆ ਚੰਗਾ ਬਲਜੀਤ ਜੀ ਅਸੀਂ ਚੱਲਦੇ ਹਾਂ ਤੇ ਮੈਂ ਕਹਤਾ ਚੰਗਾ ਜੀ ਹੱਥ ਜੋੜ ਕੇ ਤੇ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਪੱਕਾ ਹੀ ਕਹਿ ਰਹੇ ਆ ਮਤਲਬ ਅੱਗੇ ਮੈਂ ਤੋਰਨ ਜਾਂਦੀ ਸੀ ਹਮੇਸ਼ਾ ਜਦੋਂ ਗੱਡੀ ਲੈ ਕੇ ਜਾਂਦੇ ਸੀ ਤੇ ਮੈਂ ਗਈ ਨਹੀਂ ਮੈਂ ਅੰਦਰ ਹੀ ਬੈਠੀ ਰਹੀ ਮੈਂ ਕਿਹਾ ਚੰਗਾ ਜੀ ਮੈਂ ਕਹਿਤਾ ਤੇ ਕੰਮਕਾਰ ਕਰਦੇ ਰਹੇ ਚਲੋ ਆਪਣੇ ਥੋੜੇ ਚਿਰ ਬਾਅਦ ਹੀ ਮੈਸੇਜ ਆ ਗਿਆ ਕਿ ਇਦਾਂ ਹੋ ਗਿਆ ਕੌਣ ਦਿੰਦਾ ਉਹ ਖਬਰ ਤੁਹਾਡੇ ਕੋਲ ਉਹ ਮੈਸੇਜ ਮੇਰੀ ਇਹਨਾਂ ਨੂੰ ਜੇਠ ਨੂੰ ਫੋਨ ਆਇਆ ਕਿਸੇ ਨੇ ਉਹਨਾਂ ਦਾ ਜਦੋਂ ਫੋਨ ਡਿੱਗ ਗਿਆ ਨਾ ਕਿਸੇ ਨੇ ਫੋਨ ਚੁੱਕ ਕੇ ਤੇ ਫੋਨ ਕਰ ਦਿੱਤਾ ਮੈਨੂੰ ਹੀ ਕੀਤਾ ਦੀਦੀ ਨੂੰ ਹੀ ਕੀਤਾ ਫੋਨ ਤੇ ਇਹਨਾਂ ਤੋਂ ਮਤਲਬ ਪਤਾ ਲੱਗ ਗਿਆ ਤੇ ਉਹ ਮੈਂ ਤੇ ਨਾ ਕਹਿੰਦੇ ਜਿਵੇਂ ਮੈਂ ਤਿਆਰ ਹੋਣ ਲੱਗੀ ਤੇ ਮੈਂ ਤਿਆਰ ਨਹੀਂ ਹੋਈ ਹਮੇਸ਼ਾ ਉਹਨਾਂ ਨੂੰ ਇਹ ਸ਼ੌਕ ਹੁੰਦਾ ਸੀਗਾ ਵੀ ਕਿਤੇ ਵੀ ਜਾਣਾ ਸੋਹਣੇ ਬਣ ਕੇ ਜਾਣਾ ਨਾਰਮਲ ਨਹੀਂ ਰਹਿਣਾ ਵਧੀਆ ਕੱਪੜੇ ਪਾਏ ਹੋਣ ਵਧੀਆ ਤਿਆਰ ਹੋਈ ਹੋਵੇਂ ਤੂੰ ਸੋਹਣੀ ਏਦਾਂ ਸੋਹਣੇ ਬਣ ਕੇ ਜਾਣਾ ਮੈਂ ਤਿਆਰ ਹੋਣ ਲੱਗੀ ਤੇ ਪਤਾ ਨਹੀਂ ਕੀ ਪ੍ਰੋਬਲਮ ਇੱਕਦਮ ਮਨ 'ਚ ਪਰੇਸ਼ਾਨੀ ਜੀ ਆਈ ਤੇ ਮੈਂ ਆਣ ਕੇ ਤੇ ਬੇਟਾ ਸੁੱਤਾ ਤੇ ਮੈਂ ਇਹਦੇ ਨਾਲ ਆ ਕੇ ਲੰਮੇ ਪੈ ਗਈ ਤੇ ਉਹਨੇ ਚਿਰਾਂ ਨੂੰ ਉਹ ਆ ਗਈ ਉਹ ਮੈਨੂੰ ਆਂਦੀ ਬਲਜੀਤ ਰਾਜੂ ਦਾ ਫੋਨ ਆਇਆ ਕੋਈ ਮੈਂ ਕਿਹਾ ਨਹੀਂ ਕੀ ਗੱਲ ਆ ਕਹਿੰਦੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੈਂ ਤੇ ਉੱਥੇ ਹੀ ਇਹਨੂੰ ਸੁੱਟ ਕੇ ਤੇ ਮੈਂ ਬਾਹਰ ਨੂੰ ਭੱਜੀ ਵੀ ਕਿੱਥੇ ਐਕਸੀਡੈਂਟ ਹੋ ਗਿਆ ਮੈਨੂੰ ਪਤਾ ਤੇ ਲੱਗੇ ਚੁੰਨੀ ਹੋਰ ਜੁੱਤੀ ਹੋਰ ਕੋਈ ਜੋ ਮੈਨੂੰ ਸਮਝ ਆਇਆ ਮੈਂ ਭੱਜ ਗਈ ਤੇ ਮੈਨੂੰ ਵੀਰ ਮੇਰਾ ਆ ਗਿਆ ਦੁਕਾਨ ਤੇ ਬੈਠਾ ਸੀਗਾ ਉਹ ਭੱਜ ਕੇ ਆਇਆ ਕਹਿੰਦਾ ਵੀ ਤੂੰ ਨਹੀਂ ਜਾਣਾ ਮੋਟਰਸਾਈਕਲ ਲੈ ਕੇ ਉਹ ਭੱਜ ਗਿਆ ਤੇ ਕਹਿੰਦੇ ਵੀ ਉਦੋਂ ਵੀ ਮੰਮੀ ਮੇਰੇ ਕੋਲ ਬੈਠੀ ਜਦੋਂ ਸੁਨਾਹ ਆਇਆ ਇਹਨਾਂ ਦੀ ਮੌਤ ਦਾ ਉਦੋਂ ਵੀ ਮੰਮੀ ਮੇਰੇ ਕੋਲ ਹੀ ਬੈਠੇ ਸੀਗੇ ਮੰਮੀ ਨੂੰ ਕਹਿੰਦੇ ਕਿ ਮੰਮੀ ਫਟਾਫਟ ਦੁਕਾਨ ਤੇ ਆਇਓ ਮੈਂ ਕਿਹਾ ਸ਼ਾਇਦ ਕੋਈ ਉੱਥੇ ਕੋਈ ਪ੍ਰੋਬਲਮ ਹੋ ਗਈ ਹੈ ਜਿਹੜਾ ਮੰਮੀ ਨੂੰ ਸੱਦਣ ਦੇ ਮੈਂ ਕਿਹਾ ਮੰਮੀ ਜਾਓ ਤੁਸੀਂ ਪਤਾ ਨਹੀਂ ਕੀ ਗੱਲ ਹੋਈ ਆ ਫੋਨ ਆਉਣ ਡਿਆ ਤੁਸੀਂ ਜਾਓ ਮੰਮੀ ਚਲ ਗਏ ਤੇ ਉਹਨੇ ਮੰਮੀ ਨੂੰ ਦੁਕਾਨ ਤੇ ਬਿਠਾਇਆ ਵੀ ਤੁਸੀਂ ਦੁਕਾਨ ਦਾ ਸ਼ਟਰ ਸਟਾ ਦਿਓ ਸਮਾਨ ਅੰਦਰ ਕਰਕੇ ਤੇ ਮੈਂ ਆਇਆ ਇਹ ਮੋਟਰਸਾਈਕਲ ਲੈ ਕੇ ਵੀਰ ਜਦੋਂ ਭੱਜਾ ਮੈਂ ਇਹਦੇ ਮਗਰ ਭੱਜੀ ਆ ਕਹਿੰਦਾ ਤੂੰ ਬਹਿ ਜਾ ਚੁੱਪ ਕਰਕੇ ਤੂੰ ਕਿੱਥੇ ਜਾਣਾ ਉਹ ਭਜਾ ਕੇ ਲੈ ਗਿਆ ਮੋਟਰਸਾਈਕਲ ਮੈਂ ਫੇਰ ਵੀ ਗਲੀ 'ਚ ਭੱਜ ਗਈ ਕਿ ਮੈਂ ਕਿੱਧਰ ਜਾਵਾਂ ਮੈਂ ਕਿਹਨੂੰ ਕਵਾਂ ਮੈਨੂੰ ਸਮਝ ਨਾ ਆਵੇ ਵੀ ਐਕਸੀਡੈਂਟ ਹੋਇਆ ਵਾ ਕੀ ਹੋਇਆ ਸਮਝ ਨਹੀਂ ਲੱਗੀ ਮੈਨੂੰ ਮੈਂ ਜਦੋਂ ਮੋੜ ਤੇ ਇਦਾਂ ਗਲੀ ਦੇ ਮੋੜ ਤੇ ਪਹੁੰਚੀ ਆ ਤੇ ਉੱਥੇ ਸਾਡੇ ਗਲੀ ਦੇ ਮੋੜ ਤੇ ਭਾਜੀ ਹੁਣੇ ਆ ਉਹਨਾਂ ਨੇ ਗੱਡੀ ਕੱਢੀ ਉਹ ਵੇਖਣ ਚੱਲੇ ਸੀਗੇ ਉਹਨਾਂ ਦੇ ਉਹ ਮੈਂ ਕਹਿੰਦੇ ਮੈਂ ਕਿਹਾ ਤੁਸੀਂ ਕਿੱਥੇ ਚੱਲੇ ਜੇ ਕਹਿੰਦੇ ਅਸੀਂ ਉਹ ਵੇਖਣ ਚੱਲੇ ਆ ਮੈਂ ਮੈਨੂੰ ਵੀ ਨਾਲ ਲੈ ਜਾਓ ਮੈਂ ਵਿੱਚ ਬੈਠ ਗਈ ਤੇ ਮੈਂ ਵੀ ਨਾਲ ਚਲ ਗਈ ਮੈਂ ਰਸਤੇ 'ਚ ਇਹੋ ਹੀ ਕਰਦੀ ਗਈ ਭਾਜੀ ਠੀਕ ਹੋਣਗੇ ਨਾ ਉਹ ਠੀਕ ਹੋਣਗੇ ਨਾ ਕਹਿੰਦੇ ਵੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਭੈਣ ਜੀ ਤੁਸੀਂ ਪਰੇਸ਼ਾਨ ਨਾ ਹੋ ਜਦੋਂ ਅਸੀਂ ਮਤਲਬ ਥੋੜੇ ਜਿਹੇ ਗੈਪ ਤੇ ਮੈਂ ਰਹਿ ਗਈ ਉਹਨਾਂ ਤੋਂ ਤੇ ਮੈਨੂੰ ਇਸ ਤਰ੍ਹਾਂ ਦਿਸੇ ਕਿ ਉਹ ਇਦਾਂ ਹੀ ਉਹਨਾਂ ਦਾ ਚਿਹਰਾ ਇੱਕਦਮ ਇੰਜ ਸੀਗਾ
ਤੇ ਅੱਖਾਂ ਬੰਦ ਸੀਗੀਆਂ। ਮੈਨੂੰ ਨਹੀਂ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਆ, ਮੈਨੂੰ ਲੱਗਾ ਕਿ ਗੱਡੀ ਦੇ ਵਿੱਚ ਫਸ ਗਈ ਆ, ਕਿਉਂਕਿ ਗੱਡੀ ਅੱਗੋਂ ਬਿਲਕੁਲ ਇਕੱਠੀ ਸੀਗੀ। ਤੇ ਜਿਹੜਾ ਦੂਜਾ ਬੇਟਾ ਨਾ ਉਹ ਲਮਕਣ ਡਿਆ ਸੀ, ਜਿਹੜਾ ਮੇਰਾ ਦੋਤਾ ਸੀਗਾ ਨਾਲ ਉਹ ਲਮਕਦਾ ਪਿਆ ਸੀ। ਜਿਹੜਾ ਤੀਸਰਾ ਸੀਗਾ ਉਹ ਤੇ ਵਿਚਾਰਾ ਜਦੋਂ ਗੱਡੀ ਇੱਕਦਮ ਵੱਜੀ ਨਾ, ਉਹ ਬਾਰੀ ਖੁੱਲੀ ਤੇ ਉਹ ਇੱਕਦਮ ਬਾਹਰ ਡਿੱਗ ਗਿਆ ਤੇ ਉਹਦੇ ਉੱਤੋਂ ਦੀ ਟਰੱਕ ਦੇ ਟਾਇਰ ਲੰਘ ਗਏ। ਉਹ ਤਾਂ ਉੱਥੇ ਹੀ ਮੁੱਕਿਆ ਪਿਆ ਸੀ ਨਾ, ਖਤਮ ਹੋਇਆ ਪਿਆ ਸੀ। ਤੇ ਇਹ ਬੇਟਾ ਵੀ ਲਮਕਦਾ ਪਿਆ ਸੀ, ਇਹ ਵਿੱਚ ਬੈਠੇ ਸੀ। ਮੈਨੂੰ ਲੱਗਾ ਕਿ ਇਹ ਸ਼ਾਇਦ ਬੇਹੋਸ਼ ਹੋਏ ਆ, ਮੈਨੂੰ ਪਤਾ ਨਹੀਂ ਸੀ। ਨਹੀਂ, ਇਹ ਹੋਰ ਕਿਸੇ ਨਾਲ ਚਲੇ ਗਏ, ਮੈਂ ਹੋਰ ਕਿਸੇ ਨਾਲ ਚਲੇ ਗਈ। ਜਿੱਦਾਂ ਸਾਨੂੰ ਸਮਝ ਲੱਗੀ ਭੱਜ ਹੀ ਗਈਆਂ ਦੋਵੇਂ ਜਾਣੇ। ਮੈਨੂੰ ਮੇਰੇ ਜੇਠ ਸਾਹਿਬ ਇਹ ਤੇ ਹੈ ਨਹੀਂ ਸੀ ਉਦੋਂ, ਚਲ ਗਿਆ ਸੀ। ਇਹ ਉਦੋਂ ਨਹੀਂ ਹੈਗੇ ਸੀ, ਮੈਨੂੰ ਕੋਈ ਨਹੀਂ ਦਿਸਿਆ। ਉੱਥੇ ਲੋਕ ਬੜੇ ਇਕੱਠੇ ਹੋਏ ਤੇ ਜਦੋਂ ਮੈਂ ਫਿਰ ਲਾਗੇ ਜੇ ਪਹੁੰਚੀ ਨਾ ਕਿ ਮੈਂ ਭੱਜ ਕੇ ਜਾਵਾਂ ਤੇ ਮੈਨੂੰ ਅੱਗੋਂ ਮੇਰੇ ਵੀਰ ਨੇ ਫੜ ਲਿਆ। ਉਹਦੇ ਹੱਥ ਦੇ ਵਿੱਚ ਇਹਨਾਂ ਦੀ ਪੱਗ ਸੀਗੀ ਤੇ ਉਹ ਉੱਚੀ ਉੱਚੀ ਮਤਲਬ ਚਾਂਗਰਾ ਮਾਰਨ ਦਿਆ, ਕਹਿੰਦਾ ਭਾਜੀ ਚਲ ਗਏ ਆਪਾਂ ਨੂੰ ਛੱਡ ਕੇ। ਤੇ ਮੈਂ ਕਹਾਂ ਵੀ ਮੈਨੂੰ ਜਾਣ ਦਿਓ ਇੱਕ ਵਾਰੀ, ਵੀ ਮੈਂ ਵੇਖ ਲਵਾਂ। ਮੈਨੂੰ ਕਿਸੇ ਨੇ ਵੇਖਣ ਹੀ ਨਹੀਂ ਦਿੱਤਾ, ਗਾਹ ਹੀ ਨਹੀਂ ਜਾਣ ਦਿੱਤਾ। ਫਿਰ ਮੈਨੂੰ ਗੱਡੀ 'ਚ ਉੱਥੇ ਇੱਕ ਹੈਗੀ ਸੀਗੀ ਗੱਡੀ ਕਿਸੇ ਦੀ, ਮੈਨੂੰ ਉਸੇ ਗੱਡੀ 'ਚ ਹੀ ਬਿਠਾਤਾ। ਉੱਥੋਂ ਹੀ ਮੈਨੂੰ ਮਤਲਬ ਮੈਂ ਪੱਗ ਫੜ ਕੇ ਰੋਂਦੀ ਰਹੀ, ਉੱਥੋਂ ਹੀ ਮੈਨੂੰ ਘਰ ਵਾਪਸ ਲੈ ਆਂਦਾ। ਫਿਰ ਮੈਨੂੰ ਉੱਥੇ ਕਿਸੇ ਨੇ ਲਾਤਾ ਗਲੀ ਦੇ ਮੋੜ ਤੇ, ਉੱਥੋਂ ਮੈਂ ਰੋਂਦੀ ਘਰ ਆਈ। ਜਦੋਂ ਮੈਂ ਘਰ ਆਈ ਤੇ ਮਤਲਬ ਸਾਰੀ ਗਲੀ ਤੇ ਪਹਿਲਾਂ ਹੀ ਬਾਹਰ ਨਿਕਲ ਕੇ ਖੜੀ ਸੀਗੀ ਵੀ ਕੋਈ ਗੱਲ ਹੋ ਗਈ ਆ। ਇਹ ਨਹੀਂ ਸੀ ਸਾਰਿਆਂ ਨੂੰ ਪਤਾ ਕਲੀਅਰ ਕਿ ਉਹ ਡੈਥ ਹੋ ਗਈ ਆ। ਘਰੇ ਵੀ ਸਾਡਾ ਘਰ ਭਰਿਆ ਲੋਕਾਂ ਨਾਲ ਤੇ ਮੰਮੀ ਵੀ ਬੈਠੇ, ਦੀਦੀ ਵੀ ਆ ਗਏ, ਉੱਥੋਂ ਹੋ ਕੇ ਵੀ ਆ ਗਏ। ਇਹਨਾਂ ਨੂੰ ਵੀ ਨਹੀਂ ਪਤਾ ਲੱਗਾ ਤੇ ਅੱਗੇ ਨਹੀਂ ਨਾ ਜਾਣ ਦਿੱਤਾ, ਅੱਗੇ ਨਹੀਂ ਸੀ ਜਾਣ ਦਿੰਦੇ। ਅੱਗੇ ਉੱਥੇ ਪੁਲਿਸ ਵਾਲੇ ਹੀ ਦੋ ਤੇ ਉਹ ਸਰਦਾਰ ਜੀ ਦੇ ਫਰੈਂਡ ਹੀ। ਉਹਨੇ ਨਾ ਪੁਲਿਸ ਵਾਲੇ ਨੇ ਇੰਨਾ ਕੁ ਵਧੀਆ ਮੈਨੂੰ ਮਤਲਬ ਉਸ ਟਾਈਮ ਉਹਦਾ ਬਿਹੇਵੀਅਰ ਮੇਰੇ ਨਾਲ ਐਡਾ ਵਧੀਆ ਤੇ ਮਤਲਬ ਉਹਨੇ ਨਾ ਮੈਨੂੰ ਇਦਾਂ ਫੜ ਲਿਆ। ਤੇ ਜਦੋਂ ਉਹਨੇ ਮੈਨੂੰ ਫੜਿਆ ਨਾ ਤੇ ਜਿਹੜਾ ਸਰੀਰ ਸੀ ਉਹ ਕੰਬਦਾ ਸੀ, ਜਦੋਂ ਮੇਰਾ ਦਿਲ ਸੀ ਨਾ ਜਿੱਦਾਂ ਬਾਹਰ ਨਿਕਲ ਜਾਣਾ ਹੁੰਦਾ। ਉਹਨੇ ਪੁਲਿਸ ਵਾਲੇ ਨੇ ਮੈਨੂੰ ਕੁੱਟ ਕੇ ਨਾਲ ਲਾ ਲਿਆ ਆਪਣੇ। ਕਹਿੰਦਾ ਭੈਣੇ ਭਾਜੀ ਠੀਕ ਨੇ, ਉਹਨਾਂ ਦੀ ਲੱਤ ਟੁੱਟੀ ਹੈ, ਉਹਨਾਂ ਨੂੰ ਅੰਮ੍ਰਿਤਸਰ ਲੈ ਗਏ ਆ। ਉੱਥੇ ਇੱਕ ਮੁੰਡਾ ਖੜਾ, ਉਹ ਵੀ ਇਹਨਾਂ ਦਾ ਦੋਸਤ ਸੀ ਤੇ ਉਹਦੇ ਹੱਥ 'ਚ ਇੰਨੇ ਬੜੇ ਪੈਸੇ ਨਾਲ। ਮੈਂ ਕਿਹਾ ਪੈਸੇ ਤੇ ਆ ਰੁਮਾਲ ਤੇ ਆ ਬਾਜ ਮੇਰੇ ਸਰਦਾਰ ਜੀ ਦਾ ਹੈ। ਕਹਿੰਦੇ ਹਾਂ ਭਾਬੀ ਜੀ ਮੈਂ ਕੱਢ ਲਿਆ ਵਾ, ਉਹਨਾਂ ਨੂੰ ਹਸਪੀਟਲ ਲੈ ਗਿਆ। ਮੈਨੂੰ ਉੱਥੋਂ ਹੀ ਉਹ ਲੱਗ ਗਈ, ਐਂਬੂਲੈਂਸ ਪਹੁੰਚ ਗਈ। ਉਹਨੇ ਡਾਕਟਰ ਨੇ ਮੇਰਾ ਬੀਪੀ ਦੇਖਿਆ ਤੇ 220 ਹੋ ਗਿਆ। ਉਹ ਕਹਿੰਦਾ ਵੀ ਇਹਨਾਂ ਨੂੰ ਫੜੋ ਤੁਸੀਂ, ਆਪਾਂ ਲੈ ਚੱਲੀਏ। ਉਹ ਫਿਰ ਮੈਨੂੰ ਐਂਬੂਲੈਂਸ ਵਾਲੇ ਜਿਹੜੇ ਹਨ ਜਾਂ ਹੋਰ ਇੱਥੇ ਮਤਲਬ ਪਤਾ ਨਹੀਂ ਲੱਗਾ ਕਿਹੜੇ ਕਿਹੜੇ ਬੱਚੇ ਸੀ, ਮੁੰਡੇ ਸੀ, ਸਾਰੇ ਲੈ ਇਦਾਂ ਛੱਡ ਛੁੱਟ ਗਏ ਘਰੇ। ਫਿਰ ਜਦੋਂ ਮੈਂ ਆਈ ਇਹ ਬੈਠੇ ਸੀ ਆਉਂਦਿਆਂ ਨੂੰ ਸਾਰੇ ਜਾਣੇ ਪਰੇਸ਼ਾਨ ਸੀਗੇ, ਪਰ ਕੋਈ ਉੱਚੀ ਰੋਵ ਨਹੀਂ ਰਿਹਾ, ਕੋਈ ਇਹਨਾਂ ਨੂੰ ਦੱਸ ਵੀ ਨਹੀਂ ਰਿਹਾ ਵੀ ਏਦਾਂ ਹੋ ਗਏ। ਜਦੋਂ ਮੈਂ ਹੱਥ 'ਚ ਇਹ ਆਈ ਮੈਨੂੰ ਫੇਰ ਕਲੀਅਰ ਹੋਇਆ, ਪੱਗ ਫੜ ਕੇ ਆਈ, ਮੈਂ ਰੋਂਦੀ ਆਈ। ਜਦੋਂ ਫਿਰ ਮੈਂ ਰੋਈ ਆਣ ਕੇ ਤੇ ਸਾਰੇ ਜਾਣੇ ਮਤਲਬ ਕਿ ਉਦੋਂ ਇੱਕਦਮ ਫਿਰ ਤੇ ਪਰੇਸ਼ਾਨ ਹੋ ਗਏ ਸਾਰੇ। ਇਹ ਗੱਲ ਤੁਹਾਨੂੰ ਕੌਣ ਦੱਸਦਾ ਭੈਣੇ? ਇਹ ਮੈਨੂੰ ਉੱਥੇ ਵੀਰੇ ਮੇਰੇ ਨੇ ਪੱਗ ਫੜੀ ਹੋਈ ਸੀ, ਇਹਨਾਂ ਨੂੰ ਦੱਸਦੀ, ਮੈਨੂੰ ਨਹੀਂ ਦੱਸੀ। ਮੈਂ ਬਿਲਕੁਲ ਕੋਲ ਪਹੁੰਚ ਗਈ ਨਾ ਗੱਡੀ ਦੇ ਤੇ ਮੈਨੂੰ ਉਹ ਤੋਂ ਧੂ ਕੇ ਲਈ ਜਾਣ। ਤੇਲ ਡੁੱਲਾ ਸੀ, ਮੇਰੀਆਂ ਚੱਪਲਾਂ ਲੱਥ ਗਈਆਂ, ਪੈਰ ਮੇਰੇ ਤਿਲਕੀ ਜਾਣ। ਮੈਂ ਜਾਵਾਂ ਅੱਗੇ ਨੂੰ, ਉਹ ਮੈਨੂੰ ਪਛਾਣ ਨੂੰ ਖਿੱਚ ਕੇ ਤੇ ਵੀਰ ਮੇਰਾ ਕਹਿੰਦਾ ਵਾ ਵੀ ਭਾਜੀ ਨਹੀਂ ਰਹੇ ਆਪਣੇ। ਤੇ ਤੁਹਾਨੂੰ ਗੱਲ ਇਹ ਪਤਾ ਲੱਗੀ? ਤੁਹਾਨੂੰ ਪਤਾ ਨਹੀਂ, ਇਹਨੂੰ ਨਹੀਂ ਪਤਾ ਲੱਗੀ। ਇਹ ਤੇ ਪਹਿਲਾਂ ਆ ਗਏ ਸੀ ਨਾ, ਇਹਨਾਂ ਦਾ ਬੀਪੀ ਹਾਈ ਹੋ ਗਿਆ ਉੱਥੇ, ਇਹ ਆ ਗਏ। ਇਹ ਆਏ ਨਾ ਜਦੋਂ ਇਹਨਾਂ ਦੇ ਹੱਥ 'ਚ ਜਦੋਂ ਮੈਂ ਪੱਗ ਵੇਖੀ, ਇਹ ਮੈਨੂੰ ਕਹਿੰਦੇ ਆ ਕੇ ਦੀਦੀ ਆਪਾਂ ਲੁੱਟੇ ਗਏ, ਆਪਣਾ ਤੇ ਕੱਖ ਵੀ ਨਹੀਂ ਰਿਹਾ ਕਹਿੰਦੇ। ਉਦੋਂ ਮਤਲਬ ਮੈਨੂੰ ਹੋਇਆ, ਪਰ ਮੈਨੂੰ ਰੋਣ ਨਹੀਂ ਆਇਆ। ਮੈਂ ਤੇ ਨਹੀਂ ਰੋਈ 2-2.5 ਘੰਟੇ, ਬਿਲਕੁਲ ਹੀ ਨਹੀਂ। ਮੇਰੀਆਂ ਭੈਣਾਂ ਆ ਗਈਆਂ, ਸਾਰੇ ਆ ਗਏ। ਮੇਰੀ ਇੱਥੇ ਇੱਕ ਫਰੈਂਡ ਆ, ਉਹ ਮਤਲਬ ਉਹਨੇ ਦੇਖਿਆ ਕਿ ਇਹਨੂੰ ਕਿਉਂ ਨਹੀਂ ਇਹ ਰੋ ਰਹੀ। ਮੈਂ ਕਹਾਂ ਇਦਾਂ ਹੋ ਨਹੀਂ ਸਕਦਾ, ਉਹ ਛੱਡ ਕੇ ਨਹੀਂ ਜਾ ਸਕਦੇ, ਮੈਨੂੰ ਤੇ ਛੱਡ ਕੇ ਜਾ ਹੀ ਨਹੀਂ ਸਕਦੇ ਨਾ, ਜੋ ਮਰਜ਼ੀ ਹੋ ਜੇ। ਜੇ ਉਹ ਜਾਣਗੇ ਮੈਨੂੰ ਨਾਲ ਹੀ ਖੜਨਗੇ ਆਪਣੇ। ਤੇ ਉਹ ਕੁੜੀ ਨੇ ਨਾ ਮਤਲਬ ਜਿੱਦਾਂ ਮੇਰੇ ਅੱਗੇ ਖੜੀ ਹੋ ਕੇ ਨਾ ਜਿੱਦਾਂ ਪਿੱਟੀ, ਮਤਲਬ ਉਹਨੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ ਪੂਰੇ ਜ਼ੋਰਾਂ ਨਾਲ। ਤੇ ਮੈਨੂੰ ਬਹੁਤ ਜ਼ੋਰ ਦੀ ਝੰਜੋੜਿਆ ਉਹਨੇ, ਕਹਿੰਦੀ ਚੀਮਾ ਨਹੀਂ ਹੈਗਾ ਰਾਜੂ, ਨਹੀਂ ਹੈਗਾ। ਫਿਰ ਮੈਨੂੰ ਮਤਲਬ ਜਿੱਦਾਂ ਮੇਰਾ ਨਾ ਦਿਮਾਗ ਥੋੜਾ ਜਿਹਾ ਚੱਲਿਆ ਕਿ ਉਹ ਵਾਕਿਆ ਹੀ ਨਹੀਂ ਹੈਗੇ। ਏਦਾਂ ਹੋ ਗਿਆ। ਫਿਰ ਉਹਨਾਂ ਦੀ ਡੈੱਡ ਬੋਡੀ ਤਰਨ ਲੈ ਗਏ। ਫਿਰ ਇਦਾਂ ਹੀ ਉਹ ਜ਼ਿੰਦਗੀ ਦੀ ਇੰਨੀ ਮਾੜੀ ਮਨਹੂਸ ਘੜੀ, ਰਾਤ ਏਡੀ ਮਾੜੀ ਏਡੀ ਲੰਬੀ, ਉਹ ਸਾਡੀ ਇਦਾਂ ਹੀ ਲੰਘੀ। ਅਗਲੇ ਦਿਨ 11 ਵਜੇ ਉਹਨਾਂ ਦੀ ਡੈੱਡ ਬੋਡੀ ਆਈ। ਉਹਨਾਂ ਨੂੰ ਘਰ ਵੀ ਨਹੀਂ ਲਿਆਂਦਾ ਕਿਉਂਕਿ ਫੇਸ ਤੇ ਉਹਨਾਂ ਦਾ ਐਡਾ ਚੌੜਾ ਹੋ ਗਿਆ ਸੀ, ਬਾਕੀ ਸਾਰੀ ਬੋਡੀ ਠੀਕ ਸੀਗੀ। ਅਸੀਂ ਉੱਥੇ ਵੀ ਨਹੀਂ ਵੇਖ ਪਾਏ, ਸਾਨੂੰ ਉੱਥੇ ਵੀ ਉੱਥੇ ਮਤਲਬ ਲੋਕ ਇੰਨੇ ਸੀਗੇ, ਹਰ ਬੰਦਾ ਚਾਹੁੰਦਾ ਸੀ ਕਿ ਅਸੀਂ ਇਹਨੂੰ ਵੇਖ ਲਈਏ। ਸਾਨੂੰ ਕਿਸੇ ਨੇ ਮੂੰਹ ਨਹੀਂ ਦੇਖਣ ਦਿੱਤਾ, ਸਾਨੂੰ ਗਾਂਹ ਹੀ ਨਹੀਂ ਹੋਣ ਦਿੱਤਾ, ਕਿਉਂਕਿ ਉਹਨਾਂ ਦੀ ਕੰਡੀਸ਼ਨ ਇਦਾਂ ਦੀ ਸੀ ਤੇ ਮਤਲਬ ਸਾਡੀ ਕੰਡੀਸ਼ਨ ਜ਼ਿਆਦਾ ਮਾੜੀ ਸੀ।
सॉरी बेटा सॉरी। नहीं बेटा, नहीं जाना, नहीं सोने, रोना नहीं, रोना तो मेरा शेर बच्चा है। तू मेरा बहादुर बच्चा है, तू कभी नहीं रो सकता, तेन पता ना। तू मेरा राजा ही है, बस तू तू गुड है, ब्रेव है मेरा। मैं ठीक हाँ पुत, मैं बिल्कुल ठीक हाँ। रिलैक्स बेटा, रिलैक्स हो। मैं ठीक हाँ बेटा, मैं ठीक हाँ। मम्मा ठीक नहीं, मम्मा ਨੂੰ थोड़ी कुछ हो सकता। नॉर्मल है बेटा। नॉर्मल। ਅਸੀਂ ਬੱਚਿਆਂ ਨੂੰ ਕਦੀ ਦੱਸਿਆ ਹੀ ਨਹੀਂ ਨਾ ਕੁਝ ਵੀ ਚੰਗੀ ਤਰ੍ਹਾਂ, ਮਤਲਬ ਕਿ ਇਹਨਾਂ ਨੂੰ डिटेल ਚ ਮੇਰੇ ਬੱਚਿਆਂ ਨੂੰ ਕੁਝ ਨਹੀਂ ਪਤਾ। ਅੱਜ ਇਹਨਾਂ ਨੂੰ ਪਹਿਲੇ ਦਿਨ ਸਾਰਾ ਕੁਝ ਪਤਾ ਲੱਗਾ। ਸਾਡੀ ਮੰਮੀ ਦੀ ਆ ਸਟੋਰੀ ਹੈ। ਤੇ ਫਿਰ ਉੱਥੇ ਭੈਣੇ ਤੁਹਾਨੂੰ ਦੇਖਣ ਨਹੀਂ ਦਿੰਦੇ ਕਿਉਂਕਿ ਨਹੀਂ ਦੇਖਣ ਦਿੰਦੇ। ਜਦੋਂ ਉਹਨਾਂ ਦਾ ਸੰਸਕਾਰ ਵੀ ਹੋ ਉਹ ਜਾਂਦਾ ਇਹ ਸਾਡੇ ਭੈਣ ਭਰਾਵਾਂ ਨੂੰ ਇਹ ਸੀਗਾ ਕਿ ਇਹਨਾਂ ਨੂੰ ਕੁਛ ਇਹ ਹੋ ਜਾਣਾ। ਪਰੇਸ਼ਾਨ ਨਾ ਹੋਣ, ਕੁਝ ਹੋ ਨਾ ਜਾਵੇ ਇਹਨਾਂ ਨੂੰ, ਕਿਉਂਕਿ ਕਿਸੇ ਨੂੰ ਦੰਦਲਾਂ ਪਈ ਜਾਂਦੀਆਂ ਸੀ, ਕਿਸੇ ਨੂੰ ਕੁਝ ਹੋਈ ਜਾਂਦਾ ਸੀ। ਉੱਥੇ ਇਦਾਂ ਦਾ ਮਾਹੌਲ ਸੀਗਾ। ਉਹ ਆਪ ਦੀ ਜਗ੍ਹਾ ਤੇ ਸਹੀ ਸੀ, ਪਰ ਅਸੀਂ ਆਪ ਦੀ ਜਗ੍ਹਾ ਤੇ ਸਹੀ ਸਾਨੂੰ ਮਤਲਬ ਇਹ ਬੜਾ ਗਿਲਾ ਆ। ਮਤਲਬ ਲਾਸਟ ਟਾਈਮ ਤੇ ਵੀ ਅਸੀਂ ਉਸ ਇਨਸਾਨ ਦੇ ਮੂੰਹ ਨਹੀਂ ਦੇਖ ਸਕੇ। ਮਤਲਬ ਸਾਡੀ ਦੁਨੀਆਦਾਰੀ ਇਦਾਂ ਦੀ ਆ। ਫਿਰ ਉਦੋਂ ਬਾਅਦ ਜ਼ਿੰਦਗੀ 'ਚ ਤਬਦੀਲੀ ਕਿਵੇਂ ਆਈ ਕਿਉਂਕਿ ਬਹੁਤ। ਤੁਹਾਡੇ ਘਰ ਦੇ ਵਿੱਚ ਭੈਣ ਹੋਰੀ ਦੱਸਦੇ ਆ ਮੈਨੂੰ ਕਿ ਸਾਲ ਤੱਕ ਤਾਂ ਸਾਡਾ ਇਹ ਹੌਸਲਾ ਨਹੀਂ ਸੀ, ਅਸੀਂ ਰੋਈ ਜਾਂਦੇ ਸੀ। ਸਾਨੂੰ ਇਹ ਸੀਗਾ ਕਿ ਸਾਡੇ ਰੋਣ ਨਾਲ ਵਾਪਸ ਆ ਜਾਣਗੇ। ਸਾਨੂੰ ਪਤਾ ਨਹੀਂ ਸੀ। ਮੈਂ ਇਹ ਸੋਚਦੀ ਲੋਕੀ ਬਾਹਰ ਕਿੱਦਾਂ ਨਿਕਲਦੇ ਤੇ ਹੱਸਦੇ ਕਿੱਦਾਂ ਨੇ। ਰੋਂਦੇ ਹੀ ਚੱਲ ਜਾਣਾ ਦੁਕਾਨ ਤੇ, ਰੋਂਦੇ ਹੀ। ਫਿਰ ਪਰੇਸ਼ਾਨ ਬੜੇ ਹੋਏ, ਭੋਗ ਇਹਨਾਂ ਦਾ ਮਤਲਬ ਪਿਆ, ਸਾਰਾ ਕੁਝ ਹੋਇਆ। ਜੋ ਆਖਰੀ ਰਸਮਾਂ ਹਰ ਇਨਸਾਨ ਦੀਆਂ ਹੁੰਦੀਆਂ, ਇਹਨਾਂ ਦੀਆਂ ਵੀ ਹੋਈਆਂ। ਭੋਗ ਤੋਂ ਅਗਲੇ ਦਿਨ ਮੈਂ ਚਾਬੀਆਂ ਚੁੱਕੀਆਂ ਤੇ ਦੁਕਾਨ ਖੋਲਣ ਚਲੇ ਗਈ। ਭੋਗ ਤੋਂ ਬਾਅਦ ਹਾਂ ਅਗਲੇ ਦਿਨ ਹੀ ਮਨ ਨੂੰ ਸਮਝਾਇਆ। ਸਾਰੀ ਰਾਤ ਆਪਣੇ ਨਾਲ ਫੈਸਲਾ ਕਰਦੀ ਰਹੀ ਕਿ ਜੇ ਤੂੰ ਡਿੱਗ ਗਈ ਤੇਰਾ ਪਰਿਵਾਰ ਡਿੱਗ ਜਾਣਾ ਤੇ ਕੰਮ ਤੇ ਕਰਨਾ ਪੈਣਾ, ਰੋਟੀ ਕਿਸੇ ਨਹੀਂ ਦੇਣੀ। ਉਹ ਇਨਸਾਨ ਉਹ ਚਲੇ ਗਏ ਆ ਤੇ ਹਿੰਮਤ ਕਰ। ਸਰਕਲ ਉਹਨਾਂ ਦਾ ਬੜਾ ਵੱਡਾ ਸੀ। ਫਿਰ ਇਦਾਂ ਹੀ ਲਾਗੇ ਦੁਕਾਨਦਾਰ ਇਕੱਠੇ ਹੋਏ, ਉਹਨਾਂ ਦੁਕਾਨ ਖਿਲਾਰਤੀ। ਇਦਾਂ ਪਰੇਸ਼ਾਨ ਡਿਸਟਰਬ, ਇਦਾਂ ਹੀ ਉੱਥੇ ਹੀ ਲੋਕਾਂ ਅਫਸੋਸ ਕਰਨਾ, ਬੈਠ ਕੇ ਅਫਸੋਸ ਕਰਨ ਜੋਗੇ ਵੀ ਨਹੀਂ ਆ ਵੀ ਕੰਮ ਵੀ ਕਰਨਾ, ਉੱਥੇ ਹੀ ਨਾਲ ਗਾਹਕ ਵੇਖਣਾ, ਨਾਲ ਹੀ ਅਫਸੋਸ ਕਰਨਾ। ਸਾਰਾ ਇਦਾਂ ਹੀ ਚੱਲਦਾ ਰਿਹਾ। ਬੜੇ ਡਿਸਟਰਬ ਹੋਏ ਇਦਾਂ ਹੀ। ਅੱਛਾ ਭੈਣ ਹੋਰੀ ਦੱਸਦੇ ਭੈਣੇ ਕਿ ਤੁਸੀਂ ਸਾਲ ਤੱਕ ਤਾਂ ਰੋਈ ਗਏ, ਹੋਸ਼ ਹੀ ਨਹੀਂ ਆਈ ਹਨਾ ਜ਼ਿੰਦਗੀ 'ਚ ਹੋ ਕੀ ਰਿਹਾ? ਜ਼ਿਆਦਾ ਹੀ 2-3 ਸਾਲ ਹੀ ਲੰਘ ਗਏ। ਮਤਲਬ ਇੰਜ ਲੱਗਦਾ ਸੀ ਕਿ ਸਾਡਾ ਸਾਰਾ ਕੁਝ ਖਤਮ ਹੀ ਹੋ ਗਿਆ ਹੈ। ਅਸੀਂ ਮਤਲਬ ਕਾਹਦੇ ਲਈ ਜੀਣਾ ਦੁਨੀਆ ਤੇ, ਇਦਾਂ ਲੱਗਦਾ ਸੀ। ਫਿਰ ਮਤਲਬ ਮੈਨੂੰ ਤੇ ਇੰਜ ਹੁੰਦਾ ਸੀ ਕਿ ਮੇਰੇ ਛੋਟੇ ਛੋਟੇ ਬੱਚੇ ਹਾਏ ਮੈਂ ਕੀ ਕਰੂੰਗੀ, ਮੈਂ ਮਤਲਬ ਇਹਨਾਂ ਨੂੰ ਕਿੱਦਾਂ ਪਾਲੂੰਗੀ, ਕਿੱਦਾਂ ਪੜ੍ਹਾਉਣ ਲਿਖਾਉਂਗੀ। ਮੈਂ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਆਪਣੇ ਮਾਪਿਆਂ ਦੇ ਘਰ ਵੀ ਮੈਂ ਬੜੀ ਲਾਡਲੀ ਸੀਗੀ, ਛੋਟੀ ਸੀ, ਪਿਆਰ ਬਹੁਤ ਕਰਦੇ ਸੀ ਸਾਰੇ। ਇੱਥੇ ਵੀ ਮੈਂ ਜਿੱਦਾਂ ਬਚਪਨੇ ਦੇ ਵਿੱਚ ਹੀ ਰਹਿੰਦੀ ਸੀਗੀ। ਮੈਨੂੰ ਸਵੇਰ ਨੂੰ ਉਹਨਾਂ ਨੇ ਉਠਾਉਣਾ, ਬਲਜੀਤ ਉੱਠੋ ਚਾਹ ਬਣਾਓ। ਮੈਂ ਨਿਆਣਿਆਂ ਵਾਂਗੂ ਹੂੰ ਕਰਦੀ ਨਾ, ਮੈਂ ਨਹੀਂ ਕਰਕੇ ਮੈਂ ਉੱਠਣਾ, ਫਿਰ ਮੈਂ ਉੱਠ ਕੇ ਚਾਹ ਪਾਣੀ ਕਰਨਾ। ਮਤਲਬ ਕਿ ਮੈਨੂੰ ਬੱਚਿਆਂ ਜਿਹਾ ਵਾਂਗੂ ਰੱਖਦੇ ਸੀਗੇ। ਇਹ ਭੈਣ ਹੋਰੀ ਨਹੀਂ ਸਰਦਾਰ ਜੀ ਦੀ ਗੱਲ ਕਰਦੀ ਆ। ਦੀਦੀ ਤੇ ਚਲੋ ਡਿਊਟੀ ਆਪਣੇ ਚੱਲ ਜਾਂਦੇ ਸੀ, ਸਵੇਰੇ ਜਾਂਦੇ ਸੀ ਸ਼ਾਮ ਨੂੰ ਆਉਂਦੇ ਸੀਗੇ। ਇਹਨਾਂ ਨੇ ਵੀ ਮੇਰੇ ਨਾਲ ਮਤਲਬ ਕਿ ਮੈਨੂੰ ਏਦਾਂ ਬੱਚਿਆਂ ਜਿਹਾ ਵਾਂਗੂ ਸਮਝਣਾ ਕਿ ਮੈਂ ਕਰਦੀ ਬਚਪਨਾ ਸੀਗੀ, ਕਿਉਂਕਿ ਮੈਂ ਇੰਨੀ ਮੈਚੁਰ ਨਹੀਂ ਸੀ ਹੈਗੀ, ਇੰਨਾ ਦੁਨੀਆਦਾਰੀ 'ਚ ਵਿਚਰੀ ਨਹੀਂ ਸੀਗੀ, ਇੰਨਾ ਸਮਾਜ ਬਾਰੇ ਨੌਲੇਜ ਨਹੀਂ ਸੀਗੀ। ਮੈਨੂੰ ਹੌਲੀ ਹੌਲੀ ਇਹਨਾਂ ਦੀ ਟੱਚ 'ਚ ਆਉਣ ਤੋਂ ਬਾਅਦ ਮੈਨੂੰ ਦੁਨੀਆਦਾਰੀ ਦੀ ਸਮਝ ਲੱਗੀ ਕਿ ਮੈਂ ਬਹੁਤ ਭੋਲੀ ਸੀਗੀ। ਤੇ ਮਤਲਬ ਇਸ ਚੀਜ਼ ਦੀ ਮੈਂ ਬੱਚਿਆਂ ਵਾਂਗੂ ਰਹਿਣਾ ਉਹਨਾਂ ਦੇ ਨਾਲ ਕਿ ਜੇ ਮੈਂ ਆ ਚੀਜ਼ ਲੈਣੀ ਤੇ ਮੈਂ ਲੈਣੀ, ਤੈਨੂੰ ਕੀ ਚਾਹੀਦਾ, ਆ ਚੀਜ਼ ਚਾਹੀਦੀ, ਮਿਲ ਜੂਗੀ। ਬਸ ਕਦੀ ਨਹੀਂ ਉਹਨਾਂ ਨੇ ਕਹਿਣਾ ਕਿ ਤੈਨੂੰ ਆ ਚੀਜ਼ ਜਾਂ ਤੂੰ ਕਿਉਂ ਮੰਗੀ ਆ ਜਾਂ ਨਹੀਂ ਲੈ ਕੇ ਦੇਣੀ। ਪਰ ਉਹਨਾਂ ਨੂੰ ਇਸ ਚੀਜ਼ ਦਾ ਮੇਰੇ ਤੋਂ ਮਤਲਬ ਕਿ ਬਹੁਤ ਮਾਣ ਵੀ ਸੀਗਾ ਵੀ ਮੈਨੂੰ ਤੇਰੇ ਤੇ ਇਸ ਚੀਜ਼ ਦਾ ਮਾਣ ਹੈ ਕਿ ਮੇਰੇ ਘਰ ਨੂੰ ਤੂੰ ਬੜਾ ਬਖੂਬ ਸਾਂਭਿਆ ਆ। ਬੱਚਿਆਂ ਨੂੰ ਟਾਈਮ ਟੂ ਟਾਈਮ, ਰਿਸ਼ਤੇਦਾਰੀ ਨੂੰ ਟਾਈਮ ਟੂ ਟਾਈਮ, ਹਰ ਚੀਜ਼ ਰੋਟੀ ਪਾਣੀ ਆਏ ਗਏ ਦੀ ਸਾਂਭ ਸੰਭਾਲ, ਲੀੜਾ ਕੱਪੜਾ, ਹਰ ਚੀਜ਼ ਮੈਂ ਬਿਲਕੁਲ ਐਗਜ਼ੈਕਟ ਟਾਈਮ ਤੇ ਹਰ ਬੰਦੇ ਨੂੰ ਮਿਲਦੀ ਸੀ। ਤੇ ਫਿਰ ਉਦੋਂ ਬਾਅਦ ਤੁਹਾਡੇ ਸਹੁਰਾ ਸਾਹਿਬ ਵੀ ਮੁੱਕ ਜਾਂਦੇ ਹਨ ਤੇ ਉਹੀ ਸਾਲ ਦੇ ਵਿੱਚ ਤੁਹਾਡੇ ਸਰਦਾਰ ਜੀ ਵੀ ਮੁੱਕ ਜਾਂਦੇ ਹਨ। ਘਰ ਦੇ ਵਿੱਚ ਕੋਈ ਮਰਦ ਨਹੀਂ ਬਚਦਾ ਹਨਾ, ਕੋਈ ਸਿਆਣਾ ਹੋਵੇ। ਇਹ ਬੱਚੇ ਛੋਟੇ ਸੀ। ਮੇਰੇ ਵੱਡੇ ਇਹਨਾਂ ਦੇ ਬ੍ਰਦਰ ਨੇ ਵੱਡੇ, ਉਹ ਵੀ ਗੁਜਰਾਤ ਉਹਨਾਂ ਦਾ ਕੰਮ ਹੈ। ਉਹ ਘਰ ਉਹ ਵੀ ਨਹੀਂ ਹੈਗੇ ਵੀਰ ਜੀ। ਅੱਛਾ ਤੇ ਫਿਰ ਕਿਵੇਂ ਉਹ
ਹਿੰਮਤ ਮਿਲਦੀ ਹੈ ਕਿਵੇਂ? ਇਹ ਸਾਰੀ ਕਬੀਲਦਾਰੀ ਸਾਂਭਦੇ ਹੋ ਤੁਸੀਂ? ਕਬੀਲਦਾਰੀ ਬਸ ਇਦਾਂ ਹੀ, ਮਤਲਬ ਜਿੱਦਾਂ ਤੁਹਾਨੂੰ ਕਹਿ ਕੇ, ਜਿੱਦਾਂ ਇੱਕ ਦੂਜੇ ਨੂੰ ਹੌਸਲਾ ਦੇਣਾ। ਮੇਰਾ ਬ੍ਰਦਰ ਆ ਨਾ ਇੱਕ, ਹਾਂ, ਜਦੋਂ ਇਹਨਾਂ ਦੀ ਡੈਥ ਹੋਈ ਹੈ ਨਾ, ਉਹ ਤੋਂ ਥੋੜਾ ਚਿਰ ਪਹਿਲਾਂ ਮੇਰਾ ਬ੍ਰਦਰ ਗ੍ਰੀਸ 'ਚ ਸੀਗਾ। ਉਹਨਾਂ ਨੂੰ ਉਹ ਆਏ ਸੀਗੇ ਇੱਥੇ ਮੈਰਿਜ ਕਰਾਉਣ ਵਾਸਤੇ, ਤੇ 6-7 ਸਾਲ ਬਾਅਦ ਆਏ ਸੀ, ਉਹਨਾਂ ਦੀ ਮੈਰਿਜ ਕਰਨੀ ਸੀ। ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਹੋ ਗਈ ਤੇ ਅਸੀਂ ਕਿਹਾ ਵੀ ਚਲੋ, ਇਹ ਕਹਿੰਦੇ ਜਿੰਨਾ ਚਿਰ ਆਪਾਂ ਮੈਰਿਜ ਨਹੀਂ ਕਰਦੇ, ਇਹਨਾਂ ਦੀ ਮੈਡੀਸਨ ਚੱਲਦੀ ਸੀਗੀ, ਥੋੜਾ ਜਿਹਾ ਉਹਨਾਂ ਦੇ ਲੱਕ ਨੂੰ ਕੋਈ ਜ਼ੋਰ ਜਿਹਾ ਆ ਗਿਆ, ਕਹਿੰਦੇ ਇਹਦੀ ਮੈਡੀਸਨ ਚੱਲਦੀ ਹੈ, ਜਿੰਨਾ ਚਿਰ ਚਲੋ ਇਹਦੀ ਮੈਰਿਜ ਨਹੀਂ ਹੁੰਦੀ, ਇਹਨੂੰ ਆਪਣੇ ਕੋਲੇ ਲੈ ਆਉਂਦੇ ਆ। ਤੇ ਮੈਂ ਇਸ ਗੱਲ ਤੋਂ ਮੰਨਾ ਨਾ ਕਿ ਮੈਂ ਕਿਹਾ ਨਹੀਂ ਇਦਾਂ ਵੀ ਬ੍ਰਦਰ ਨੂੰ ਨਹੀਂ ਲਿਆਉਣਾ ਠੀਕ। ਮੈਂ ਹਾਂ ਵੀ ਇਦਾਂ ਫਿਰ ਫਿੱਕ ਜਾ ਪੈ ਜਾਂਦਾ ਕਿਸੇ ਨਾਲ ਗੱਲ ਤੋਂ। ਕਹਿੰਦੇ ਵੀ ਇਹ ਹੋ ਹੀ ਨਹੀਂ ਸਕਦਾ, ਤੂੰ ਮਤਲਬ ਨੈਗੇਟਿਵ ਨਹੀਂ ਸੋਚਣਾ, ਹਮੇਸ਼ਾ ਪੋਜ਼ਿਟਿਵਿਟੀ ਰੱਖਣੀ ਆਪਣੇ ਦਿਮਾਗ 'ਚ, ਇਦਾਂ ਦੀ ਕਦੀ ਕੋਈ ਗੱਲ ਨਹੀਂ ਹੋ ਸਕਦੀ। ਉਹਨਾਂ ਨੇ ਮੈਨੂੰ ਮਨਾ ਲਿਆ ਵੀ ਨਹੀਂ ਆਪਾਂ ਸਾਹਿਬ ਸਿੰਘ ਨੂੰ ਇੱਥੇ ਲੈ ਆਈਏ, ਬ੍ਰਦਰ ਦਾ ਨਾਂ ਸਾਹਿਬ ਆ ਛੋਟਾ, ਸਾਹਿਬ ਨੂੰ ਅਸੀਂ ਇੱਥੇ ਲੈ ਆਂਦਾ। ਸਾਹਿਬ ਸਾਡੇ ਕੋਲ ਆ ਗਿਆ, 6-7 ਮਹੀਨੇ ਹੋ ਗਏ, ਅਸੀਂ ਉਹਦਾ ਵਿਆਹ ਕਰ ਦਿੱਤਾ। ਵਿਆਹ ਕੀਤੇ ਨੂੰ 1 ਮਹੀਨਾ ਹੀ ਹੋਇਆ ਸੀਗਾ, ਜਿੱਦਾਂ ਅਸੀਂ ਫਰਵਰੀ ਦੀ 7 ਤਰੀਕ ਨੂੰ ਉਹਦੀ ਮੈਰਿਜ ਹੈਗੀ ਸੀਗੀ, ਸ਼ਗਨ ਸੀਗਾ, ਤੇ 8 ਨੂੰ ਬਰਾਤ ਸੀਗਾ, ਤੇ ਅਗਲੀ ਮਾਰਚ ਦੀ 7 ਨੂੰ ਇਹਨਾਂ ਦੀ ਡੈਥ ਹੋ ਗਈ, ਤੇ 8 ਨੂੰ ਇਹਨਾਂ ਦਾ ਸੰਸਕਾਰ ਵੀ ਹੋ ਗਿਆ। ਸੰਸਕਾਰ ਹੋ ਗਿਆ ਬਿਲਕੁਲ 1 ਮਹੀਨੇ ਬਾਅਦ। ਪੂਰੇ 1 ਮਹੀਨੇ ਤੋਂ ਬਾਅਦ ਫਿਰ ਉਹ ਬ੍ਰਦਰ ਉਹਨੇ ਬਾਹਰ ਜਾਣਾ ਸੀ, ਫਿਰ ਉਹ ਛੱਡ ਕੇ ਨਹੀਂ ਜਾ ਸਕਿਆ ਸਰ, ਤੁਹਾਡੇ ਕੋਲ ਹੀ ਰਹਿਣ ਲੱਗ ਗਿਆ। ਫਿਰ ਉਹ ਸਾਡੇ ਕੋਲ ਹੀ ਰਹਿ ਗਿਆ। ਫਿਰ ਉਹਦੀ ਵੋਟੀ ਨੂੰ ਥੋੜਾ ਚਿਰ ਅਸੀਂ ਲਿਆਂਦਾ, ਪਰ ਸਾਡੇ ਘਰ ਦਾ ਮਾਹੌਲ ਹੀ ਐਵੇਂ ਦਾ ਸੀ ਕਿ ਹਰ ਵੇਲੇ ਰੋਂਦੇ ਰਹਿਣਾ, ਅਫਸੋਸ ਵਾਲਿਆਂ ਨੇ ਆਈ ਜਾਣਾ। ਉਹ ਵੀ ਮਤਲਬ ਕਿ ਨਵੀਂ ਵਿਆਹੀ ਸੀ, ਫਿਰ ਉਹਨੂੰ ਉੱਥੇ ਕਲਾ ਦਿੱਤਾ। ਉਹਦੇ ਵਿਚਾਰੀ ਦੇ ਵੀ ਜਿੱਦਾਂ ਸੁਪਨੇ ਜੇ ਖਤਮ ਹੋ ਗਏ ਸਾਡੇ ਨਾਲ ਹੀ, ਸਾਡੇ ਤੇ ਹੋਏ ਕਿਉਂਕਿ ਉਹ ਸਾਨੂੰ ਛੱਡ ਕੇ ਜਾ ਨਹੀਂ ਸੀ ਸਕਦਾ, ਦਿੱਲੀ ਨਹੀਂ ਸੀ ਜਾ ਸਕਦਾ ਉਹਦੇ ਕੋਲ। ਸਾਡੀ ਹਾਲਤ ਹੀ ਐਵੇਂ ਦੀ ਸੀ, ਸਾਨੂੰ ਉਹ ਛੱਡ ਹੀ ਨਹੀਂ ਸੀ ਸਕਦਾ। ਦੁਕਾਨ ਕੌਣ ਖੋਲਦਾ? ਮੰਮੀ ਵੀ ਅਪਸੈਟ ਹੋ ਗਏ, ਉਹਦਾ ਮੰਮੀ ਦੁਕਾਨ ਤੇ ਬੈਠਦੇ ਸੀਗੇ, ਤੇ ਮੰਮੀ ਵੀ ਬੈਠਣੋਂ ਹਟ ਕੇ ਮੰਮੀ ਵੀ ਅਪਸੈਟ ਹੋ ਗਏ। ਤੇ ਇਦਾਂ ਫਿਰ ਉਹ ਬ੍ਰਦਰ ਉਦੋਂ ਦਾ ਪੱਕਾ ਹੀ ਮੈਨੂੰ ਛੱਡ ਕੇ ਜਾ ਹੀ ਨਹੀਂ ਸਕਿਆ। ਉਹਨੇ ਕਿਹਾ ਵੀ ਮੈਂ ਸਾਡੇ ਨਾਲ ਹੀ ਹੁਣ ਰਹੂਗਾ। ਉਹਨੇ ਕਿਹਾ ਵੀ ਮੈਂ ਜਾਣਾ ਨਹੀਂ, ਮੈਨੂੰ ਭਾਜੀ ਨੇ ਬਿਠਾਤਾ ਇੱਥੇ ਲਿਆ ਕੇ, ਤੇ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਉਹ ਮੈਨੂੰ ਪਹਿਲਾਂ ਹੀ ਬਿਠਾ ਗਿਆ, ਇੱਕ ਹਿਸਾਬ ਦਾ ਕਿ ਜਿਵੇਂ ਉਹ ਡਿਊਟੀ ਮੈਨੂੰ ਦੇ ਗਿਆ। ਉਹ ਵੀ ਸਾਡੇ ਨਾਲ ਮਤਲਬ 10 ਸਾਲ ਹੋ ਗਏ। ਅੱਛਾ, ਸਾਡੇ ਨਾਲ ਦਿਨ ਰਾਤ ਇੱਕ ਉਹਨੇ ਵੀ ਕੀਤਾ। 10 ਸਾਲਾਂ ਤੋਂ ਇੱਥੇ ਹੀ ਰਹਿੰਦੇ ਤੁਸੀਂ? ਸਾਡੇ ਕੋਲ ਹੀ ਰਹਿੰਦੇ ਆ। ਹੁਣ ਉਹਦੇ ਇਸ ਵਕਤ 3 ਬੱਚੇ ਆ, 2 ਬੇਟੀਆਂ 1 ਬੇਟਾ ਵਾ। ਪਰ ਇਦਾਂ ਹਫਤੇ 10 ਦਿਨੀ ਪਿੰਡ ਜਾਣਾ। ਮੰਮੀ ਡੈਡੀ ਆ, ਵੱਡਾ ਬ੍ਰਦਰ ਮੇਰਾ ਬਾਹਰ ਆ, ਤੇ ਮੰਮੀ ਡੈਡੀ ਹੁਣਾਂ ਕੋਲ ਵੋਟੀ ਨਾਲ ਰਹਿੰਦੀ ਆ ਭਾਬੀ ਮੇਰੀ, ਤੇ ਇਦਾਂ ਹਫਤੇ 10 ਦਿਨ ਹੀ ਜਾਣਾ, ਸਾਡੇ ਕੋਲ ਹੀ ਰਹਿਣਾ। ਅੱਛਾ, ਫਿਰ ਭੈਣੇ ਤੁਹਾਡੇ ਦੋਨਾਂ ਦਾ ਸਾਥ ਕਿਵੇਂ ਦਾ ਰਹਿੰਦਾ? ਕਿਉਂਕਿ ਤੁਹਾਡੇ ਕੋਲ ਸਰਦਾਰ ਸਾਹਿਬ ਸੀ ਹਨਾ, ਉਹ ਛੱਡ ਕੇ ਚਲੇ ਜਾਂਦੇ, ਫਿਰ ਤੁਹਾਡੀ ਸਾਸੂ ਮਾਂ ਨੂੰ ਕੀ ਹੁੰਦਾ? ਸਾਸੂ ਮਾਂ ਦਾ ਤੇ ਸਰਦਾਰ ਜੀ ਦਾ ਮਤਲਬ, ਸਰਦਾਰ ਜੀ ਛੋਟੇ ਸੀਗੇ ਘਰ ਦੇ ਵਿੱਚ, ਤੇ ਇਹਨਾਂ ਦੀ ਇਦਾਂ ਦੇ ਕਲੋਜ਼ ਸੀਗੇ ਮਾਂ ਪੁੱਤ ਇੱਕ ਦੂਜੇ ਦੇ ਕਿ ਐਜ਼ ਅ ਫਰੈਂਡ ਹਰ ਗੱਲ ਆਪਣੀ ਇੱਕ ਦੂਜੇ ਨਾਲ ਉਹਨਾਂ ਨੇ ਕਰਨੀ ਹੈ, ਸ਼ੇਅਰ ਕਰਨੀ ਹੈ। ਮੰਮੀ ਨੂੰ ਦੁੱਖ ਹੀ ਇੰਨਾ ਕੁ ਜ਼ਿਆਦਾ ਲੱਗ ਗਿਆ ਸੀਗਾ ਇਹਨਾਂ ਦਾ ਕਿ ਹਰ ਵੇਲੇ ਦੁਕਾਨ 'ਚ ਵੀ ਫੋਟੋ ਲਵਾ ਲਈ ਸੀ, ਘਰੇ ਵੀ ਫੋਟੋ ਵੇਖਣਾ, ਰੋਂਦੇ ਰਹਿਣਾ, ਮਤਲਬ ਕਿ ਪਰੇਸ਼ਾਨੀ ਮਾਤਾ ਜੀ ਇੰਨੇ ਕੁ ਹੋ ਗਏ ਕਿ ਉਹਨਾਂ ਨੇ ਹਸਪੀਟਲਾਂ ਦੇ ਵਿੱਚ ਹੀ ਟਾਈਮ ਕੱਢਿਆ, ਮੁੜ ਕੇ ਜਿਹੜਾ ਵੀ ਕੱਢਿਆ ਉਹਨਾਂ 4.5 ਸਾਲ ਬਾਅਦ 4.5 ਸਾਲ ਬਾਅਦ ਫਿਰ ਉਹਨਾਂ ਨੂੰ ਸ਼ੂਗਰ ਹੋ ਗਈ, ਕਈ ਕੁਝ ਹੋ ਗਿਆ ਉਹਨਾਂ ਨੂੰ, ਬਿਮਾਰੀਆਂ ਬਹੁਤ ਰਲ ਗਈਆਂ। ਫਿਰ ਵਿਜੋਗ ਬਹੁਤ ਲੱਗ ਗਿਆ। ਉਹਨਾਂ ਨੇ ਵਿਜੋਗ ਇੰਨਾ ਲਾ ਲਿਆ, ਹਰ ਵੇਲੇ ਕਹਿਣਾ ਕਿ ਮਤਲਬ ਤੂੰ ਮੇਰੇ ਅੱਗੇ ਕਿਉਂ ਲੱਗ ਕੇ ਤੁਰ ਗਿਆ, ਤੂੰ ਤੇ ਮੈਨੂੰ ਆਪ ਮਤਲਬ ਛੱਡ ਕੇ ਆਉਣਾ ਸੀ ਮੜੀਆਂ 'ਚ, ਤੇ ਮੈਨੂੰ ਤੂੰ ਛੱਡ ਗਿਆ ਇੱਥੇ, ਆਪ ਤੂੰ ਮੇਰੇ ਅੱਗੇ ਲੱਗ ਕੇ ਤੁਰ ਗਿਆ ਵਾ। ਉਹਨਾਂ ਨੇ ਰੋਂਦੇ ਰਹਿਣਾ, ਬਥੇਰਾ ਹੌਸਲਾ ਕਰਨਾ, ਹੌਸਲਾ ਦੇਣਾ ਵੀ, ਆਪ ਵੀ ਰੋਣਾ। ਉਹਨਾਂ ਨੇ ਵੀ ਮਤਲਬ ਉਹਨਾਂ ਨੇ ਕਹਿਣਾ ਵੀ ਤੁਸੀਂ ਨਾ ਇਦਾਂ ਨਾ ਫਿਰਿਆ ਕਰੋ, ਤੁਸੀਂ ਸੋਹਣੇ ਕੱਪੜੇ ਪਾ ਕੇ ਰਿਹਾ ਕਰੋ, ਕਿ ਮੈਨੂੰ ਦੁੱਖ ਬੜਾ ਲੱਗਦਾ ਜਦੋਂ ਮੈਂ ਤੁਹਾਨੂੰ ਇਦਾਂ ਵੇਖਦੀ ਹਾਂ। ਤੁਸੀਂ ਮਤਲਬ ਜੇ ਕਿਤੇ ਚਿੱਟਾ ਕੱਪੜਾ ਲੈ ਲੈਣਾ, ਚੁੰਨੀ ਲੈ ਲੈਣੀ, ਤੇ ਮੰਮੀ ਨੇ ਉਸੇ ਵੇਲੇ ਟੋਕ ਦੇਣਾ, ਨਹੀਂ ਮੈਨੂੰ ਤੁਸੀਂ ਇਦਾਂ ਚੰਗੀਆਂ ਨਹੀਂ ਜੇ ਲੱਗਦੀਆਂ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਸੋਹਣੇ ਕੱਪੜੇ ਪਾ ਕੇ ਰੱਖਿਆ ਕਰੋ, ਜਿੱਦਾਂ ਤੁਹਾਨੂੰ ਰਾਜੂ ਕਹਿੰਦਾ ਹੁੰਦਾ ਸੀ, ਵਧੀਆ ਬਣ ਕੇ ਰਿਹਾ ਕਰੋ। ਫਿਰ ਕਿੰਨੇ ਟਾਈਮ ਬਾਅਦ ਡੈਥ ਹੁੰਦੀ ਉਹਨਾਂ ਦੀ? 4.5 ਸਾਲ। ਫਿਰ ਉਹਨਾਂ ਦੀ ਮੰਮੀ ਦੀ ਡੈਥ ਹੋ ਜਾਂਦੀ। ਫਿਰ 1.5 ਮਹੀਨੇ ਬਾਅਦ 2 ਮਹੀਨੇ ਬਾਅਦ ਮੇਰੇ ਜੇਠ ਦੀ ਵੀ ਡੈਥ ਹੋ ਜਾਂਦੀ ਹੈ। ਅੱਛਾ, ਹਾਂਜੀ, ਅਜੇ ਮੰਮੀ ਦੇ 2 ਮਹੀਨੇ ਹੋਏ ਹੁੰਦੇ ਆ। ਫਿਰ ਮੇਰੇ ਜੇਠ ਸਾਹਿਬ ਜਿਹੜੇ ਸੈਂਟਰ ਵਾਲੇ ਨੇ ਭਾਜੀ ਸਾਡੇ, ਉਹਨਾਂ ਦੇ ਵੀ 2 ਬੇਟੇ ਆ, ਉਹਨਾਂ ਦਾ ਵੀ ਗੁਜਰਾਤ ਹੀ ਸੀਗਾ ਆਪਣਾ ਕੰਮ, ਹੋਟਲ ਹਾਟਲ, ਤੇ ਉਹ ਵੀਰ ਜੀ ਦੀ ਵੀ ਡੈਥ ਹੋ ਗਈ। ਮਤਲਬ 4 ਜੀ ਘਰ ਚੋਂ ਚਲੇ ਗਏ। ਇਹਨਾਂ ਦੇ ਜਾਣ ਤੋਂ ਬਾਅਦ ਇੰਨੀ ਕਿ ਸਟਰਗਲ ਕੀਤੀ ਆ ਨਾ ਕਿ ਮਤਲਬ ਅਸੀਂ ਦਿਨ ਰਾਤ ਹੀ ਇੱਕ ਕਰਤਾ, ਦੋਵੇਂ ਜਣੀਆਂ ਸੀ ਤੇ ਤੀਜਾ ਸਾਡਾ ਬ੍ਰਦਰ ਨਾਲ। ਇੱਕ ਗੱਲ ਹੋਰ ਬੜੀ ਸੋਹਣੀ ਲੱਗੀ ਮੈਨੂੰ ਤੁਹਾਡੇ ਪਰਿਵਾਰ ਦੀ, ਕਿ ਤੁਹਾਡੇ ਪੇਕੇ ਪਰਿਵਾਰ ਵਾਲੇ ਇਹਨਾਂ ਨੂੰ ਆਪਣੀ ਕੁੜੀ ਸਮਝਦੇ ਆ, ਤੇ ਇਹਨਾਂ ਦੇ ਪੇਕੇ ਵਾਲੇ ਤੁਹਾਨੂੰ ਆਪਣੀ ਕੁੜੀ ਸਮਝਦੇ ਹਨ। ਬਹੁਤ ਪਿਆਰ ਕਰਦੇ ਸਾਰੇ।
ਤੁਸੀਂ ਸਾਨੂੰ ਦੱਸ ਰਹੇ ਸੀ ਹਨਾ ਮੈਂ ਕਿ ਦੁਕਾਨ ਤੇ ਦੱਸਿਆ ਸੀ ਇਹਨਾਂ ਨੂੰ। ਤੁਸੀਂ ਸਾਨੂੰ ਦੱਸਦੇ ਸੀ ਕਿ ਵੀ ਜੇ ਹਨਾ ਜੇ ਉਹਨਾਂ ਨੇ ਮਿਲਣ ਆਉਣਾ ਤਾਂ ਉਹਨੂੰ ਮੇਰੇ ਬਰਾਬਰ ਦਾ ਪਿਆਰ ਦੇਣਾ ਹਨਾ। ਹਾਂ, ਤੇ ਉਹਨਾਂ ਦੇ ਨੇ ਵੀ ਮੈਨੂੰ ਹੁਣ ਬਰਾਬਰ ਦਾ। ਇਹਨਾਂ ਦੇ ਵੀ ਆਉਣ ਪੇਕਿਆਂ ਵੱਲੋਂ ਕੋਈ ਵੀ ਆ ਜੇ, ਇਹਨਾਂ ਤੋਂ ਜ਼ਿਆਦਾ ਮੈਨੂੰ ਉਹਨਾਂ ਦੀ ਫਿਕਰ ਹੁੰਦੀ ਆ ਕਿ ਉਹ ਆਏ ਆ ਤੇ ਮੈਂ ਕੀ ਬਣਾਉਣਾ, ਕੀ ਖਵਾਉਣਾ, ਉਹਨਾਂ ਨੂੰ ਕਿੱਦਾਂ ਉਹਨਾਂ ਨਾਲ ਐਡਜਸਟਮੈਂਟ ਕਰਨੀ ਆ। ਇਹਨਾਂ ਨੂੰ ਨਹੀਂ ਪਤਾ ਹੁੰਦਾ, ਇਹਨਾਂ ਨੇ ਸਿਰਫ ਆਣ ਕੇ ਬਹਿਣਾ ਹੀ ਆ। ਆਪਾਂ ਤੇ ਰਾਤ ਕੱਟਣ ਹੁੰਨੇ। ਮੇਰੀ ਸਿਰਦਰਦੀ ਆ ਸਾਰਿਆਂ ਨੂੰ ਮਤਲਬ ਮੇਰੇ ਪੇਕੇ ਹੁਣ ਤਾਂ ਵੀ, ਇਹਨਾਂ ਦੇ ਆ ਜਾਣ ਤਾਂ ਵੀ, ਜੇ ਸਰਦਾਰ ਜੀ ਦੇ ਕੋਈ ਪਰਿਵਾਰ ਚੋਂ ਆ ਜੇ, ਕੋਈ ਵੀ ਆ ਜੇ, ਸਾਰਿਆਂ ਨੂੰ ਖਿੜੇ ਮੱਥੇ ਹੀ ਮਿਲਣਾ ਹੈ। ਤੇ ਪਿਆਰ ਵੀ ਸਾਰੇ ਬਹੁਤ ਕਰਦੇ ਆ, ਮਾਣ ਦਿੰਦੇ ਆ, ਇੱਜ਼ਤ ਦਿੰਦੇ ਆ। ਇਹ ਹੋਮ ਮਿਨਿਸਟਰ ਆ ਨਾ ਸਾਡਾ ਘਰ ਦਾ, ਸਾਰੇ ਹੋਮ ਮਿਨਿਸਟਰ ਨੇ ਸਾਡੇ। ਅੱਛਾ ਭੈਣੇ, ਜਿਵੇਂ ਤੁਸੀਂ ਦੱਸਦੇ ਹੋ ਕਿ ਸਰਦਾਰ ਸਾਹਿਬ ਤੋਂ ਬਾਅਦ ਤੁਸੀਂ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਤੇ ਇਹਨਾਂ ਨੇ ਘਰ ਦੇ ਕੰਮ ਸੰਭਾਲ ਕੰਮ ਸੰਭਲੇ। ਹਾਂ, ਤੇ ਕਿਵੇਂ ਦਾ ਰਿਸ਼ਤਾ ਰਹਿੰਦਾ ਤੁਹਾਡਾ ਦੋਨਾਂ ਦਾ? ਸਾਨੂੰ ਇਹ ਨਹੀਂ ਲੱਗਿਆ ਹਨਾ ਕਿ ਇਹ ਘਰ ਦੇ ਵਿੱਚ ਦੋ ਔਰਤਾਂ ਰਹਿੰਦੀਆਂ ਨੇ, ਦੋ ਘਰ ਵਾਲੀਆਂ ਰਹਿੰਦੀਆਂ। ਸਾਨੂੰ ਇਹ ਲੱਗਿਆ ਕਿ ਦੋ ਸਕੀਆਂ ਭੈਣਾਂ ਹੀ ਰਹਿੰਦੀਆਂ ਨੇ। ਤੁਹਾਡਾ ਪਿਆਰ ਦੋਨਾਂ ਸਕੀਆਂ ਭੈਣਾਂ ਤੋਂ ਜ਼ਿਆਦਾ ਹੈ? ਬਹੁਤ। ਇਸ ਤਰ੍ਹਾਂ ਨਾ ਮਤਲਬ ਜਿੱਦਾਂ ਕੁਦਰਤ ਵੱਲੋਂ ਨਾ ਮਤਲਬ ਹੁਣ ਸਾਨੂੰ ਰਹਿਣਾ ਔਖਾ ਇੱਕ ਦੂਜੇ ਤੋਂ ਬਿਨਾ। ਜੇ ਪਹਿਲੀ ਗੱਲ ਤੇ ਕਿਤੇ ਜਾਂਦੇ ਹੀ ਨਹੀਂ ਆ, ਕਦੇ ਨਹੀਂ ਕਿਤੇ ਗਏ। ਵਿੱਚ ਕਿਤੇ ਬੱਚੇ ਜਿੱਦ ਕਰਨ ਤੇ ਕਿਤੇ ਰਾਤ ਰਹਿ ਰਿਹਾ ਨਾ ਤੇ ਮੈਂ ਫੋਨ ਹੀ ਕਰੀ ਜਾਣੇ, ਮੈਂ ਪਰੇਸ਼ਾਨ ਹੋਈ ਜਾਣਾ, ਮੈਨੂੰ ਰੋਣੀ ਆਈ ਜਾਣਾ, ਘਰ ਆ ਜਾਓ। ਦਰਵਾਜ਼ਾ ਨਹੀਂ ਖੋਲਣਾ, ਆਣ ਕੇ ਜੇਠ ਮੇਰੇ ਨਾਲ ਉਧਰ ਬੈਠੇ ਰਹਿਣਗੇ ਵੀ ਆ ਤੇ ਦਰਵਾਜ਼ਾ ਖੋਲ, ਆਣ ਕੇ ਆਈ ਨਹੀਂ ਆ ਨਾ ਦਰਵਾਜ਼ਾ ਨਹੀਂ ਵੜਦੇ, ਘਰ ਨਹੀਂ ਵੜਨਾ। ਜੇ ਸਪੋਜ਼ ਕਰੋ ਮੈਂ ਦੁਕਾਨ ਤੋਂ ਆ ਗਈ ਕਿਤੇ ਗਏ ਆ ਤੇ ਇਹਨਾਂ ਵੀ ਆਉਣਾ ਵਾ, ਮੈਂ ਨਾ ਦਰਵਾਜ਼ਾ ਘਰ ਦਾ ਤੁਸੀਂ ਖੋਲੋਗੇ, ਮੈਂ ਇਕੱਲੀ ਘਰ ਵੜ ਨਹੀਂ ਸਕਦੀ। ਮਤਲਬ ਮੈਨੂੰ ਬੱਚੇ ਦਿਸਣੇ ਚਾਹੀਦੇ, ਮੈਨੂੰ ਇਹ ਦਿਸਣੇ ਚਾਹੀਦੇ ਆ, ਮੈਂ ਘਰ ਨਹੀਂ ਵੜ ਸਕਦੀ। ਮਤਲਬ ਇੱਕ ਫੈਮਿਲੀ ਮਤਲਬ ਅਟੈਚਮੈਂਟ ਪਤਾ ਨਹੀਂ ਵਾਹਿਗੁਰੂ ਨੇ ਕਿੱਦਾਂ ਦੀ ਬਣਾ ਦਿੱਤੀ। ਕਰਦਾ ਪਰਮੇਸ਼ਰ ਹੀ ਹੈ। ਸਹੀ ਗੱਲ ਹੈ। ਜਿੰਨਾ ਚਿਰ ਵਾਹਿਗੁਰੂ ਨਿਗਾਹ ਸਵੱਲੀ ਹੈ ਨਾ, ਫਿਰ ਤੁਹਾਡਾ ਇਤਫਾਕ ਵੀ ਹੋ ਜਾਣਾ ਵਾ। ਜਦੋਂ ਸਾਡੀ ਬਦਕਿਸਮਤੀ, ਫਿਰ ਘਰ 'ਚ ਲੜਾਈਆਂ ਵੀ ਪੈ ਜਾਂਦੀਆਂ। ਤੇ ਕੰਮ ਮਤਲਬ ਉਹਨਾਂ ਦਾ ਬਿਜ਼ਨਸ ਬੜਾ ਤਗੜਾ ਸੀ, ਉਹਨੂੰ ਅਸੀਂ ਬੜਾ ਔਖਾ ਹੈਂਡਲ ਕੀਤਾ। ਮੇਰੇ ਜੇਠ ਸਾਹਿਬ ਨੇ ਇੱਕ, ਉਹਨਾਂ ਦਾ ਨਾਂ ਹਰਬਖਸ਼ ਸਿੰਘ ਆ, ਉਹਨਾਂ ਦਾ ਸ਼ਟਰਿੰਗ ਦਾ ਕੰਮ ਆ। ਉਹਨਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਰੋਲ ਹੈ ਵੱਡਾ। ਉਹਨਾਂ ਨੇ ਇੰਨਾ ਹੀ ਕਿ ਜ਼ਿਆਦਾ ਸਪੋਰਟ ਸਾਡੀ ਕੀਤੀ। ਬੱਚੇ ਉਹਨਾਂ ਨੂੰ ਪਾਪਾ ਕਹਿੰਦੇ ਨੇ ਤੇ ਉਹਨਾਂ ਦੇ ਮਿਸਿਜ ਨੂੰ ਮੰਮਾ, ਉਹ ਮੰਮਾ ਨੇ ਤੇ ਮੈਨੂੰ ਛੋਟੇ ਮੰਮਾ, ਇਹਨਾਂ ਨੂੰ ਬੱਲੀ ਮੰਮਾ। ਬੱਚਿਆਂ ਨੇ ਨਾਂ ਰੱਖੇ ਉਹਨੂੰ ਗੁਰਿੰਦਰ ਮੰਮਾ। ਅੱਛਾ। ਤੇ ਦੋ ਤਾਈਆਂ, ਉਹਨਾਂ ਨੂੰ ਤਾਈ ਜੀ, ਤਾਈ ਜੀ, ਉਹਨਾਂ ਨੂੰ ਤਾਈ ਜੀ ਕਹਿਣਾ। ਉਹ ਭਾਜੀ ਮਤਲਬ ਹਰ ਦੁੱਖ ਤੇ ਸੁੱਖ ਤੇ ਖੜੇ ਆ। ਜੇ ਗੱਡੀ ਦੇ ਪੰਗੇ, ਇੰਸ਼ੋਰੈਂਸ, ਕਦੀ ਠਾਣੇ ਕਦੀ ਟਫਾਣੇ, ਫਿਰ ਉਹਨਾਂ ਦਾ ਕੇਸ ਲੱਗਾ ਸੀਗਾ ਰੋਡ ਐਕਸੀਡੈਂਟ ਕਲੇਮ, ਜੋ ਕੁਝ ਵੀ, ਉਹ ਹਮੇਸ਼ਾ ਸਾਡੇ ਨਾਲ ਖੜੇ ਆ। ਹਰ ਥਾਂ ਤੇ ਮੈਨੂੰ ਲੈ ਕੇ ਜਾਣਾ, ਹਰ ਥਾਂ ਉਹਨਾਂ ਨਾਲ ਅਸੀਂ ਜਾਂਦੇ ਆ। ਮਤਲਬ ਉਹ ਪਹਿਲਾਂ ਵੀ ਉਹਨਾਂ ਨਾਲ ਇੰਨਾ ਕੁ ਜ਼ਿਆਦਾ ਸੀ, ਇਹਨਾਂ ਦੋਵਾਂ ਭਰਾਵਾਂ ਦਾ ਆਪਸ ਵਿੱਚ, ਉਹ ਇੰਨੇ ਕੁ ਇਕੱਲੇ ਪੈ ਗਏ ਇਹਨਾਂ ਤੋਂ ਬਿਨਾ। ਅੱਜ ਉਹ ਵਿੱਚ ਸ਼ਾਮਲ ਨਹੀਂ ਹੋ ਪਾਏ ਬਿਜੀ ਕਰਕੇ। ਨਹੀਂ ਤੇ ਉਹਨਾਂ ਨੂੰ ਮੈਂ, ਉਹ ਇੱਕ ਨਾ ਮਤਲਬ ਏਦਾਂ ਗੱਲ ਨਹੀਂ ਕਰ ਸਕਦੇ, ਕਹਿੰਦੇ ਮੈਂ ਨਹੀਂ ਸਾਹਮਣੇ ਆ ਸਕਦਾ ਤੇ ਤੁਸੀਂ ਆਪੇ ਹੀ ਗੱਲ ਕਰ ਲਓ। ਪਰ ਮੈਂ ਉਹਨਾਂ ਦਾ ਜ਼ਿਕਰ ਕਰਨਾ ਤਾਂ ਮੁਨਾਸਬ ਸਮਝਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ। ਬੱਚੇ ਅੱਜ ਵੀ ਕੋਈ ਇਹਨਾਂ ਦੇ ਬਰਥਡੇ ਹੁੰਦੇ ਆ, ਜਿਹੜਾ ਕਹਿੰਦਾ ਮੈਂ ਜਲੰਧਰ ਜਾ ਕੇ ਸੈਲੀਬ੍ਰੇਟ ਕਰਨਾ, ਜਲੰਧਰ ਲੈ ਜਾਂਦੇ ਆ, ਅੰਮ੍ਰਿਤਸਰ ਲੈ ਜਾਂਦੇ ਆ। ਉਹਨਾਂ ਦੀ ਮੰਮਾ ਨੇ ਵੀ ਇਹਨਾਂ ਨੂੰ ਬਹੁਤ ਪਿਆਰ ਕੀਤਾ। ਜਿਹੜੀ ਚੀਜ਼ ਮੰਗੀ ਉਹਨਾਂ ਨੇ ਦਿੱਤੀ। ਉਹਨਾਂ ਦੇ ਸਾਥ ਨਾਲ, ਉਹਨਾਂ ਦੇ ਸਹਿਯੋਗ ਨਾਲ ਸਰਦਾਰ ਜੀ ਦੇ ਬਿਜ਼ਨਸ ਨੂੰ ਬਹਿ ਕੇ ਵੇਖਿਆ ਇਹਨਾਂ ਦੋਨਾਂ ਜਣਿਆਂ ਨੇ। ਸਰਦਾਰ ਜੀ ਇਦਾਂ ਹੋ ਗਏ ਨਾ ਡੈਥ ਤੋਂ ਬਾਅਦ, ਸਮਝ ਨਹੀਂ ਸੀ ਆਉਂਦੀ ਕਿ ਉਹਨਾਂ ਦਾ 1 ਕਰੋੜ ਰੁਪਏ ਦਾ ਸਰਕਲ ਸੀ ਤੇ ਇਹ ਕੀ ਆ, ਕਿੱਦਾਂ, ਕਿੱਥੋਂ ਲਏ ਆ, ਕਿੱਥੇ ਦਿੱਤੇ ਆ, ਕੀ ਆ, ਕੁਛ ਨਹੀਂ ਸੀ ਪਤਾ। ਮੈਨੂੰ ਤੇ ਬਿਲਕੁਲ ਹੀ ਨਹੀਂ ਸੀ ਪਤਾ। ਵੀ ਬਸ ਇੰਨਾ ਪਤਾ ਹੁੰਦਾ ਸੀ ਕਿ ਪੈਸੇ ਲੈਣੇ ਆ, ਖਰਚਣੇ ਆ ਤੇ ਬਸ, ਹੋਰ ਕੁਛ ਨਹੀਂ। ਤੇ ਉਹ ਇਹਨਾਂ ਤੋਂ ਬਾਅਦ ਫਿਰ ਮੈਨੂੰ ਇਹਨਾਂ ਨੇ ਮਤਲਬ ਬਿਠਾਇਆ ਤੇ ਦੱਸਿਆ ਕਿ ਉਹ ਇਦਾਂ ਕਰਕੇ ਹਰ ਬੰਦੇ ਦੇ ਉਹਨੇ ਰਬੜਾਂ ਪਾ ਕੇ ਪੈਸੇ ਰੱਖੇ ਹੁੰਦੇ ਆ, ਉਹਨੇ ਰਿਟਰਨ ਕੀਤਾ ਹੁੰਦਾ ਵਾ। ਕਾਪੀਆਂ ਲੱਭ ਬਲਜੀਤ ਸਾਰੀਆਂ, ਉਹਨਾਂ ਦੀ ਅਲਮਾਰੀ ਖੋਲੀ, ਕਾਪੀਆਂ ਲੱਭੀਆਂ। ਮੈਨੂੰ ਉਹਨੇ ਸਾਰਾ ਸਮਝਾਇਆ, ਭਾਜੀ ਨੇ ਸਾਰਾ ਸਮਝ ਕੇ ਵਿਚਾਰ ਕੇ। ਉਸ ਤੋਂ ਬਾਅਦ ਮੈਂ ਹਰ ਬੰਦੇ ਦਾ ਮਤਲਬ ਕਿ ਕੋਈ 6-6 7-7 ਸਾਲ ਦਾ ਪੁਰਾਣਾ ਰਿਕਾਰਡ ਵੀ ਸਾਰਾ ਮੈਂ ਕੱਢ ਕੇ ਬਾਇਓਡਾਟਾ ਬਣਾ ਕੇ ਇੱਕ ਬੰਦੇ ਦਾ ਹਿਸਾਬ ਬਣਾ ਕੇ ਮੈਂ ਰੱਖਿਆ। ਪਰ ਉਹਨਾਂ ਦੀ ਸਪੋਰਟ ਦੇ ਨਾਲ, ਕਿਉਂਕਿ ਮੈਨੂੰ ਕੁਛ ਨਹੀਂ ਸੀ ਪਤਾ ਪਹਿਲਾਂ, ਤੇ ਬਿਲਕੁਲ ਨਹੀਂ ਸੀ ਪਤਾ। ਚਲੋ ਮੈਂ ਪੜ੍ਹੀ ਆ, ਪਰ ਇਹ ਹੈ ਕਿ ਮੈਨੂੰ ਇਹ ਨਹੀਂ ਸੀਗਾ ਪਤਾ ਵੀ ਉਹ ਕਿੱਦਾਂ ਚੱਲ ਰਹੇ ਆ। ਉਹ ਪੜ੍ਹੇ ਲਿਖੇ ਸੀਗੇ, ਸੂਝਵਾਨ ਬਹੁਤ ਸੀਗੇ। ਉਹਨਾਂ ਨੇ ਇੰਨੇ ਕੁ ਵਧੀਆ ਤਰੀਕਿਆਂ ਦੇ ਨਾਲ ਡਿਟੇਲ 'ਚ ਸਾਰਾ ਕੁਝ ਲਿਖਿਆ ਹੋਇਆ ਸੀ। ਅੱਜ ਵੀ ਇੱਕ ਕਾਪੀ ਉਹਨਾਂ ਦੀ ਮੈਂ ਸਾਂਭ ਕੇ ਰੱਖੀ ਆ। ਇੱਕ ਗੱਲ, ਇੱਕ ਰਿਸ਼ਤਾ ਸਾਂਭ ਕੇ ਰੱਖਿਆ ਉਹਨਾਂ ਨੇ ਕਾਪੀਆਂ ਤੇ। ਜੋ ਉਹਨਾਂ ਦੇ ਦਿਲ ਦਾ ਕਿਸੇ ਵੇਲੇ ਦੁੱਖ ਹੁੰਦਾ ਸੀ ਨਾ, ਉਹ ਇਦਾਂ ਦੇ ਇਨਸਾਨ ਸੀ, ਕਿਸੇ ਨਾਲ ਸ਼ੇਅਰ ਨਹੀਂ ਸੀ ਕਰਦੇ, ਉਹਨਾਂ ਨੇ ਕਾਪੀ ਤੇ ਲਿਖ ਦੇਣਾ। ਉਹ ਚੀਜ਼ਾਂ ਲਿਖੀਆਂ ਅੱਜ ਵੀ ਪੜ੍ਹਦੀ ਆ
ਤੇ ਮਤਲਬ ਕਿ ਉਹ ਇੰਨੇ ਕੁ ਸੁਲਝੇ ਹੋਏ ਇਨਸਾਨ ਸੀਗਾ, ਉਹਨਾਂ ਤੋਂ ਅਸੀਂ ਬੜਾ ਕੁਝ ਸਿੱਖਿਆ, ਬਹੁਤ ਕੁਝ ਸਿੱਖਿਆ ਉਹਨਾਂ ਅੱਛਾ ਭੈਣੇ, ਇੱਕ ਹੋਰ ਗੱਲ ਦੱਸਿਓ ਕਿ ਤੁਹਾਡਾ ਵੀ ਬਹੁਤ ਵੱਡਾ ਹੌਸਲਾ ਭੈਣੇ, ਤੁਹਾਡਾ ਵੀ ਬਹੁਤ ਵੱਡਾ ਜਿਗਰਾ, ਚਲੋ ਇਹਨਾਂ ਦਾ ਤਾਂ ਹੈਗਾ ਹੀ, ਇਹਨਾਂ ਦੀ ਤਾਂ ਬਹੁਤ ਵੱਡੀ ਕੁਰਬਾਨੀ ਹੈ ਇਹ ਪਰਿਵਾਰ ਨੂੰ, ਹਨਾ। ਹਾਂਜੀ ਹਾਂਜੀ। ਤਾਂ ਤੁਹਾਡਾ ਵੀ ਬਹੁਤ ਵੱਡਾ ਜਿਗਰਾ ਰਹਿੰਦਾ, ਕਿਉਂਕਿ ਗੱਲ ਇਹ ਹੁੰਦੀ ਆ ਕਿ ਚਲੋ ਇਹ ਦੂਸਰੀ ਪਤਨੀ ਨੇ ਉਹਨਾਂ ਦੇ, ਹਨਾ, ਵਿਤਕਰੇ ਹੋਣੇ ਸ਼ੁਰੂ ਹੁੰਦੇ ਆ, ਪਰ ਤੁਸੀਂ ਆਪਣੇ ਬੱਚੇ ਇਹਨਾਂ ਦੀ ਝੋਲੀ ਚ ਪਾਤੇ ਕਿ ਇਹ ਤੁਹਾਡੀ ਨੇ, ਹਨਾ, ਮੇਰੇ ਨਹੀਂ ਹੈਗੇ। ਜਿਵੇਂ ਇਹ ਇਹਨਾਂ ਨੂੰ ਮਾਂ ਦਾ ਪਿਆਰ, ਇਹ ਇਹਨਾਂ ਨੂੰ ਮਾਵਾਂ ਦਾ ਪਿਆਰ ਦਿੰਦੇ ਆ, ਇਹ ਬੱਚੇ ਇਹਨਾਂ ਨੂੰ ਮਾਂ ਦਾ ਪਿਆਰ ਦਿੰਦੇ, ਮੇਰੇ ਖਿਆਲ ਨਾਲ ਤੁਹਾਡਾ ਘੱਟ ਕਰਦੇ ਹੋਣਗੇ, ਇਹਨਾਂ ਜ਼ਿਆਦਾ ਕਰਦੇ ਬਹੁਤ ਪਿਆਰ ਕਰਦੇ, ਇਹਨਾਂ ਨੂੰ ਵੀ ਬਹੁਤ ਕਰਦੇ ਆ। ਦੁਨਿਆਵੀ ਗੱਲਾਂ ਜਿਹੜੀਆਂ ਮਤਲਬ ਵਿਖਾਵੇ ਵਾਲੀਆਂ ਗੱਲਾਂ, ਉਹਨਾਂ ਚੀਜ਼ਾਂ 'ਚ ਮੈਂ ਬਹੁਤਾ ਟਰਸਟ ਨਹੀਂ ਕਰਦੀ। ਜੋ ਮੇਰੇ ਮਨ ਨੂੰ ਠੀਕ ਲੱਗਦਾ, ਲੋਕ ਕਹਿੰਦੇ ਕਿ ਝੋਲੀ 'ਚ ਪਾ ਦਿਓ, ਇਹ ਕਰ ਦਿਓ, ਮੈਂ ਕਿਹਾ ਵੀ ਝੋਲੀ 'ਚ ਤੇ ਮੈਂ ਤਾਂ ਪਾਉਂਗੀ ਕਿ ਜੇ ਮੈਂ ਇਹਨਾਂ ਤੋਂ ਵੱਖ ਰਹੂੰਗੀ ਜਾਂ ਇਹਨਾਂ ਦੇ ਕਿਤੇ ਕੋਈ ਵਿਤਕਰਾ ਕਰੂੰਗੀ, ਤੇ ਮੈਂ ਇਹਨਾਂ ਦੇ ਕੋਲ ਹੀ ਆ, ਇਹਨਾਂ ਕੋਲ ਹੀ ਰਹਿਣਾ ਇਹਨਾਂ ਨੇ ਸਦਾ ਹੀ, ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ। ਕਈ ਲੋਕ ਮੈਨੂੰ ਕਹਿੰਦੇ ਸੀਗੇ ਕਿ ਝੋਲੀ ਵਿੱਚ ਪਾ ਦਿਓ, ਇਦਾਂ ਕਰ ਦਿਓ, ਉਦਾਂ ਕਰ ਦਿਓ। ਇੱਕ ਮੇਰੇ ਮਨ ਦੇ ਵਿੱਚ ਇਹ ਸੀਗੇ ਕਿ ਜੇ ਮੈਂ ਵਿਤਕਰਾ ਕਰੂੰਗੀ ਤੇ ਇਹ ਚੀਜ਼ਾਂ ਦੀ ਨੌਬਤ ਆਏਗੀ ਨਾ ਕਿ ਇਹ ਮੇਰਾ ਵਾ ਤੇ ਤੇਰਾ ਵਾ। ਅੱਜ ਤੱਕ ਮੈਂ ਇਹ ਚੀਜ਼ ਕਦੀ ਨਹੀਂ ਸੋਚੀ ਕਿ ਮੇਰੀ ਆ ਜਾਂ ਤੇਰੀ ਆ। ਮੈਂ ਨਹੀਂ, ਬੱਚਿਆਂ ਨੂੰ ਵੀ ਕਦੀ ਮਤਲਬ ਫੀਲ ਨਹੀਂ ਹੋਣ ਦਿੱਤਾ। ਕਦੀ ਜੇ ਕਿਸੇ ਵੇਲੇ ਕੋਈ ਬੱਚੇ ਦੀ ਕੋਈ ਗੱਲ ਵੀ ਹੋਏ, ਮੈਂ ਕਹਿੰਦੀ ਆਪਣੀ ਮੰਮਾ ਨੂੰ ਪੁੱਛ ਲਓ, ਹਾਂ ਮੰਮਾ ਨੂੰ ਪੁੱਛ ਲਓ, ਜੇ ਮੰਮਾ ਕਹਿਣਗੇ ਫੇਰ ਹੀ ਆਪਾਂ ਕਰ ਸਕਦੇ, ਇਦਾਂ ਨਹੀਂ ਤੇ ਨਹੀਂ। ਤੇ ਬੱਚੇ ਵੀ ਚਲੋ ਇਸ ਚੀਜ਼ ਨੂੰ ਸਮਝਦੇ ਆ, ਪੂਰਾ ਸਾਥ ਦਿੰਦੇ ਆ, ਬੱਚੇ ਸਮਝਦਾਰ ਆ, ਪੂਰੇ ਸਮਝਦੇ। ਪਰ ਉਹ ਲੋਕ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਦੋ ਮਾਵਾਂ ਦਾ ਪਿਆਰ ਮਿਲਦਾ, ਹਨਾ। ਲੋਕ ਤਰਸਦੇ ਇੱਕ ਮਾਂ ਦੇ ਪਿਆਰ ਨੂੰ ਵੀ, ਪਰ ਤੁਹਾਨੂੰ ਦੋ ਮਾਵਾਂ ਦਾ ਪਿਆਰ ਮਿਲਦਾ। ਹਾਂਜੀ, ਮੈਨੂੰ ਬਹੁਤ ਵਧੀਆ ਲੱਗਦਾ, ਦੋਵੇਂ ਬਹੁਤ ਪਿਆਰ ਕਰਦੇ ਹਨ। ਅੱਛਾ, ਦੋਵਾਂ ਨੇ ਬਹੁਤ ਪਿਆਰ ਕਰਦੇ ਆ। ਅੱਛਾ, ਖੁਸ਼ਕਿਸਮਤ ਮੰਨਦੇ ਹੋ ਕਦੇ ਆਪਣੇ? ਹਾਂਜੀ, ਬਹੁਤ ਖੁਸ਼ਕਿਸਮਤ ਮੰਨਦੇ ਆ। ਅੱਛਾ ਹਾਂਜੀ। ਅੱਛਾ ਭੈਣੇ, ਤੇ ਉਹ ਛੋਟਾ, ਇਹ ਜ਼ਿਆਦਾ ਤੁਹਾਡੇ ਨਾਲ ਰਹਿੰਦਾ ਜਾਂ ਇਹ ਤੁਹਾਡੇ ਨਾਲ ਜ਼ਿਆਦਾ ਰਹਿੰਦਾ? ਦੋਨੇ ਰਹਿੰਦੇ ਆ, ਕੋਈ ਫਰਕ ਹੀ ਨਹੀਂ ਇਦਾਂ ਦਾ। ਅੱਛਾ, ਹਾਂ। ਤੇ ਇੱਕ ਗੱਲ ਮੈਨੂੰ ਬੜੀ ਖਾਸ ਲੱਗੀ, ਹਨਾ, ਕਿ ਜਦੋਂ ਆਪਣੀ ਫੋਨ ਤੇ ਵੀ ਗੱਲ ਹੁੰਦੀ ਰਹੀ, ਤੁਸੀਂ ਕਹਿੰਦੇ ਰਹੇ ਕਿ ਮੇਰਾ ਵੱਡੇ ਬੇਟੇ ਨੇ ਵੱਡਾ ਬੇਟਾ ਮੇਰੀ ਇਹ ਕਲਾਸ ਚ ਪੜ੍ਹਦਾ, ਛੋਟਾ ਬੇਟਾ ਮੇਰਾ ਇਹ ਕਲਾਸ ਚ ਪੜ੍ਹਦਾ, ਪਰ ਉਹ ਕੋਈ ਸੁਣਨ ਵਾਲਾ ਬੰਦਾ ਇਹ ਨਹੀਂ ਫੀਲ ਕਰ ਸਕਦਾ, ਹਨਾ, ਕਿ ਤੁਹਾਡੇ ਬੱਚੇ ਨਹੀਂ ਹੈਗੇ। ਨਹੀਂ, ਕਿ ਕੋਈ ਸਾਨੂੰ ਵੀ ਇਹ ਗੱਲ ਦਾ ਨਹੀਂ ਪਤਾ ਲੱਗਿਆ ਪਹਿਲਾਂ, ਹਨਾ। ਜੇ ਕੋਈ ਆਮ ਬੰਦਾ, ਇਹ ਹੋਇਆ ਕਦੇ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ? ਬਹੁਤ ਲੋਕਾਂ ਨੂੰ ਨਹੀਂ ਪਤਾ ਲੱਗਦਾ, ਜਿਹੜੇ ਸਾਨੂੰ ਨਹੀਂ ਜਾਣਦੇ। ਜਿੱਦਾਂ ਕਈ ਵਾਰੀ ਦੁਕਾਨ ਤੇ ਬੱਚੇ ਸਕੂਲੋਂ ਆਉਂਦੇ ਆ, ਇਹ ਪੱਕੇ ਆਉਂਦੇ ਆ, ਇਹਨਾਂ ਨੇ ਬੈਗ ਰੱਖਣੇ ਆ, ਮੇਰੇ ਨਾਲ ਮਤਲਬ ਮੈਨੂੰ ਮਿਲਣਾ ਵਾ, ਪਿਆਰ ਕਰਨਾ ਵਾ, ਉੱਥੋਂ ਫਿਰ ਚੰਦਾ ਲੈਣਾ ਵਾ ਮੇਰੇ ਕੋ ਡੇਲੀ ਖਰਚਣ ਲਈ। ਉਹ ਆਉਂਦਿਆਂ ਘਰ ਤੱਕ ਆਉਂਦਿਆਂ ਉਹ ਪੈਸੇ ਖਰਚ ਲੈਣੇ ਆ, ਤੇ ਫਿਰ ਦੂਜੀ ਮੰਮੀ ਵੀ ਠੱਗਣੀ ਹੈ, ਮਤਲਬ ਰੋਜ਼ ਪੈਸੇ ਦੋਨਾਂ ਮੰਮੀਆਂ ਕੋਲ ਲੈ ਕੇ ਖਾਣੇ ਆ। ਉਹ ਪੱਕੇ ਸਕੂਲੋਂ ਉੱਥੇ ਹੀ ਜਾਣਾ ਵਾ। ਤੇ ਉਹ ਜਦੋਂ ਕਰਨਗੇ ਨਾ ਬੱਚੇ, ਤੇ ਉਹ ਕਹਿਣਗੇ ਭੈਣ ਜੀ ਬੱਚੇ ਤੁਹਾਡੇ ਮਤਲਬ ਸਵਾਲ ਕਰਨਗੇ ਕਿਹੜੀ ਕਲਾਸ 'ਚ ਪੜ੍ਹਦੇ ਆ ਤੁਹਾਡੇ ਬੱਚੇ, ਤੁਹਾਨੂੰ ਬਹੁਤ ਪਿਆਰ ਕਰਦੇ ਆ, ਜਾਂ ਬੱਚੇ ਤੁਹਾਡੇ ਲੇਟ ਹੋਏ ਆ, ਮਤਲਬ ਮੇਰੀ ਏਜ ਦੇਖ ਕੇ ਆਈਡੀਆ ਲਾ ਹੀ ਲੈਂਦੇ ਅਗਲੇ, ਬੱਚੇ ਭੈਣ ਜੀ ਲੇਟ ਹੋਏ ਸੀ, ਇਹ ਬੱਚੇ ਸੋਹਣੇ ਬੜੇ ਆ, ਇਹਨਾਂ ਦੇ ਫਾਦਰ ਸਾਹਿਬ ਬੜੇ ਸੋਹਣੇ ਆ। ਮੈਂ ਕਿਹਾ ਹਾਂ ਇਹਨਾਂ ਦੇ ਫਾਦਰ ਸਾਹਿਬ, ਤੇ ਮੈਂ ਕਿਹਾ ਉਦਾਂ ਮੇਰੇ ਵਰਗੇ ਹੀ ਨੇ, ਰੰਗ ਤੇ ਉਹਨਾਂ ਦਾ ਵੀ ਇਦਾਂ ਦਾ ਹੀ ਸੀਗਾ, ਪਰ ਮੇਰੇ ਬੱਚੇ ਸੋਹਣੇ ਆ। ਮੈਂ ਇਦਾਂ ਨਹੀਂ ਕਦੀ ਵੀ ਕਿਹਾ ਜਿਹੜੇ ਲੋਕ ਨਹੀਂ ਮੇਰੇ ਜਾਣਦੇ, ਕਿਉਂਕਿ ਸਵਾਲ ਵੀ ਉਹੀ ਲੋਕ ਕਰਦੇ ਜਿਹੜੇ ਤੁਹਾਨੂੰ ਜਾਣਦੇ ਨਹੀਂ ਆ, ਕਿ ਉਹਨਾਂ ਦੇ ਮੰਮਾ ਸਮਾਰਟ ਨੇ। ਮਤਲਬ ਇਹ ਉਹ ਲੋਕ ਤੇ ਕਰਦੇ ਹੀ ਨਹੀਂ ਜਿਨ੍ਹਾਂ ਨੂੰ ਪਤਾ ਉਹਨਾਂ ਦੇ ਦੂਸਰੇ ਮੰਮਾ ਵੀ ਹੈਗੇ ਆ। ਤੇ ਜਿਹੜੇ ਅਜਨਬੀ ਲੋਕ ਮੈਨੂੰ ਸਵਾਲ ਕਰਦੇ, ਮੈਂ ਉਹਨਾਂ ਨੂੰ ਇਹੀ ਕਹਿੰਦੀ ਆ ਕਿ ਹਾਂ ਇਹ ਮੈਂ ਉਹਨਾਂ ਦੇ, ਮੈਂ ਤਾਂ ਇਦਾਂ ਦੀ ਆ ਵੀ ਇਹਨਾਂ ਨੂੰ ਨਜ਼ਰ ਨਾ ਲੱਗੇ। ਮੈਂ ਜਦੋਂ ਮੈਂ ਨਾਲ ਹੁੰਨੀ ਆ ਵੀ ਮੇਰੇ ਬੱਚਿਆਂ ਨੂੰ ਨਜ਼ਰ ਨਹੀਂ ਲੱਗ ਸਕਦੀ। ਮੈਂ ਸਕੂਨ ਮਿਲਦਾ ਫਿਰ ਬੜਾ ਸਕੂਨ, ਮਤਲਬ ਇਹਨਾਂ ਬੱਚਿਆਂ ਦੇ ਨਾਲ ਨਾ, ਇਹ ਕਈ ਵਾਰੀ ਹੁਣ ਵੱਡੇ ਦੀ ਸਟੱਡੀ ਜ਼ਿਆਦੀ ਹੈ ਤੇ ਇਹ ਸੌ ਜਾਂਦਾ, ਤੇ ਮੈਂ ਭਾਵੇਂ 5 ਮਿੰਟ ਇਹਦੇ ਨਾਲ ਪਵਾਂ ਨਾ, ਮੈਨੂੰ ਹੁੰਦਾ ਵਾ ਇਹਨੂੰ 10 ਮਿੰਟ ਪਿਆਰ ਕਰਕੇ ਤੇ ਸੌਣਾ। ਸੀ ਇਹਨੇ ਸਾਡੇ ਸੈਂਟਰ 'ਚ ਸੌਣਾ, ਨਿੱਕੂ ਨੇ, ਜਦੋਂ ਅਸੀਂ ਏਸੀ ਵਾਲੇ ਰੂਮ 'ਚ ਸੌਣਾ ਵਾ, ਤੇ ਗਰਮੀਆਂ 'ਚ ਤੇ ਚਲੋ ਆਪਣੇ ਕਮਰਿਆਂ ਸਾਰੇ ਚੱਲ ਜਾਂਦੇ ਆ, ਅਸੀਂ ਦੋਵੇਂ ਭੈਣਾਂ ਦੇ ਵਿੱਚ ਇਹ ਸਾਡੇ ਵਿਚਕਾਰ ਹੁੰਦਾ। ਇੱਕ ਲੱਖ ਇਹਨੇ ਇੱਧਰ ਰੱਖ ਲੈਣੀ, ਇਹ ਜ਼ਿਆਦਾ, ਇਹਨੂੰ ਜ਼ਿਆਦਾ ਪਿਆਰ ਮਿਲਦਾ। ਇਹ ਪਿਆਰ ਖੁਦ ਵੀ ਬਹੁਤ ਲੈਂਦਾ, ਉਹ ਹੁਣ ਵੱਡਾ ਹੋ ਗਿਆ ਨਾ, ਨਹੀਂ ਉਹ ਥੋੜਾ ਪਿਆਰ ਉਹ ਵੀ ਬਹੁਤ ਲੈਂਦਾ, ਪਰ ਉਹ ਥੋੜਾ ਵੱਡਾ ਹੋ ਗਿਆ, ਹੁਣ ਆਪਣੇ ਆਪ ਨੂੰ ਜਵਾਨ ਸਮਝਦਾ ਕਿ ਮੈਂ ਮੰਮੀਆਂ ਨਾਲ ਸੌਣਾ ਹੀ ਨਹੀਂ ਆ। ਸਟੱਡੀ ਵੀ ਉਹਦੀ ਜ਼ਿਆਦੀ ਹੈ ਤੇ ਜਵਾਨ ਸਮਝਦਾ ਆਪਣੇ ਆਪ ਨੂੰ। ਤਾਂ ਮੈਂ ਕਹਿੰਦੀ ਆ ਵੀ ਨਹੀਂ ਤੂੰ ਨਿੱਕਾ ਜਿਹਾ ਹੀ ਹੈ, ਵੀ ਮੈਂ ਤਾਂ ਤੁਹਾਡੇ ਵਿਆਹ ਵੀ ਹੋ ਗਏ ਤੇ ਤੁਹਾਨੂੰ ਤਾਂ ਵੀ ਮੇਰੇ ਨਾਲ ਸੌਣਾ ਪੈਣਾ, ਭਾਵੇਂ 10 ਮਿੰਟ ਹੀ ਸੌਵੋ। ਕੀ ਬਾਤ ਹੈ ਭੈਣੇ, ਹਾਂ। ਤੁਹਾਡਾ ਪਰਿਵਾਰ ਮਿਸਾਲ ਆ ਭੈਣੇ, ਇਹੋ ਜਿਹੀ ਕਹਾਣੀ ਅੱਜ ਤੱਕ ਨਾ ਅਸੀਂ ਕਦੇ ਸੁਣੀ ਆ ਤੇ ਨਾ ਕਦੇ ਦੇਖੀ ਆ। ਤੁਹਾਡੇ ਪਰਿਵਾਰ ਦੀ ਅੱਜ ਕਹਾਣੀ ਜਿਹੜੇ ਲੋਕ ਸੁਣਨਗੇ ਉਹ ਵੀ ਹੈਰਾਨ ਹੋਣਗੇ, ਤੇ ਉਹ ਲੋਕ ਵੀ ਤੁਹਾਡੇ ਪਰਿਵਾਰ ਦੀ ਹੌਸਲਾ ਅਫਜ਼ਾਈ ਕਰਨਗੇ। ਸਭ ਤੋਂ ਵੱਡਾ ਸਿਹਰਾ ਜਿਹੜਾ ਇਹ ਅੱਜ ਹਰਿਆ ਭਰਿਆ ਪਰਿਵਾਰ ਹੈ, ਉਹ ਤੁਹਾਡੇ ਸਿਰ ਜਾਂਦਾ ਹੈ ਨਾ, ਤੇ ਸਾਰਿਆਂ ਦੇ ਸਿਰ ਹੀ ਰਲ ਮਿਲ ਕੇ, ਮਤਲਬ ਤੇ ਉਸ ਤੋਂ ਬਾਅਦ ਭੈਣੇ ਤੁਸੀਂ ਕਦੇ ਇਹ ਭੈਣ ਹੋਰਾਂ ਨਾਲ ਵਿਤਕਰਾ ਨਹੀਂ ਕਰਿਆ, ਕਦੇ ਇਹਨਾਂ ਨੂੰ ਕਮੀ ਮਹਿਸੂਸ ਇਹ ਨਹੀਂ ਕਰਦੇ? ਦੇਖੋ ਮੈਨੂੰ ਰੋਟੀ ਪੱਕੀ ਮਿਲਦੀ ਹੈ, ਕੱਪੜੇ ਧੁੱਪੇ ਮਿਲਦੇ ਆ, ਕੱਪੜੇ ਧੋ ਕੇ ਮੇਰੀ ਅਲਮਾਰੀ 'ਚ ਚਲ ਜਾਂਦੇ ਆ। ਮੈਂ ਸਿਰਫ ਇੱਕ ਸੂਟ ਪ੍ਰੈਸ ਕਰਦੀ ਆ ਆਪਣਾ,
ਮੈਂ ਕੋਈ ਘਰ ਦਾ ਕੰਮ ਨਹੀਂ। ਹਾਂ ਜੇ ਇਹ ਨਹੀਂ ਠੀਕ, ਜਿੱਦਾਂ ਹੁਣ ਇਹਨਾਂ ਦਾ ਆਪਰੇਟ ਹੋਇਆ ਸੀ, ਉਹ ਮੈਂ ਉਸ ਟਾਈਮ ਮੈਂ ਦੇਖਣਾ ਇਹਨਾਂ ਨੂੰ, ਜੇ ਕਿਤੇ ਨਹੀਂ ਇਹ ਠੀਕ ਤੇ ਮੈਂ ਦੇਖ ਲੈਣਾ ਕਿ ਲੰਮੇ ਪੈ ਨਹੀਂ ਉੱਠੇ, ਫਿਰ ਮੈਂ ਆ ਕੇ ਮੈਂ ਫੁਲਕਾ ਬਣਾਉਂਗੀ, ਮੈਂ ਸਾਰਿਆਂ ਨੂੰ ਖਵਾਉਂਗੀ। ਇਦਾਂ ਵੀ ਨਹੀਂ ਆ ਤੇ ਇਹਨਾਂ ਨੂੰ ਪਤਾ ਕਿ ਦੀਦੀ ਥੱਕ ਵੀ ਬਹੁਤ ਜਾਂਦੇ ਆ ਤੇ ਇਹਨਾਂ ਨੂੰ ਕੰਮ ਵੀ ਜ਼ਿਆਦਾ ਪੈਂਦਾ ਤੇ ਫਿਜ਼ੀਕਲੀ ਵੀ ਪ੍ਰੋਬਲਮ ਨੇ। ਮਤਲਬ ਮੈਨੂੰ ਕਦੀ ਕੰਮ ਦੱਸਿਆ ਨਹੀਂ ਆ, ਮਰਜ਼ੀ ਨਾਲ ਮੈਂ ਕਰ ਲਵਾਂ, ਮਤਲਬ ਥੋਪਿਆ ਨਹੀਂ ਕਦੀ ਕੰਮ ਨਾ, ਮਤਲਬ ਪ੍ਰਸ਼ਾਦੇ ਵਿੱਚ ਹੀ ਪਹਿਲ ਦੇ ਆਧਾਰ ਤੇ ਰੋਟੀ। ਮੈਂ ਸਗੋਂ ਕਈ ਵਾਰੀ ਕਹੂੰ ਪਹਿਲਾਂ ਬੱਚਿਆਂ ਨੂੰ ਖਵਾ ਲੈ, ਚੱਲ ਦੀਦੀ ਹਜੇ ਨਖਰੇ ਕਰਦੇ ਤੁਸੀਂ ਖਾ ਲਓ ਪਹਿਲਾਂ ਤੁਹਾਨੂੰ ਖਵਾਉਂਦੇ? ਹਾਂ, ਜਦੋਂ ਫੜਾ ਦੇਣੀ ਹੈ ਮੈਂ ਵੀ ਕਦੀ ਇਦਾਂ ਨਹੀਂ ਕਿਹਾ, ਮੈਂ ਮੇਰੀ ਨੇਚਰ ਆ, ਮੈਂ ਜੋ ਵੀ ਸਾਦਾ। ਵੈਸੇ ਇਹ ਬਹੁਤ ਵਧੀਆ ਕੁੱਕ ਨੇ, ਇਹ ਬਹੁਤ ਮਤਲਬ ਹਰ ਚੀਜ਼ ਬਹੁਤ ਵਧੀਆ ਬਣਾਉਂਦੇ ਨੇ, ਹਰ ਚੀਜ਼ ਨੂੰ ਮੇਨਟੇਨ ਰੱਖਦੇ ਨੇ, ਕਦੀ ਮੌਕਾ ਨਹੀਂ ਮਿਲਿਆ ਤੇ ਫਿਰ ਵੀ ਮਤਲਬ ਮੈਨੂੰ ਪੁੱਛਣਗੇ ਤੇ ਮੈਂ ਕਹੂੰਗੀ ਵੀ ਸਾਰਾ ਕੁਝ ਓਕੇ ਹੀ ਹੈ, ਸਾਰਾ ਕੁਝ ਹੈ ਹੀ ਵਧੀਆ, ਕਿ ਨਾ ਵੀ ਹੋਵੇ ਤੁਸੀਂ ਤਾਂ ਵੀ ਕਹਿ ਦਿੰਦੇ ਜੀ। ਤੇ ਮੈਂ ਕਿਹਾ ਚਲੋ ਰੋਜ਼ਮਰਰਾ ਦੀ ਜ਼ਿੰਦਗੀ 'ਚ ਵਾਧੇ ਘਾਟੇ ਤੇ ਹੁੰਦੇ ਹੀ ਰਹਿਣੇ ਨੇ ਤੇ ਠੀਕ ਨੇ। ਇਹ ਮੈਂ ਇਕੱਲੀ ਨੇ ਨਹੀਂ ਕੋਈ ਸੈਕਰੀਫਾਈਸ ਕੀਤਾ, ਜਿੱਥੇ ਮੈਂ ਕੀਤਾ ਨਾ ਮੇਰੇ ਨਾਲੋਂ ਇਹਨਾਂ ਨੇ ਜ਼ਿਆਦਾ ਕੀਤਾ, ਕਿਉਂਕਿ ਮੈਂ ਇੱਥੋਂ ਇਹ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਵੀ ਦੇਖਦੇ ਆ, ਜ਼ਿਆਦਾ ਦੇਖਦੇ ਆ, ਘਰ ਨੂੰ ਵੀ ਦੇਖਦੇ ਆ, ਏਜ ਵੀ ਛੋਟੀ ਸੀ, ਜਿੱਦਾਂ ਦਾ ਵਿਛੋੜਾ ਮੇਰਾ ਆ ਉਹੋ ਜਿਹਾ ਹੀ ਇਹਨਾਂ ਨੂੰ, ਜਿੱਦਾਂ ਦੀ ਕਮੀ ਮੈਨੂੰ ਮਹਿਸੂਸ ਹੋਈ ਉਦਾਂ ਦੀ ਇਹਨਾਂ ਨੂੰ ਵੀ ਹੋਈ। ਤੇ ਬਾਕੀ ਇਹ ਆ ਵੀ ਥੋੜਾ ਸਾਡੇ ਮਤਲਬ ਦੋਨਾਂ ਦੇ ਪੇਰੈਂਟਸ ਦਾ, ਪੇਕਿਆਂ ਦਾ ਜਿਹੜਾ ਇੰਟਰਫੇਰੈਂਸ ਉਹ ਨਹੀਂ ਹੈਗਾ, ਉਹ ਆਪਾਂ ਹੋਣ ਨਹੀਂ ਦਿੱਤਾ। ਇਹ ਜਦੋਂ ਜਿਸ ਦਿਨ ਇਹ ਆਏ ਸੀ ਮੈਂ ਇਹਨਾਂ ਨੂੰ ਉਦੋਂ ਵੀ ਕਿਹਾ ਸੀ ਕਿ ਇਹ ਘਰ ਤੁਹਾਡਾ ਵੀ ਹੈ ਤੇ ਇਹ ਘਰ ਮੇਰਾ ਵੀ ਹੈ, ਇਹਨੂੰ ਰੱਖ ਲਓਗੇ ਤਾਂ ਵੀ ਤੁਹਾਡਾ ਤੇ ਵਿਜਾੜ ਦਿਓਗੇ ਤੇ ਤਾਂ ਵੀ ਤੁਹਾਡਾ। ਤੇ ਨਹੀਂ, ਇਹਨਾਂ ਨੇ ਕੋਈ ਮੈਨੂੰ ਮੌਕਾ ਨਹੀਂ ਦਿੱਤਾ ਕਦੀ ਕੋਈ ਨੁਕਸਾਨ ਕਰਨ ਦੀ, ਜੇ ਕਿਤੇ ਹੋ ਵੀ ਜਾਵੇ ਤੇ ਮਤਲਬ ਇਹਨਾਂ ਬੜੀ ਗੰਭੀਰਤਾ ਨਾਲ ਦੱਸਣਾ ਤੇ ਮੈਂ ਕਹਿਣਾ ਕੋਈ ਗੱਲ ਨਹੀਂ, ਹੋਰ ਆ ਜਾਊਗਾ। ਜਦ ਬੱਚੇ ਹੀ ਨੁਕਸਾਨ ਕਰ ਦੇਣ ਤੇ ਮੈਂ ਕਹਿੰਦੀ ਕੋਈ ਗੱਲ ਨਹੀਂ, ਸ਼ੁਕਰ ਹੈ ਨੁਕਸਾਨ ਕਰਨ ਵਾਲੇ ਹੋਏ ਆ, ਕੱਲਾਪਨ ਵੀ ਤੇ ਕੱਟ ਕੇ ਵੇਖਿਆ ਹੀ ਸੀ ਕਿੰਨਾ ਔਖਾ ਵਾ। ਬਾਕੀ ਆ ਮੇਰੇ ਲੱਡੂ ਨੂੰ ਕੁਐਸਚਨ ਜਿਹੜੇ ਅੱਛਾ ਕਿਵੇਂ ਲੱਗਦਾ ਕਿਹੜੀ ਮੰਮੀ ਜ਼ਿਆਦਾ ਪਿਆਰ ਕਰਦੇ ਆ, ਇਹ ਵਾਲੇ ਜਾਂ ਉਹ ਵਾਲੇ? ਦੋਵੇਂ ਜ਼ਿਆਦਾ ਕਰਦੇ। ਮੈਨੂੰ ਲੱਗਦਾ ਇਹ ਜ਼ਿਆਦਾ ਕਰਦੇ ਆ, ਹਨਾ? ਤੁਸੀਂ ਇਹਨਾਂ ਕੋਲੇ ਜ਼ਿਆਦਾ ਰਹਿੰਦੇ ਹੋ। ਹਾਂਜੀ। ਤੁਹਾਡੀ ਅੱਖ 'ਚ ਹੰਝੂ ਆਇਆ, ਇਹ ਪੂੰਝ ਰਿਹਾ ਸੀ, ਹਨਾ? ਹਾਂ ਬਹੁਤ ਇਮੋਸ਼ਨਲ ਬਹੁਤ ਆ। ਇਹ ਸੇਮ ਆਪਣੇ ਫਾਦਰ ਸਾਹਿਬ ਵਰਗਾ, ਸੇਮ ਉਹ ਵੀ ਇਦਾਂ ਦੇ ਸੀਗੇ। ਅੱਛਾ ਭੈਣੇ ਜਾਂਦੇ ਜਾਂਦੇ ਇੱਕ ਸਵਾਲ ਮੇਰਾ ਤੁਹਾਨੂੰ ਕਿ ਜਦੋਂ ਇਹ ਪਤਾ ਲੱਗਦਾ ਕਿ ਸਰਦਾਰ ਸਾਹਿਬ ਵਿਆਹੇ ਹੋਏ ਆ, ਹਨਾ, ਇੱਕ ਕੁੜੀ ਲਈ ਉਹ ਫੈਸਲਾ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ, ਕਿ ਮੈਂ ਉਹ ਪਰਿਵਾਰ 'ਚ ਜਾਊਂਗੀ, ਕਿਹੋ ਜਿਹਾ ਪਰਿਵਾਰ ਹੋਊਗਾ, ਕਿਹੋ ਜਿਹਾ ਮੈਨੂੰ, ਪਰ ਉਹ ਤੁਹਾਡਾ ਫੈਸਲਾ ਬਹੁਤ ਦ੍ਰਿੜਤਾ ਵਾਲਾ ਹੁੰਦਾ, ਹਨਾ? ਇਹ ਸਾਰਾ ਕੁਝ ਸੋਚ ਕੇ ਕਿਵੇਂ ਫੈਸਲਾ ਲੈਂਦੇ ਹੋ ਤੁਸੀਂ? ਤੇ ਫਿਰ ਇਸ ਤਰ੍ਹਾਂ ਕਰਕੇ ਮੈਨੂੰ ਇਹ ਸੀਗਾ ਕਿ ਜੋ ਇਹਨਾਂ ਨੇ ਕਹਿਤਾ ਉਹੀ ਹੋਣਾ। ਇਹ ਵੀ ਗੱਲ ਮੈਂ ਕਹੀ ਕਿ ਮੈਂ ਕਿਸੇ ਨੂੰ ਦੁਖੀ ਕਰਕੇ ਮੈਂ ਸੁਖੀ ਨਹੀਂ ਰਹਿ ਸਕਦੀ, ਇਹ ਮੇਰਾ ਮੰਨਣਾ ਵਾ, ਮੇਰੇ ਮਨ ਦੀ ਮਤਲਬ ਹੈਗੀ ਆ ਮਨ ਦੇ ਵਿੱਚ ਵੀ ਜੇ ਕਿਸੇ ਨੂੰ ਮੈਂ ਦੁਖੀ ਕਰਕੇ ਮੈਂ ਕਹਾਂ ਮੈਂ ਆਪਦਾ ਘਰ ਵਸਾਲਾਂ, ਮੈਂ ਖੁਸ਼ ਨਹੀਂ ਰਹਿ ਸਕਦੀ। ਤੇ ਕਹਿੰਦੇ ਸੀਗੇ ਕਿ ਨਹੀਂ, ਅਸੀਂ ਉਹਨੂੰ ਵੀ ਧੱਕਾ ਨਹੀਂ ਦੇਣਾ, ਅਸੀਂ ਉਹਨੂੰ ਕਿਤੇ ਘਲਾਉਣਾ ਨਹੀਂਗਾ, ਅਸੀਂ ਉਹਨੂੰ ਆਪਾਂ ਨਾਲ ਹੀ ਰੱਖਣਾ ਵਾ। ਫਿਰ ਇਸ ਚੀਜ਼ ਤੋਂ ਮਤਲਬ ਕਿ ਸਾਡਾ ਫੈਸਲਾ ਹੋ ਗਿਆ। ਬਹੁਤ ਸੋਹਣਾ ਪਰਿਵਾਰ ਆ ਭੈਣੇ, ਤੁਸੀਂ ਬਹੁਤ ਤਰੱਕੀਆਂ ਕਰੋ, ਇਹ ਬੱਚੇ ਬਹੁਤ ਤਰੱਕੀਆਂ ਕਰਨ, ਹਨਾ? ਜਿਹੜੀਆਂ ਕੋਈ ਕਮੀਆਂ ਰਹੀਆਂ ਨੇ, ਜਿਹੜੀਆਂ ਕੋਈ ਪਰਿਵਾਰ ਦੇ ਵਿੱਚ ਕਮੀਆਂ ਰਹੀਆਂ ਨੇ, ਹਨਾ, ਉਹ ਖੁਸ਼ੀਆਂ ਹੋਰ ਦੁਨੀਆ ਚੌਗਣੀਆਂ ਹੋਣ ਤੁਹਾਡੇ ਪਰਿਵਾਰ ਦੇ ਵਿੱਚ, ਹਨਾ? ਬਹੁਤ ਤੁਹਾਡਾ ਪਰਿਵਾਰ ਤਰੱਕੀਆਂ ਕਰੇ, ਜਿਵੇਂ ਤੁਸੀਂ ਸੰਘਰਸ਼ ਕੀਤਾ ਦੋਨਾਂ ਨੇ, ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਕੁਝ ਤੁਸੀਂ ਭੈਣੇ ਦੇਖਿਆ, ਹਨਾ? ਤਾਂ ਉਹ ਇਹ ਅਰਦਾਸ ਕਰਦੇ ਹਨ ਕਿ ਤੁਹਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੋਣ ਤੇ ਬੱਚੇ ਬਹੁਤ ਸਾਰੀਆਂ ਤਰੱਕੀਆਂ ਕਰਨ। ਬਹੁਤ ਬਹੁਤ ਸ਼ੁਕਰੀਆ ਭੈਣੇ, ਤੁਹਾਡੇ ਪਰਿਵਾਰ ਨੇ ਸਾਨੂੰ ਸਮਾਂ ਦਿੱਤਾ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਚੰਗਾ ਲੱਗਾ ਤੁਹਾਡੇ ਪਰਿਵਾਰ ਨੂੰ ਮਿਲ ਕੇ। ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਇਹ ਭੈਣਾਂ ਦੀ ਹੌਸਲਾ ਅਫਜ਼ਾਈ ਲਈ ਚੰਗੇ ਚੰਗੇ ਕਮੈਂਟ ਜ਼ਰੂਰ ਕਰਿਓ। ਦੋਨੇ ਭੈਣਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਇਹ ਪਰਿਵਾਰ ਨੂੰ, ਤਾਂ ਹੀ ਇਹ ਪਰਿਵਾਰ ਅੱਜ ਹਾਸਾ ਖੇਡਦਾ ਹੈ। ਪਹਿਲੀ ਭੈਣ ਹੋਰਾਂ ਦੀ ਕੁਰਬਾਨੀ ਤੁਸੀਂ ਸੁਣੀ, ਦੂਜੀ ਭੈਣ ਹੋਰਾਂ ਨੇ ਆਪਣਾ ਜ਼ਿੰਦਗੀ ਹੀ ਇਹ ਭੈਣ ਹੋਰਾਂ ਦੇ ਲਿਖੇ ਲਾ ਦਿੱਤੀ। ਠੀਕ ਆ, ਜੇ ਘਰ ਦੇ ਵਿੱਚ ਬੱਚਾ ਨਹੀਂ ਹੈਗਾ, ਜੇ ਮੇਰੇ ਵਿਆਹ ਕਰਾਉਣ ਵਾਲੇ ਘਰ ਦੇ ਵਿੱਚ ਬੱਚਾ ਪੈਦਾ ਹੋ ਸਕਦਾ ਤਾਂ ਇਸ ਤੋਂ ਵੱਡੀ ਕੁਰਬਾਨੀ ਜਾਂ ਇਸ ਤੋਂ ਵੱਡੀ ਖੁਸ਼ੀ ਹੋਰ ਕਿਹੜੀ ਹੋ ਸਕਦੀ ਹੈ। ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਜੇ ਤੁਹਾਡੀ ਜ਼ਿੰਦਗੀ ਦੀ ਵੀ ਕੋਈ ਐਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਥੱਲੇ ਇੱਕ ਇੰਸਟਾਗ੍ਰਾਮ ਆਈਡੀ ਦਾ ਲਿੰਕ ਹੈ, ਉਹਦੇ ਉੱਤੇ ਮੈਸੇਜ ਕਰਕੇ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਘੰਟੇ।